परमेश्वर। और प्रभु जी मीटिंग ਨੂੰ ਪਿਤਾ ਪਰਮੇਸ਼ਵਰ अच्छे तरीके ਨਾਲ ਚਲਾਉਣਾ ਪਿਤਾ ਪਰਮੇਸ਼ਵਰ, ਹਰ ਇੱਕ ਕਮੀ ਘਟੀ ਦੂਰ ਕਰਨਾ ਪਿਤਾ ਪਰਮੇਸ਼ਵਰ, ਔਰ ਆਤਮਾ ਦੇ ਵਸੀਲੇ ਪਿਤਾ ਪਰਮੇਸ਼ਵਰ ਚਲਾ ਇਸ ਮੀਟਿੰਗ ਨੂੰ ਪਿਤਾ ਪਰਮੇਸ਼ਵਰ। ਜੀਤ ਭਜਨ ਜਿੰਨੇ ਗਾਏ ਜਾਣ ਪਿਤਾ ਪਰਮੇਸ਼ਵਰ, ਤੈਨੂੰ ਸਵਰਗ ਰਾਜ ਦੇ ਵਿੱਚ ਕਬੂਲ ਹੋਣ ਪਿਤਾ ਪਰਮੇਸ਼ਵਰ। ਔਰ ਪ੍ਰਭੂ ਤੇਰੀ ਦਇਆ ਵਾਲਾ ਸੱਜਾ ਹੱਥ ਸਾਡੀ ਜ਼ਿੰਦਗੀਆਂ ਦੇ ਉੱਤੇ ਬਣਿਆ ਰਵੇ ਪਿਤਾ ਪਰਮੇਸ਼ਵਰ। ਸਭਨਾਂ ਨੂੰ ਆਸ਼ੀਸ਼ ਦੇ, ਬਰਕਤ ਦੇ ਪਿਤਾ ਪਰਮੇਸ਼ਵਰ। ਪ੍ਰਭੂ ਸਾਰਿਆਂ ਦੀ ਮਦਦ ਕਰਨੀ, ਸਹਾਇਤਾ ਕਰਨੀ ਪਿਤਾ ਪਰਮੇਸ਼ਵਰ, ਜੋ ਤੂੰ ਅੱਜ ਤੱਕ ਕਰਦਾ ਆਇਆ ਪਿਤਾ ਪਰਮੇਸ਼ਵਰ, ਤੇਰਾ ਲੱਖਾਂ ਲੱਖ ਵਾਰੀ ਧੰਨਵਾਦ ਹੋ ਮੇਰੇ खुदावन। दया कर, छोटी सी सुन और कबूल कर। ये सब कुछ मंगते हैं तेरे प्यारे बेटे साडे खुदावन यीशु मसीह दे नाम। आमीन आमीन। चलो ब्रदर जी शुरू करो फिर तुम। हाँ जी ब्रदर डैनियल जी तुसी शुरू करो ते सारे मेरे भैन भरा अपने माइक्स नु ना म्यूट कर लो। ठीक है जी, ਆਪਾਂ ਸ਼ੁਰੂ ਕਰਦੇ ਹਾਂ। ਪ੍ਰਭੂ ਦਾ ਧੰਨਵਾਦ। ਇੱਕ ਮਿੰਟ ਸਰ। ਹਾਂਜੀ ਹਾਂਜੀ ਧੰਨਵਾਦ ਸਵਰਗੀ ਪਿਤਾ ਪਰਮੇਸ਼ਰ। ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਆਏ ਹੋਏ ਸਾਰੀ ਪੂਰੀ ਆਪਣੇ ਭੈਣ ਭਰਾਵਾਂ ਦੇ ਲਈ। ਖੁਦਾਵੰਦ ਕੀ ਜਦ ਵੀ ਹੁਣ ਤੁਹਾਡੀ ਪ੍ਰਭੂ ਅਸੀਂ ਹਜ਼ੂਰੀ ਦੇ ਵਿੱਚ ਆਏ ਹਾਂ ਖੁਦਾਵੰਦ ਪਰਮੇਸ਼ਰ ਜੀ, ਅਸੀਂ ਆਪਣੇ ਆਪ ਨੂੰ ਤੁਹਾਡੇ ਸਾਮਰਥੀ ਹੱਥਾਂ ਦੇ ਵਿੱਚ ਦੇ ਦਿੰਦੇ ਹਾਂ। ਪਾਪ ਅਸਮਾਨੀ ਅਸੀਂ ਤੁਹਾਡੇ ਅੱਗੇ ਝੁਕਦੇ ਹਾਂ ਪ੍ਰਭੂ, ਸਜਦਾ ਕਰਦੇ ਹਾਂ ਖੁਦਾਵੰਦ ਪਰਮੇਸ਼ਰ। ਅਸੀਂ ਜਦੋਂ ਹੁਣ ਇਸ ਮੀਟਿੰਗ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਪ੍ਰਭੂ ਜੋ ਵੀ ਗੀਤ ਭਜਨ ਗਾਏ ਜਾਣ ਖੁਦਾਵੰਦ ਪਰਮੇਸ਼ਰ, ਤੁਹਾਡੀ ਆਤਮਾ ਦੇ ਵਿੱਚ ਹੋ ਕੇ ਖੁਦਾਵੰਦ ਉਹ ਭਜਨਾਂ ਨੂੰ, ਉਹ ਗੀਤਾਂ ਨੂੰ ਪ੍ਰਭੂ ਤੁਹਾਡੀ ਮਹਿਮਾ ਦੇ ਲਈ, ਤੁਹਾਡੀ ਪ੍ਰਸ਼ੰਸਾ ਦੇ ਲਈ, ਤੁਹਾਡੇ ਨਾਮ ਨੂੰ ਉੱਚਾ ਕਰਨ ਦੇ ਲਈ ਖੁਦਾਵੰਦ ਅਸੀਂ ਹਰ ਇੱਕ ਚੀਜ਼ ਜੋ ਵੀ, ਚਾਹੇ ਆਪਣੀ ਜ਼ੁਬਾਨ ਦੇ ਦੁਆਰਾ, ਚਾਹੇ ਤਾਲੀਆਂ ਦੇ ਦੁਆਰਾ ਪ੍ਰਭੂ, ਚਾਹੇ ਕਿਸੇ ਇੰਸਟਰੂਮੈਂਟ ਦੇ ਦੁਆਰਾ ਪ੍ਰਭੂ ਗਾ ਰਹੇ ਹਾਂ, ਉਹ ਪ੍ਰਭੂ ਸਾਰੀ ਮਹਿਮਾ, ਸਾਰਾ ਆਦਰ, ਸਾਰਾ ਜਲਾਲ ਤੁਹਾਡੇ ਨਾਮ ਨੂੰ ਮਿਲੇ ਪ੍ਰਭੂ। ਅਸੀਂ ਆਪਣੇ ਆਪ ਨੂੰ, ਆਪਣੀ ਜ਼ੁਬਾਨ ਨੂੰ, ਇਸ ਸਾਰੇ ਸਮੇਂ ਨੂੰ ਪ੍ਰਭੂ ਤੁਹਾਡੇ ਜ਼ਿੰਦਾ ਔਰ ਜ਼ੋਰਾਵਰ ਹੱਥਾਂ ਦੇ ਵਿੱਚ ਸੌਂਪ ਦਿੰਦੇ ਹਾਂ ਪ੍ਰਭੂ। ਮਦਦ ਕਰਨਾ, ਸਾਰਾ ਆਦਰ ਤੁਹਾਨੂੰ ਦਿੰਦੇ ਹੋਏ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਆਓ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਭਜਨ ਗਾਵਾਂਗੇ। ਪਿਛਲੇ ਦਿਨਾਂ ਦੇ ਵਿੱਚ ਭੈਣ ਨੇ ਪ੍ਰਚਾਰ ਕੀਤਾ ਸੀ ਆਨੰਦ ਦੇ ਉੱਤੇ, ਹਨਾ, ਆਨੰਦ ਦੇ ਉੱਤੇ। ਤੇ ਉਹਦੇ ਨਾਲ ਐਕਚੁਅਲੀ ਮੈਂ ਪਿਛਲੀ ਵਾਰ ਮੈਂ ਆਉਣਾ ਸੀਗਾ, ਜੁਆਇਨ ਹੋਣਾ ਸੀਗਾ, ਪਰ ਕੁਛ ਮੈਂ ਨਾ ਐਕਚੁਅਲੀ ਬਿਜ਼ੀ ਸੀਗਾ ਕਿਤੇ ਸ਼ਾਦੀ ਦੇ ਕਰਕੇ, ਵਿਆਹ ਦੇ ਕਰਕੇ ਬਿਜ਼ੀ ਹੋ ਗਿਆ, ਤੇ ਉਹਦੇ ਕਰਕੇ ਫਿਰ ਮੈਂ ਆ ਨਹੀਂ ਪਾਇਆ। ਤੇ ਉਸ ਟਾਈਮ ਦੇ ਵਿੱਚ ਵੀ ਮੇਰੇ ਮਨ 'ਚ ਮੇਰੇ ਲਈ ਆਲਰੇਡੀ ਪਹਿਲਾਂ ਹੀ ਇਹ ਭਜਨ ਪ੍ਰਭੂ ਨੇ ਪਾਇਆ ਸੀਗਾ ਕਿ ਮੈਂ ਇਸ ਭਜਨ ਨੂੰ ਗਾਵਾਂ, ਜਿਹੜਾ ਉਹ ਭੈਣ ਨੇ ਮਤਲਬ ਪ੍ਰਚਾਰ ਕੀਤਾ ਸੀ ਆਨੰਦ ਦੇ ਬਾਰੇ, ਆਨੰਦ ਦੇ ਉੱਤੇ। ਤੇ ਆਓ ਅਸੀਂ ਉਸੇ ਭਜਨ ਨੂੰ ਗਾਵਾਂਗੇ ਤੇ ਪ੍ਰਭੂ ਦੀ ਮਹਿਮਾ ਕਰਾਂਗੇ। ਸੌਂਗ ਦਾ ਨਾਮ ਹੈਗਾ ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ ਇਹ 100 ਦਿਨਾਂ ਤੋਂ ਚੰਗਾ ਹੈ। ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ ਇਹ 100 ਦਿਨਾਂ ਤੋਂ ਚੰਗਾ ਏ। ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ ਇਹ 100 ਦਿਨਾਂ ਤੋਂ ਚੰਗਾ ਹੈ। ਜਿਹੜਾ ਦਿਨ ਤੇਰੇ ਚਰਨਾਂ 'ਚ ਲੰਘ ਜਾਵੇ ਇਹ 100 ਦਿਨਾਂ ਤੋਂ ਚੰਗਾ ਏ। ਮਨ ਸਾਫ ਹੋਵੇ ਨਾਲੇ ਤਨ ਸਾਫ ਹੋਵੇ, ਮਨ ਸਾਫ ਹੋਵੇ ਨਾਲੇ ਤਨ ਸਾਫ ਹੋਵੇ। ਯਿਸੂ ਤੇਰਾ ਲਹੂ ਮੇਰੇ ਪਾਪਾਂ ਨੂੰ ਧੋਵੇ, ਯਿਸੂ ਤੇਰਾ ਲਹੂ ਮੇਰੇ ਪਾਪਾਂ ਨੂੰ ਧੋਵੇ, ਪਾਪਾਂ ਨੂੰ ਧੋਵੇ, ਪਾਪਾਂ ਨੂੰ ਧੋਵੇ। ਪੂਰੀ ਹੋ ਮੇਰੇ ਦਿਲ ਦੀ ਉਮੰਗ ਜਾਵੇ, ਪੂਰੀ ਹੋ ਮੇਰੇ
ਦਿਲ ਦੀ ਉਮੰਗ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ। ਆਪਣੇ ਪਿਆਰਿਆਂ ਨੂੰ ਦਿੱਤੇ ਅਧਿਕਾਰ ਤੂੰ, ਆਪਣੇ ਪਿਆਰਿਆਂ ਨੂੰ ਦਿੱਤੇ ਅਧਿਕਾਰ ਤੂੰ। ਚਰਨਾਂ ਨਾਲ ਲੱਗਿਆਂ ਨੂੰ ਕਰਦਾ ਪਿਆਰ ਤੂੰ, ਚਰਨਾਂ ਨਾਲ ਲੱਗਿਆਂ ਨੂੰ ਕਰਦਾ ਪਿਆਰ ਤੂੰ, ਕਰਦਾ ਪਿਆਰ ਤੂੰ, ਕਰਦਾ ਪਿਆਰ। ਜਿੰਦ ਵਾਰਿਸ ਵਿਰੋਧੀਆਂ ਤੋਂ ਜੰਗ ਜਾਵੇ, ਜਿੰਦ ਵਾਰਿਸ ਵਿਰੋਧੀਆਂ ਤੋਂ ਜੰਗ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ। ਪਾਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ, ਪਾਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ। ਮੈਂ ਵੀ ਤੇਰੇ ਮਾਰਗਾਂ ਦੇ ਮਗਰ ਹੋ ਜਾਵਾਂ, ਮੈਂ ਵੀ ਤੇਰੇ ਮਾਰਗਾਂ ਦੇ ਮਗਰ ਹੋ ਜਾਵਾਂ, ਮਗਰ ਹੋ ਜਾਵਾਂ, ਮਗਰ ਹੋ ਜਾਵਾਂ। ਦੂਰ ਹੋਣ ਮੇਰੇ ਅੰਦਰੋਂ ਘਮੰਡ ਜਾਵੇ, ਦੂਰ ਹੋਣ ਮੇਰੇ ਅੰਦਰੋਂ ਘਮੰਡ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ, ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ। ਹਜੇ ਮੈਂ ਕੁਝ ਵਚਨ ਦੇ ਵਿੱਚੋਂ ਦੇਖਾਂਗੇ। ਜਦੋਂ ਅਸੀਂ ਇਸ ਭਜਨ ਨੂੰ ਜਦੋਂ ਮੈਂ ਵਚਨ ਪੜ੍ਹ ਰਿਹਾ ਸੀ ਤੇ ਉਸ ਵਚਨ ਦੇ ਬੇਸ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਦੂਜਾ ਪਤਰਸ ਉਹਦਾ 3 ਅਧਿਆਏ ਉਹਦੀ 8 ਆਇਤ ਦੇ ਵਿੱਚ ਲਿਖਿਆ ਵਾ ਕਿ ਇਹ ਪਿਆਰੋ ਇਹ ਇੱਕ ਗੱਲ ਹੈ ਤੁਹਾਡੇ ਤੋਂ ਗੁੰਝੀ ਨਾ ਰਵੇ, ਜੋ ਪ੍ਰਭੂ ਦੇ ਅੱਗੇ ਇੱਕ ਦਿਨ 1000 ਸਾਲ ਜਿਹਾ ਹੈ ਅਤੇ 1000 ਸਾਲ ਇੱਕ ਦਿਨ ਜਿਹਾ ਹੈ। ਇਸੇ ਵਚਨ ਨੂੰ ਜਦੋਂ ਅਸੀਂ ਭਜਨ ਸਾਹਿਤਾ 90 ਉਹਦੀ 4 ਆਇਤ ਦੇ ਵਿੱਚ ਵੀ ਪੜ੍ਹਦੇ ਹਾਂ, ਉੱਥੇ ਲਿਖਿਆ ਵਾ ਕਿ ਪ੍ਰਭੂ ਦੇ ਹਜ਼ੂਰ ਦੇ ਵਿੱਚ ਬਿਤਾਇਆ ਹੋਇਆ ਇੱਕ ਦਿਨ 1000 ਸਾਲ ਦੇ ਬਰਾਬਰ ਆ ਅਤੇ 1000 ਸਾਲ ਇੱਕ ਦਿਨ ਦੇ ਬਰਾਬਰ ਆ। ਉਹ ਪਰਮੇਸ਼ਰ ਦੀ ਮਰਜ਼ੀ ਆ ਕਿ ਪਰਮੇਸ਼ਰ 1000 ਦਿਨ ਨੂੰ ਇੱਕ ਦਿਨ ਦੇ ਬਰਾਬਰ ਬਣਾਉਂਦੇ ਆ ਜਾਂ ਇੱਕ ਦਿਨ ਨੂੰ 1000 ਸਾਲ ਦੇ ਬਰਾਬਰ ਬਣਾਉਂਦੇ ਆ। ਤੇ ਅਸੀਂ ਇਸ ਭਜਨ ਨੂੰ ਗਾਉਂਦੇ ਹੋਏ ਕੰਟੀਨਿਊ ਇਸ ਭਜਨ ਦੇ ਵਿੱਚ ਬਣੇ ਰਵਾਂਗੇ ਕਿ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਿਤਾਇਆ ਹੋਇਆ ਇੱਕ ਦਿਨ ਵੀ 1000 ਸਾਲ ਦੇ ਬਰਾਬਰ ਆ। ਚੁੱਕ ਲੈਂਦਾ ਪਿਆਰ ਨਾ ਮੇਰੇ ਸਾਰੇ ਬੋਝ ਤੋਂ, ਚੁੱਕ ਲੈਂਦਾ ਪਿਆਰ ਨਾ ਮੇਰੇ ਸਾਰੇ ਬੋਝ ਤੂੰ। ਖੁਸ਼ੀ ਤੇ ਆਨੰਦ ਨਾਲੇ ਭਰੀ ਜਾਵੇ ਰੋਜ਼ ਤੂੰ, ਖੁਸ਼ੀ ਤੇ ਆਨੰਦ ਨਾਲੇ ਭਰੀ ਜਾਵੇ ਰੋਜ਼ ਤੂੰ, ਭਰੀ ਜਾਵੇ ਰੋਜ਼ ਤੂੰ, ਭਰੀ ਜਾਵੇ ਰੋਜ਼। ਲੱਥ ਮੇਰੇ ਉੱਤੋਂ ਬਦੀਆਂ ਦੀ ਭਾਂਡੇ ਜਾਵੇ, ਲੱਥ ਮੇਰੇ ਉੱਤੋਂ ਬਦੀਆਂ ਦੀ ਭਾਂਡੇ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ ਜਿਹੜਾ ਦਿਨ ਤੇਰੇ ਚਰਨਾਂ ਚ ਲੰਘ ਜਾਵੇ। ਇਹ 100 ਦਿਨਾਂ ਤੋਂ ਚੰਗਾ ਏ। ਮਨ ਸਾਫ ਹੋਵੇ ਨਾਲੇ ਤਨ ਸਾਫ ਹੋਵੇ, ਮਨ ਸਾਫ ਹੋਵੇ ਨਾਲੇ
तन साफ होवे, यीशु तेरा लहू मेरे पापा नु धोवे, यीशु तेरा लहू मेरे पापा नु धोवे, पापा नु धोवे, पापा नु धोवे, पूरी हो मेरे दिल दी उमंग जावे, पूरी हो मेरे दिल दी उमंग जावे, सो दिना तो चंगा है जेड़ा दिन तेरे चरना च लंघ जावे, सो दिना तो चंगा है, 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 मेरे ईश्वर मेरे यहोवा मेरे साथ रहना, मेरे ईश्वर मेरे यहोवा मेरे साथ साथ रहना, मुझे कुछ घटी ना होगी, तू अगर जो साथ होगा, मुझे कुछ घटी ना होगी, तू अगर जो साथ होगा, मेरे ईश्वर मेरे यहोवा मेरे साथ साथ रहना, मेरे ईश्वर मेरे यहोवा मेरे साथ साथ रहना, मैं चलूं अगर अकेला, मेरा साया बन के रहना, मैं चलूं अगर अकेला, मेरा साया बन के रहना, मेरे ईश्वर मेरे यहोवा मेरे साथ साथ रहना, उम्र भर रहूं मैं तेरा, इतना फजल तो करना, उम्र भर रहूं मैं तेरा, इतना फजल तो करना, मेरे ईश्वर मेरे यहोवा मेरे साथ साथ रहना, मेरे ईश्वर मेरे यहोवा मेरे साथ साथ रहना, अगर खता हो भी जाए मुझे पा के साफ करना, अगर खता हो भी जाए मुझे पा के साफ करना, मेरे ईश्वर मेरे यहोवा मेरे साथ साथ रहना, मेरे ईश्वर मेरे यहोवा मेरे साथ साथ रहना, मैं चलूं अगर अकेला, मैं चलूं अगर अकेला, मेरा साया बन के रहना, मेरे ईश्वर मेरे यहोवा
मेरे साथ साथ रहना बंदिया जप ले यीशु दा नाम बंदिया जप ले यीशु दा नाम शुद्ध होवे तेरी आत्मा शुद्ध होवे तेरी आत्मा बंदिया जप ले यीशु दा नाम बंदिया जप ले यीशु दा नाम जिन्हां नू तू पूजदा है मूहों नहीं ओ बोल दे मूहों नहीं ओ बोल दे जिन्हां नू तू पूजदा है मूहों नहीं ओ बोल दे मूहों नहीं ओ बोल दे लख बाजा मारे ओ तां अख नहीं ओ खोल दे अख नहीं ओ खोल दे ओ बंदिया जप ले यीशु दा नाम बंदिया जप ले यीशु दा नाम तेरी आत्मा शुद्ध होवे तेरी आत्मा ओ बंदिया जप ले यीशु दा नाम बंदिया जप ले यीशु दा नाम 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 थैंक यू लॉर्ड हालेलुया प्रभु जी हालेलुया ਤੁਹਾਡਾ हालेलुया ਧੰਨਵਾਦ ਹਾਲੇਲੂਇਆ हालेलुया धन्यवाद 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 ਧੰਨਵਾਦ प्रभु जी ਪ੍ਰਭੂ धन्यवाद ਧੰਨਵਾਦ धन्यवाद ਪ੍ਰਭੂ धन्यवाद सब मुंह खोल के ओदा शुक्र करिए सब मुंह खोल के ओदा धन्यवाद करिए हालेलुया 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 प्रभु जी ਅਸੀਂ ਮਿਲ ਕੇ ਤੁਹਾਡੇ ਬੱਚੇ ਦੇ ਨਾਲ ਆਰਾਧਨਾ ਕੀਤੀ ਤੁਹਾਡੀ ਪ੍ਰਭੂ ਜੀ ਤੁਹਾਡੇ ਨਾਮ ਨੂੰ ਜਲਾਲ ਦਿੱਤਾ ਪ੍ਰਭੂ ਜੀ ਆਪਣੇ ਬੱਚੇ ਨੂੰ ਬੜੀ ਬਰਕਤ ਔਰ ਆਸ਼ੀਸ਼ ਦੇਣੀ ਪ੍ਰਭੂ ਜੀ ਇਸੇ ਤਰ੍ਹਾਂ ਸਭ ਬੱਚੇ ਜਿੰਨੇ ਤੁਹਾਡੀ ਪ੍ਰਭੂ ਜੀ ਆਰਾਧਨਾ ਦੇ ਵਿੱਚ ਸ਼ਾਮਲ ਆ ਪ੍ਰਭੂ ਜੀ ਅਸੀਂ ਇੱਕ ਇੱਕ ਜਣ ਦੇ ਲਈ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜਦ ਤੁਹਾਡਾ ਬੱਚਾ ਦੀਪਕ ਅੱਜ ਪ੍ਰਭੂ ਜੀ ਅੱਜ ਦੀ ਮੀਟਿੰਗ ਨੂੰ ਚਲਾ ਰਿਹਾ ਪ੍ਰਭੂ ਜੀ ਆਪਣੇ ਬੱਚੇ ਦੀ ਅਗਵਾਈ ਕਰਨੀ ਔਰ ਬੇਟਾ ਸੁਲੇਮਾਨ ਪ੍ਰਭੂ ਜੀ ਤੁਹਾਡਾ ਬੱਚਾ ਅੱਜ ਦਾ ਜਦ ਵਚਨ ਦੇਵੇ ਪ੍ਰਭੂ ਜੀ ਇਸ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਾਸੀ ਪ੍ਰਭੂ ਜੀ ਸਾਡੇ ਨਾਲ ਸ਼ਾਮਲ ਆ ਸਿਸਟਰ ਐਲਿਜ਼ਬeth ਅਸੀਂ ਉਹਦੀ ਜ਼ਿੰਦਗੀ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਸਾਗਰ ਪ੍ਰਭੂ ਜੀ ਸਾਡੇ ਨਾਲ ਜੁੜਿਆ ਅਸੀਂ ਸਾਗਰ ਲਈ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜ਼ਰੀਆ ਬਣਾਇਆ ਕਿ ਉਹ ਪ੍ਰਭੂ ਜੀ ਅਸੀਂ ਸਭ ਇੱਕ ਮਨ ਹੋ ਕੇ ਪ੍ਰਭੂ ਜੀ ਜੁੜ ਸਕੀਏ ਪ੍ਰਭੂ ਜੀ ਅਸੀਂ ਪ੍ਰਭੂ ਜੀ ਇੱਕ ਇੱਕ ਖਾਨਦਾਨ ਇੱਕ ਇੱਕ ਪਰਿਵਾਰ ਲਈ ਜਿੰਨੇ ਜਣੇ ਪ੍ਰਭੂ ਜੀ ਨਾਲ ਜੁੜੇ ਹੋਏ ਆ ਸਭ ਦੇ ਲਈ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਇੱਕ ਇੱਕ ਬੱਚੇ ਜਵਾਨ ਬਜ਼ੁਰਗ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਰੱਖ ਦਿੰਦੇ ਹਾਂ ਪ੍ਰਭੂ ਜੀ ਤੁਸੀਂ ਕਿਰਪਾ ਕਰਿਓ ਦਇਆ ਕਰਿਓ ਪ੍ਰਭੂ ਜੀ ਇਹ ਸਭ ਕੁਝ ਮੰਗਦੇ ਹਾਂ ਤੇਰੇ ਪਿਆਰੇ ਬੇਟੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਤੇ ਆਮੇਨ ਆਮੇਨ ਹਾਲੇਲੂਇਆ ਹਾਂਜੀ ਬ੍ਰਦਰ ਦੀਪਕ ਤੁਸੀਂ ਲੀਡ ਕਰੋ ਤੇ ਸੁਲੇਮਾਨ ਨੇ ਵਚਨ ਦੇਣਾ ਹੈ ਪਰਮੇਸ਼ਵਰ ਤੁਹਾਡੀ ਮਦਦ ਕਰੇ ਸਿਸਟਰ ਐਲਿਜ਼ਬeth ਵੀ ਆਏ ਹੋਏ ਆ ਸਿਸਟਰ ਐਲਿਜ਼ਬeth ਵੀ ਪ੍ਰਾਰਥਨਾ ਕਰ ਸਕਦੇ ਆਪਣੇ ਲਈ ਸਿਸਟਰ ਐਲਿਜ਼ਬeth ਆਏ ਹੋਏ ਆ ਠੀਕ ਹੈ ਜੀ ਮੈਨੂੰ 10 ਮਿੰਟ ਹੋਰ ਲੱਗਣੇ ਮੈਂ ਉਹਦਾ ਤੁਹਾਡੇ ਨਾਲ ਜੁੜਿਆ ਹੋਇਆ ਬੰਦਗੀ ਦੇ ਵਿੱਚ ਸਿਰਫ ਮੈਂ ਥੋੜੇ ਪੇਪਰ ਦੇਣੇ ਆ ਉਹ ਮੈਂ ਕਰ ਰਿਹਾ ਠੀਕ ਹੈ ਮੈਂ ਤੁਹਾਡੇ ਨਾਲ ਜੁੜਿਆ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੇਨ ਠੀਕ ਹੈ ਪਾਸਟਰ ਜੀ ਆਮੇਨ ਆਮੇਨ ਬਹੁਤ ਵਧੀਆ ਡੈਨੀਅਲ ਬ੍ਰਦਰ ਤੁਸੀਂ ਬਹੁਤ ਹੀ ਉਮਦਾ ਗਾਇਆ ਖੁਦਾਵੰਦ ਦੇ ਹਜ਼ੂਰ ਦੇ ਵਿੱਚ ਤੁਹਾਡਾ ਜੋ ਗਾਇਆ ਹੋਇਆ ਆ ਉਹ ਮਨਜ਼ੂਰ ਹੋਇਆ ਉੱਥੇ ਸਾਨੂੰ ਆਸ਼ੀਸ਼ਾਂ ਤੇ ਬਰਕਤਾਂ ਮਿਲੀਆਂ ਪਰਮੇਸ਼ਵਰ ਹਰ ਇੱਕ ਜਨ ਨੂੰ ਇਹੋ ਜਿਹੀ ਆਵਾਜ਼ ਦੇ ਨਾਲ ਨਵਾਜੇ ਕਿ ਅਸੀਂ ਖੁਦਾਵੰਦ ਦੀ ਸਿਤਾਇਸ਼ ਦੇ ਵੇਲੇ ਉਹਦੇ ਨਾਲ ਜੁੜੇ ਰਹੀਏ ਸੱਚਮੁੱਚ ਤੁਸੀਂ ਆਖਿਆ ਕਿ ਜਿਹੜਾ ਦਿਨ ਖੁਦਾਵੰਦ ਦੇ ਨਾਮ ਦੇ ਨਾਲ ਜੁੜ ਜਾਂਦਾ ਉਹੀ ਭਲਾ ਆ ਕਿਉਂਕਿ ਜਿੰਨੀ ਦੇਰ ਅਸੀਂ ਗੱਲਾਂ ਕਰਦੇ ਸੀ ਦੁਨੀਆਦਾਰੀ ਦੀਆਂ ਗੱਲਾਂ ਕਰਦੇ ਆ ਜਾਂ ਅਸੀਂ ਕਿਸੇ ਦੀ ਬੁਰਾਈ ਕਰਦੇ ਆ ਉਹ ਸਮਾਂ ਸਾਨੂੰ ਹਮੇਸ਼ਾ ਦੁੱਖ ਦਿੰਦਾ ਹੈ
ਅਸੀਂ ਹੋਰ ਕੋਈ ਵੀ ਗੱਲ ਕਰ ਲਈਏ ਸਾਨੂੰ ਚਿੰਤਾਵਾਂ ਦਾ ਕਾਰਨ ਬਣਦਾ ਹੈ। ਪਰ ਉਹ ਸਮਾਂ ਜੋ ਅਸੀਂ ਖੁਦਾਵੰਦ ਦੇ ਚਰਨਾਂ ਦੇ ਵਿੱਚ ਲਗਾਉਂਦੇ ਆ, ਜਦੋਂ ਅਸੀਂ ਕਿਸੇ ਦੂਸਰੇ ਭਰਾ ਦੇ ਨਾਲ, ਕਿਸੇ ਦੂਸਰੀ ਭੈਣ ਦੇ ਨਾਲ ਬੈਠ ਕੇ ਖੁਦਾਵੰਦ ਦੀਆਂ ਗੱਲਾਂ ਕਰਦੇ ਆ, ਜਾਂ ਅਸੀਂ ਇਕੱਲਿਆਂ ਜਦੋਂ ਪ੍ਰੇਅਰ ਪ੍ਰਾਰਥਨਾ ਦੇ ਵਿੱਚ ਬੈਠਦੇ ਆ, ਜਾਂ ਫਿਰ ਜਦੋਂ ਅਸੀਂ ਵਚਨਾਂ ਨੂੰ ਗ੍ਰਹਿਣ ਕਰਦੇ ਆ, ਉਸ ਵੇਲੇ ਦਾ ਸਮਾਂ ਜਿਹੜਾ ਆ, ਜੇ ਅਸੀਂ ਆਪਾਂ ਉਸ ਸਮੇਂ ਨੂੰ ਆਪਣੇ ਦੂਸਰੇ ਸਮੇਂ ਦੇ ਨਾਲ ਕੰਪੇਅਰ ਕਰੀਏ ਤੇ ਉਹ ਅਨੰਤ ਸ਼ਾਂਤੀ ਦਾ ਸਮਾਂ ਹੁੰਦਾ ਹੈ। ਕਿਉਂਕਿ ਉਸ ਵੇਲੇ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਸਾਰੇ ਦੁੱਖ, ਸਾਰੀਆਂ ਤਕਲੀਫਾਂ, ਹਰ ਇੱਕ ਪ੍ਰੋਬਲਮ ਕੁਝ ਸਮੇਂ ਲਈ ਗਾਇਬ ਹੋ ਜਾਂਦੀ ਹੈ। ਤੇ ਸਾਨੂੰ ਇਹ ਚਾਹੀਦਾ ਕਿ ਅਸੀਂ ਜਿੰਨਾ ਸਮਾਂ ਹੋ ਸਕੇ ਅਸੀਂ ਤੁਰਦੇ ਫਿਰਦੇ, ਹੱਸਦੇ ਖੇਡਦੇ, ਕੰਮਾਂ ਤੇ ਜਾਂਦੇ, ਨਾਟ ਈਵਨ ਕਿ ਸੌਣ ਤੋਂ ਪਹਿਲਾਂ ਵੀ ਸਾਡੀ ਸਥਿਤੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਹਰ ਵੇਲੇ ਖੁਦਾਵੰਦ ਨੂੰ ਯਾਦ ਕਰਦੇ ਕਰਦੇ ਸੋਈਏ, ਤਾਂ ਕਿ ਉਹ ਸਾਡੇ ਸੁਪਨਿਆਂ ਦੇ ਵਿੱਚ, ਰਾਤ ਦੇ ਵਿਖੇ ਵੀ ਸਾਡੇ ਨਾਲ ਹਮੇਸ਼ਾ ਰਹੇ। ਬਹੁਤ ਵਧੀਆ ਗਾਇਆ ਬ੍ਰਦਰ। ਹੁਣ ਆਪਾਂ ਗਗਨ ਜੀ ਨੂੰ ਕਵਾਂਗੇ ਕਿ ਉਹ ਸਾਡੇ ਨਾਲ ਇੱਕ ਵਾਰੀ ਜ਼ਬੂਰ 33 ਪੜ੍ਹਨਗੇ ਤੇ ਆਪਾਂ ਸਾਰੇ ਜ਼ਬੂਰ 33 ਸੁਣਾਂਗੇ, ਕਰਤਾਰ ਦੀ ਉਸਤਤ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਕਰਤਾਰ ਦੀ ਉਸਤਤ। ਹੇ ਧਰਮੀਓ, ਯਹੋਵਾ ਦੀ ਜੈ ਜੈਕਾਰ ਕਰੋ, ਸਿੱਧਿਆਂ ਨੂੰ ਉਸਤਤ ਕਰਨੀ ਫੱਬਦੀ ਹੈ। ਬਰਬਤ ਵਜਾ ਕੇ ਯਹੋਵਾ ਦਾ ਧੰਨਵਾਦ ਕਰੋ, 10 ਤਾਰ ਦੀ ਸਿਤਾਰ ਵਜਾ ਕੇ ਉਹਦੀ ਉਸਤਤ ਗਾਓ। ਉਸ ਦੇ ਲਈ ਇੱਕ ਨਵਾਂ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਨ ਨਾਲ ਵਜਾਓ। ਯਹੋਵਾ ਦਾ ਵਚਨ ਸੱਤ ਹੈ ਅਤੇ ਉਹਦੇ ਸਾਰੇ ਕੰਮ ਵਫਾਦਾਰੀ ਨਾਲ ਹੁੰਦੇ ਹਨ। ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ। ਯਹੋਵਾ ਦੀ ਦਇਆ ਨਾਲ ਧਰਤੀ ਭਰਪੂਰ ਹੈ। ਯਹੋਵਾ ਦੇ ਸ਼ਬਦ ਨਾਲ ਆਕਾਸ਼ ਬਣਾਏ ਗਏ ਅਤੇ ਉਹਨਾਂ ਦੀ ਸਾਰੀ ਵਸੋ ਉਹਦੇ ਮੂੰਹ ਦੇ ਸੁਆਸ ਨਾਲ। ਉਹ ਸਮੁੰਦਰ ਦੇ ਪਾਣੀਆਂ ਨੂੰ ਢੇਰਾਂ ਵਿੱਚ ਇਕੱਠਿਆ ਕਰਦਾ ਹੈ। ਉਹ ਡੂੰਘਿਆਂ ਪਾਣੀਆਂ ਨੂੰ ਭੰਡਾਰਾਂ ਵਿੱਚ ਰੱਖਦਾ ਹੈ। ਸਾਰੀ ਧਰਤੀ ਯਹੋਵਾ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਭੈ ਮੰਨਣ। ਕਿਉਂ ਜੋ ਉਸਨੇ ਆਖਿਆ ਤਾਂ ਉਹ ਹੋ ਗਿਆ, ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ। ਯਹੋਵਾ ਕੌਮਾਂ ਦੀ ਸਲਾਹ ਨੂੰ ਅਵਿਰਥਾ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਅਰਾਰਥਕ ਕਰ ਦਿੰਦਾ ਹੈ। ਯਹੋਵਾ ਦੀ ਸਲਾਹ ਸਦਾ ਅਟਲ ਰਹਿੰਦੀ ਹੈ ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ। ਧੰਨ ਉਹ ਕੌਮ ਹੈ ਜਿਹਦਾ ਪਰਮੇਸ਼ਵਰ ਯਹੋਵਾ ਹੈ। ਉਹ ਪਰਜਾ ਉਹਨੇ ਆਪਣੇ ਵਿਰਸੇ ਲਈ ਚੁਣ ਲਿਆ। ਯਹੋਵਾ ਸਵਰਗ ਤੋਂ ਨਿਗਾਹ ਮਾਰਦਾ ਹੈ, ਉਹਦੇ ਸਾਰੇ ਆਦਮ ਵਾਸੀਆਂ ਨੂੰ ਵੇਖਦਾ ਹੈ। ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ। ਉਹਨਾਂ ਸਭਨਾਂ ਦੇ ਦਿਲਾਂ ਨੂੰ ਉਹ ਰਚਦਾ ਹੈ। ਉਹ ਉਹਨਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ। ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ। ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ। ਵੇਖੋ, ਯਹੋਵਾ ਦੀ ਨਿਗਾਹ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ, ਉਹਨਾਂ ਉੱਤੇ ਜਿਹੜੇ ਉਸ ਦੀ ਦਇਆ ਨੂੰ ਉਡੀਕਦੇ ਹਨ। ਭਾਈ ਉਹਨਾਂ ਦੀ ਜਾਨ ਮੌਤ ਤੋਂ ਛੁਡਾਵੇ ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਿਆਂ ਰੱਖੇ। ਸਾਡਾ ਜੀ ਯਹੋਵਾ ਦੀ ਉਡੀਕ ਕਰਦਾ ਹੈ, ਉਹ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ। ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, ਕਿਉਂ ਜੋ ਅਸਾਂ ਉਹਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ। ਜਿਵੇਂ ਅਸਾਂ ਤੇਰੀ ਉਡੀਕ ਰੱਖੀ ਹੈ, ਤਿਵੇਂ ਹੀ ਹੇ ਯਹੋਵਾ ਤੇਰੀ ਦਇਆ ਸਾਡੇ ਉੱਤੇ ਹੋਵੇ। ਆਮੇਨ, 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 ਹਾਲੇਲੂਇਆ, ਹਾਲੇਲੂਇਆ। ਵਚਨ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਦੇ ਉੱਤੇ ਗਾਣੇ ਗਾਈਏ, ਅਸੀਂ ਉਹਦੀ ਉਸਤਤ ਕਰੀਏ। ਉਹਦੀ ਉਸਤਤ ਹੀ ਸਾਡੇ ਮੂੰਹਾਂ ਦੇ ਵਿੱਚੋਂ ਫੱਬਦੀ ਆ। ਤੇ ਜਦੋਂ ਅਸੀਂ ਉਹਦੀ ਉਸਤਤ ਕਰਦੇ ਆ, ਭੈ ਦੇ ਵਿੱਚ ਚੱਲਦੇ ਆ, ਤਾਂ ਉਹਦੇ ਭੈ ਮੰਨਣ ਵਾਲਿਆਂ ਦੇ ਉੱਤੇ ਉਹਦੀ ਨਿਗਾਹ ਹੁੰਦੀ ਆ।
ਉਹ ਜੋ ਜਨ ਉਹਦੇ ਭੈ ਦੇ ਵਿੱਚ ਚੱਲਦੇ ਆ, ਉਹ ਉਹਨੂੰ ਆਪਣੇ ਪਰਾਂ ਦੇ ਹੇਠ ਆਪਣੇ ਖੰਭਾਂ ਦੇ ਥੱਲੇ ਲੁਕਾ ਕੇ ਰੱਖਦਾ ਆ। ਉਹ ਬਹੁਤ ਹੀ ਮਹਾਨ ਔਰ ਦਿਆਲੂ ਪਰਮੇਸ਼ਵਰ ਆ, ਔਰ ਜੋ ਉਹਦੇ ਨਾਮ ਦੇ ਉੱਤੇ, ਉਹਦੇ ਪਵਿੱਤਰ ਨਾਮ ਦੇ ਉੱਤੇ ਭਰੋਸਾ ਰੱਖਦਾ ਆ, ਤਾਂ ਉਹਦਾ ਮਨ ਹਮੇਸ਼ਾ ਆਨੰਦ ਦੇ ਨਾਲ ਭਰਿਆ ਰਹਿੰਦਾ ਹੈ। ਜ਼ਬੂਰ 33 ਸਾਨੂੰ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦੀ ਸਿੱਖਿਆ ਦਿੰਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਆਪਣੇ ਇੱਕ ਦਿਨਚਰਿਆ ਦੇ ਵਿੱਚ ਦਿਨ ਨੂੰ ਸ਼ੁਰੂ ਕਰਨ ਤੋਂ ਲੈ ਕੇ ਰਾਤ ਦੇ ਸੌਣ ਤੱਕ ਅਸੀਂ ਖੁਦਾਵੰਦ ਦੇ ਵਿੱਚ ਬਣੇ ਰਹੀਏ। ਤੇ ਬ੍ਰਦਰ ਸੁਲੇਮਾਨ ਜੀ जी हाँ जी ਸਿਸਟਰ ਪੂਜਾ ਹੋਣੀ ਨਾਲ ਹੀ ਹੈ ਤੁਹਾਡੇ? हाँ जी हाँ जी ਆਪਾਂ ਉਹਨਾਂ ਦੇ ਕੋਲੋਂ ਖੁਦਾਵੰਦ ਦੀ ਸਿਤਾਇਸ਼ ਤੋਂ ਬਾਅਦ ਫਿਰ ਆਪਾਂ ਸਿਸਟਰ ਲਿਜਬਤ ਜੀ ਨੂੰ ਪ੍ਰਾਰਥਨਾ ਦੇ ਲਈ ਕਵਾਂਗੇ, ਨਾ? हाँ जी हाँ जी ਜੈਮਸੀ ਹਾਂ। ਭਾਜੀ। ਹਾਂਜੀ, ਜੈਮਤੀ ਜੀ। हालेलुया हालेलुया। आइए आप परमेश्वर की महिमा के लिए भजन गावांगे। मैं सबर दे नाल आस रख के यहोवा दी करदा सा इंतजारी। मैं सबर दे नाल आस रख के यहोवा दी करदा सा इंतजारी। तदो उसने मेरे से दर्द खा के सुनी मेरी सारी जारी। तदो उसने मेरे से दर्द खा के सुनी मेरी सारी जारी। मैं सबर देना ओ खतरे दे डोए देखो बेआसो मैनू कढ के ले आया बाहर। ओ खतरे दे डोए देखो बेआसो मैनू कढ के ले आया बाहर। चट्टान उत्ते रखे पैर मेरे ते पक्षी कदमानो सवारी। चट्टान उत्ते रखे पैर मेरे ते पक्षी कदमानो सवारी। मैं सबर देना आस रख के यहोवा दी करदा सा इंतजारी। तदो उसने मेरे पेट से खा के सुनी मेरी सारी जारी। मैं सबर देना खुदा ने गीत एक नवा सिखाया कि जिस तो होवे तारीफ उसदी। खुदा ने गीत एक नवा सिखाया कि जिस तो होवे तारीफ उसदी। बथेरे मन्नण के खौफ उसदा तेरा रखणगे रब उत्ते सारी। बथेरे मन्नण के खौफ उसदा तेरा रखणगे रब उत्ते सारी। मैं सबर देना आस रख के यहोवा दी करदा सा इंतजारी। तद उसने मेरे ते दर्द खा के सुनी मेरी सारी जारी। मैं सबर देना मुबारक उसे दा नाम जानो यहोवा उते
जिसदा मुबारक उसे दा नाम जानो यहोवा उसे भरोसा जिसदा कमांडियां कोल होन जांदा ना झूठिया नाल रखदा यारी कमांडियां कोल होन जांदा ना झूठिया नाल रखदा यारी मैं सबर देना आस रख के यहोवा दी करदा सा इंतजारी तदो उसने मेरे पेटा से खा के सुनी मेरी सारी आजारी मैं सबर देना आस रख के यहोवा दी करदा सा इंतजारी मैं सबर देना हालेलुया हालेलुया हालेलुया। सिस्टर जुबैदा जैमसी की हाँ जी, हुण आपां सिस्टर एलिजाबेथ जी तुसीं प्लीज अपना माइक अनम्यूट कर लो। हाँ जी कर दिता हाँ जी, जैमसी की सिस्टर जी। जैम्स की हाँ जी जी जैम्स सिस्टर जी तुसीं हुण चलदी होई थैंक यू जी Okay. थैंक यू आमीन। तुसीं चलदी प्रार्थना वास्ते अपने वचन दे लई और जो नवीं सरकार बनी आ ਉਹਦੇ ਵਾਸਤੇ ਵੀ ਆਪਾਂ ਜਿਹੜੀ ਹੈਗੀ ਆ ਅੱਜ ਦੀ ਪ੍ਰੇਅਰ ਕਰਨੀ ਹੈਗੀ ਆ ਜੀ। ठीक है हाँ जी आइए ਅਸੀਂ ਸਭ ਕੁਝ ਸਮੇਂ ਦੇ ਲਈ ਆਪਣੇ ਸਿਰਾਂ ਨੂੰ ਝੁਕਾਵਾਂਗੇ ਅੱਖਾਂ ਨੂੰ ਬੰਦ ਕਰਾਂਗੇ ਔਰ ਦੁਆ ਕਰਾਂਗੇ। ਕਦੂਸ ਨਹਾਇਤ ਰਹੀਮ ਖੁਦਾ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਤੇਰੀ ਮਹਾਨ ਦਇਆ ਤੇ ਕਿਰਪਾ ਦੇ ਲਈ ਵੱਡੇ ਤੇ ਅਦਭੁਤ ਕੰਮਾਂ ਦੇ ਲਈ ਔਰ ਖਾਸ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਖੁਦਾਮ ਦਾ ਅੱਜ ਦੇ ਇਸ ਸਮੇਂ ਦੇ ਲਈ ਜਿਸ ਤੇ ਆਗਾਜ਼ ਦੇ ਵਿੱਚ ਮੇਰੇ ਪ੍ਰੇਮੀ ਪਿਤਾ ਤੁਸੀਂ ਸਾਨੂੰ ਸਭਨਾਂ ਨੂੰ ਭਾਵੇਂ ਇੱਕ ਦੂਸਰੇ ਤੋਂ ਦੂਰ ਆ ਲੇਕਿਨ ਆਪਣੀ ਹਜ਼ੂਰੀ ਦੇ ਵਿੱਚ ਇਕੱਠੇ ਹੋਣ ਦਾ ਫਜ਼ਲ ਦਿੱਤਾ ਆ ਧੰਨਵਾਦ ਕਰਦੇ ਹਾਂ ਜਿੰਨੇ ਵੀ ਤੇਰੇ ਬੇਟੇ ਤੇਰੀਆਂ ਬੇਟੀਆਂ ਇਸ ਸਮੇਂ ਆਨਲਾਈਨ ਮੇਰੇ ਪ੍ਰਭੂ ਅੱਜ ਦੇ ਸਰਮਨ ਦੇ ਵਿੱਚ ਸ਼ਾਮਲ ਆ ਹੁਣ ਤੱਕ ਪਿਆਰੇ ਪ੍ਰਭੂ ਜਿੰਨੇ ਗੀਤ ਭਜਨ ਗਾਏ ਤੇਰੇ ਵਚਨ ਪੜਿਆ ਗਿਆ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਭਨਾਂ ਦੇ ਦੌਰਾਨ ਪ੍ਰਭੂ ਤੁਸੀਂ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਆ ਈਮਾਨ ਦੀਆਂ ਅੱਖਾਂ ਦੇ ਨਾਲ ਦੇਖਦੇ ਆ ਕਿ ਤੇਰੇ ਲੋਕ ਰੂਹ ਤੇ ਸੱਚਾਈ ਦੇ ਨਾਲ ਤੇਰੀ ਪ੍ਰਸਤਿਸ਼ ਕਰ ਰਹੇ ਆ ਔਰ ਤੇਰਾ ਵਚਨ ਕਹਿੰਦਾ ਆ ਜੋ ਲੋਕ ਰੂਹ ਤੇ ਸੱਚਾਈ ਦੇ ਨਾਲ ਮੇਰੀ ਪ੍ਰਸਤਿਸ਼ ਕਰਦੇ ਆ ਉਹਨਾਂ ਲੋਕਾਂ ਨੂੰ ਤੂੰ ਪਸੰਦ ਕਰਦਾ ਆ ਧੰਨਵਾਦ ਕਰਦੇ ਆ ਇਸ ਥੋੜੇ ਜਿਹੇ ਸਮੇਂ ਦੇ ਲਈ ਪਾਕਰੂ ਖੁਦਾਮ ਤੁਸੀਂ ਵੱਡਾ ਕੰਟਰੋਲ ਕੀਤਾ ਆ ਔਰ ਬਾਕੀ ਦੀ ਅੱਜ ਦੀ ਇਬਾਦਤ ਦੇ ਰਹਿੰਦੇ ਸਾਰੇ ਸਮੇਂ ਨੂੰ ਖੁਦਾਮ ਤੁਹਾਡੇ ਹੱਥਾਂ ਦੇ ਵਿੱਚ ਦੇ ਦਿੰਨੀ ਆ ਜੋ ਕੁਝ ਵੀ ਖੁਦਾਮ ਦੇ ਸਮੇਂ ਦੇ ਅੰਦਰ ਤੇਰੀ ਹਜ਼ੂਰੀ ਦੇ ਵਿੱਚ ਤੇਰੇ ਲੋਕ ਖੁਦਾਮ ਤੇਰੀ ਮਹਿਮਾ ਦੇ ਲਈ ਕਰਦੇ ਆ ਸਭ ਤੇਰੇ ਵੱਲੋਂ ਹੋਵੇ ਤੇਰੀ ਹਜ਼ੂਰੀ ਅਦਭੁਤ ਰੀਤੀ ਦੇ ਨਾਲ ਕਾਰਿਆ ਕਰੇ ਔਰ ਦਿਲ ਤੋਂ ਮੇਰੀ ਦੁਆ ਆ ਪਿਆਰੇ ਪ੍ਰਭੂ ਅੱਜ ਜਿੰਨੇ ਤੇਰੇ ਹਜ਼ੂਰ ਦੇ ਵਿੱਚ ਆ ਨਾਮ ਬਨਾਮ ਸਭਨਾਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦਿਓ ਔਰ ਖਾਸ ਇਸ ਸੇਵਕਾਈ ਦੇ ਉੱਤੇ ਖੁਦਾਵੰ ਤੇਰੀ ਆਸ਼ੀਸ਼ ਬਣੀ ਰਵੇ ਤੇਰੇ ਲੋਕ ਦਿਨ ਬ ਦਿਨ ਤੇਰੇ ਵਿੱਚ ਵਾਧੇ ਚਲੇ ਜਾਣ ਵੈਰੀ ਦੀ ਕੋਈ ਸ਼ਕਤੀ ਤੇਰੇ ਲੋਕਾਂ ਦੇ ਵਾਧੇ ਹੋਏ ਕਦਮਾਂ ਨੂੰ ਰੋਕ ਨਾ ਸਕੇ ਬਲਕਿ ਤੇਰਾ ਪਾਕ ਰੂਹ ਪਵਿੱਤਰ ਆਤਮਾ ਤੇਰੇ ਲੋਕਾਂ ਨੂੰ ਸੰਭਾਲ ਕੇ ਰੱਖੇ ਔਰ ਖਾਸ ਦੁਆ ਆ ਖੁਦਾਵੰ ਤੁਹਾਡੇ ਦਾਸ ਪਾਸਟਰ ਲੱਕੀ ਜੀ ਉਹਨਾਂ ਦੇ ਪੂਰੇ ਪਰਿਵਾਰ ਦੇ ਲਈ ਤੇ ਉਹਨਾਂ ਦੀਆਂ ਸੇਵਕਾਈਆਂ ਦੇ ਲਈ ਪਾਕਰੂ ਖੁਦਾਵੰ ਦਾ ਤੁਸੀਂ ਆਪਣੀ ਸਾਮਰਥ ਦੇ ਨਾਲ ਭਰ ਕੇ ਇਸਤੇਮਾਲ ਕਰੋ ਔਰ ਹਮੇਸ਼ਾ ਆਪਣੇ ਵਿੱਚ ਵਾਧੇ ਜਾਣ ਦਾ ਫਜ਼ਲ ਦਿਓ ਕਿਰਪਾ ਅਨੁਗ੍ਰਹਿ ਤੇ ਫਜ਼ਲ ਕਰੋ ਔਰ ਗੰਦਰਾ ਖੁਦਾਵੰ ਦੇ ਸੇਵਕਾਈ ਦੇ ਉੱਤੇ ਤੇਰਾ ਅਨੁਗ੍ਰਹਿ ਬਣਿਆ ਰਵੇ ਔਰ ਤੇਰੇ ਬੱਚੇ ਤੇਰੇ ਵਿੱਚ ਵਾਧੇ ਚਲੇ ਜਾਣ ਬਹੁਤੇ ਲੋਕ ਇਹਨਾਂ ਦੇ ਦੁਆਰਾ ਛੁਟਕਾਰਾ ਪਾਉਣ ਕਿਰਪਾ ਕਰੋ ਦੁਆ ਨੂੰ ਸੁਣ ਲਓ ਯਿਸੂ ਮਸੀਹ ਦੇ ਸਾਮਰਥੀ ਪਵਿੱਤਰ ਤੇ ਜ਼ਿੰਦਾ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ सना सना
मेरे ख्याल नहीं है। हाँ जी हाँ जी, ਤੁਹਾਨੂੰ आवाज आ रही है मेरी? हाँ जी चलो एक भजन ਆਪਾਂ हेलो गावांगे। हेलो हाँ जी हाँ जी हाँ जी हाँ, एक भजन ਤੁਸੀਂ गाओगे, फिर उस तो बाद ਆਪਾਂ ब्रदर सुलेमान तो बचन सुनांगे। ठीक है मैं खुश हो आखण लगे मैं खुश होया जदों मैनू आखण लगे कि आया वादे करी चलिए कि आया वादे करी चलिए मैं खुश होया जदों मैनू आखण लगे खुशी होया जदों मैनू आखण लगे ऐ यरूशलेम तू खुदा बंदा शहर ऐ यरूशलेम तू खुदा बंदा शहर तेरे बुया विच हुण खड़े साडे पैर तेरे बुया विच हुण खड़े साडे पैर मैं खुशी होया जदों मैनू आखण लगे मैं खुशी होया जदों मैनू आखण लगे वादे कर चलिए के वादे कर चलिए मैं खुशी होया जदों मैनू मैं खुशी होया जदों मैनू आखण लगे ऐ यरूशलेम तू अजायत बनी ऐ यरूशलेम तू अजायत बनी तेरी सारी बातों है डाढ़ी कड़ी तेरी सारी बातों है डाढ़ी कड़ी मैं खुशी होया जदों मैनू आखण लगे मैं खुशी होया जदों मैनू आखण लगे ते जिस विच यहोवा दियां सब टोलियां ते जिस विच यहोवा दियां सब टोलियां गवाही दी खातर चढ़ जांदियां गवाही दी खातर चढ़ जांदियां मैं खुश होया जदों मैनू आखण लगे मैं खुश होया जदों मैनू आखण लगे कि तां इस्राएल दे ओ शायद बनन कि तां इस्राएल दे ओ शायद बनन यहोवा दे नाम दी सितारिश करन यहोवा दे नाम दी सितारिश करन मैं खुश होया जदों मैनू आखण लगे मैं खुश होया जदों मैनू आखण लगे कि उस विच धरे अन अदालत दे ताज ते उस विच धरे अन अदालत दे ताज के दाऊद दे सारे घराने दे ताज के दाऊद दे सारे घराने दे ताज मैं खुश होया जदों मैनू आखण लगे मैं खुश होया जदों मैनू आखण लगे यहोवा दे करी चलिए यहोवा दे
जदों मैनू आखण लगे, मैं खुश होया जदों मैनू आखण लगे, मैं खुश होया जदों मैनू आखण लगे। हालेलुया हालेलुया हालेलुया। ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਬਹੁਤ ਵਧੀਆ ਜੀ। ਸੱਚਮੁੱਚ ਖੁਦਾ ਦੇ ਘਰ ਨੂੰ ਜਾਣਾ ਇੱਕ ਆਪਣੇ ਆਪ 'ਚ ਆਨੰਦ ਆ। ਖੁਦਾਵੰਦ ਦੇ ਘਰ ਨੂੰ ਜਾਂਦੇ ਆ ਜੋ ਆਨੰਦ ਆ ਉਹ ਕਿਤੇ ਵੀ ਨਹੀਂ ਹੈ। ਬ੍ਰਦਰ ਸੁਲੇਮਾਨ ਜੀ, ਹਾਂਜੀ ਤੁਸੀਂ ਤਿਆਰ ਹੋ ਬਚਨ ਦੇ ਲਈ? ਹਾਂਜੀ ਹਾਂਜੀ ਬਿਲਕੁਲ। ਹਾਂਜੀ, ਚਲੋ ਫਿਰ ਆਪਾਂ ਅੱਜ ਦਾ ਵਚਨ ਬ੍ਰਦਰ ਸੁਲੇਮਾਨ ਦੇ ਕੋਲੋਂ ਸੁਣਦੇ ਆ। ਹਾਲੇਲੂਇਆ। ਅੱਜ ਇੱਕ ਤਾਂ ਖੁਸ਼ੀ ਦਾ ਦਿਨ ਹੈ ਕਿ ਅੱਜ ਇੱਕ ਨਵੀਂ ਸਰਕਾਰ ਚੇਂਜ ਹੋਈ ਹੈ। ਲੋਕਾਂ ਨੇ ਕੀ ਕੀਤਾ ਹੈ ਕਿ ਇੱਕ ਸਰਕਾਰ ਹੀ ਪੂਰੀ ਚੇਂਜ ਕਰ ਦਿੱਤੀ ਹੈ, ਤੇ ਇਸੇ ਤਰ੍ਹਾਂ ਅੱਜ ਦਾ ਕੁਛ ਸਾਡਾ ਵਚਨ ਵੀ ਹੈ ਕਿ ਲੋਕੀ ਪੁਰਾਣੀ ਸਰਕਾਰ ਤੋਂ ਅੱਕ ਗਏ ਸੀ ਤੇ ਉਹਨਾਂ ਨੇ ਕੀ ਕੀਤਾ ਹੈ ਕਿ ਪੂਰੀ ਸਰਕਾਰ ਹੀ ਚੇਂਜ ਕਰ ਦਿੱਤੀ ਹੈ। ਤੇ ਅੱਜ ਕੁਛ ਅਸੀਂ ਵਚਨ ਤੋਂ ਵੀ ਇਸੇ ਤਰ੍ਹਾਂ ਕੁਛ ਅੱਜ ਸਿੱਖਣ ਨੂੰ ਮਿਲੂਗਾ ਕਿ ਅੱਜ ਦਾ ਜਿਹੜਾ ਟੌਪਿਕ ਆ ਉਹ ਸਾਡਾ ਜਿਹੜਾ ਟੌਪਿਕ ਹੈ ਕਿ ਅੱਜ ਅਸੀਂ ਗੁਲਾਮ ਹੈ ਜਾਂ ਫਿਰ ਅਸੀਂ ਆਜ਼ਾਦ ਹਾਂ। ਕੀ ਅਸੀਂ ਗੁਲਾਮੀ ਦੇ ਵਿੱਚ ਜੀ ਰਹੇ ਹਾਂ ਜਾਂ ਆਜ਼ਾਦੀ ਦੇ ਵਿੱਚ ਹਾਂ? ਤੇ ਇਹ ਅਸੀਂ ਕਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਵੀ ਅਸੀਂ ਗੁਲਾਮ ਹਾਂ ਜਾਂ ਆਜ਼ਾਦ ਹਾਂ? ਤੇ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਅੱਜ ਮਤਲਬ ਦੇਸ਼ ਆਜ਼ਾਦ ਹੋਏ ਨੂੰ 74 ਸਾਲ ਹੋ ਗਏ ਆ। 74 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਆ। ਦੇਸ਼ ਤਾਂ ਆਜ਼ਾਦ ਹੋ ਗਿਆ ਆ, ਕੀ ਸਾਡੀ ਆਜ਼ਾਦੀ ਹੋ ਗਈ ਹੈ ਕਿ ਨਹੀਂ? ਕੀ ਅਸੀਂ ਅੱਜ ਵੀ ਗੁਲਾਮ ਹੈ ਜਾਂ ਨਹੀਂ? ਅਸੀਂ ਕਿਸ ਦੇ ਗੁਲਾਮ ਆ? ਅਗਰ ਅਸੀਂ ਸੋਚਦੇ ਹਾਂ ਕਿ ਅਸੀਂ ਆਜ਼ਾਦ ਹਾਂ, ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਹਾਂ, ਤੇ ਕੀ ਅਸੀਂ ਆਪਣੀ ਜ਼ਿੰਦਗੀ ਚੋਂ ਆਜ਼ਾਦ ਹਾਂ? ਅੱਜ ਸਾਡੀ ਜ਼ਿੰਦਗੀ ਕਿਸ ਪਾਸੇ ਨੂੰ ਜਾ ਰਹੀ ਹੈ? ਕੀ ਅਸੀਂ ਗੁਲਾਮੀ ਦੇ ਵਿੱਚ ਜੀ ਰਹੇ ਹਾਂ ਕਿ ਨਹੀਂ ਜੀ ਰਹੇ ਹਾਂ? ਆਈਏ ਆਪਾਂ ਦੇਖਦੇ ਹਾਂ ਦੂਸਰਾ ਪਤਰਸ ਉਹਦਾ 2 ਅਧਿਆਏ ਉਹਦੀ 19 ਆਇਤ। ਦੂਸਰਾ ਪਤਰਸ 2 ਅਧਿਆਏ ਉਹਦੀ 19 ਆਇਤ ਨੂੰ ਦੇਖਦੇ ਹਾਂ, जिस दे विच लिखिया है, वे उन्हें स्वतंत्र करने की प्रतिज्ञा तो करते हैं पर आप ही सराहट के दास हैं, क्योंकि जो व्यक्ति जिससे हार गया है वह उसका दास बन गया है। ਜਦੋਂ ਅਸੀਂ ਦੇਖਦੇ ਹਾਂ ਵਚਨ ਨੂੰ ਲਿਖਿਆ ਹੈ ਕਿ ਜੋ ਵਿਅਕਤੀ ਜਿਸਸੇ ਹਾਰ ਗਿਆ ਉਹ ਉਸका दास बन गया है। ਹੁਣ ਹਾਰਨ ਦਾ ਔਰ ਦਾਸ ਬਣਨ ਦਾ ਕੀ ਮਤਲਬ ਹੈ? ਬਹੁਤ ਸਾਰੇ ਇਨਸਾਨ ਹਰ ਕਿਸੇ ਚੀਜ਼ ਤੋਂ ਹਾਰ ਜਾਂਦੇ ਆ। ਕਈ ਪੈਸੇ ਤੋਂ ਹਾਰ ਗਏ, ਕਈ ਨਸ਼ੇ ਤੋਂ ਹਾਰ ਗਏ, ਕਈ ਵਿਅਭਿਚਾਰ ਤੋਂ ਹਾਰ ਗਏ, ਕਈ ਝੂਠ ਬੋਲਣ ਤੋਂ ਹਾਰ ਗਏ, ਕਈ ਮਜਬੂਰੀਆਂ 'ਚ ਹਾਰੇ ਆ ਔਰ ਕਈਆਂ ਨੂੰ ਇਹਨਾਂ ਨੇ ਮਜਬੂਰੀਆਂ ਦੇ ਵਿੱਚ ਲਿਆ ਕੇ ਹਰਾਇਆ ਹੈ। ਤੇ ਉੱਥੇ ਤੋਂ ਹੀ ਇਨਸਾਨ ਗੁਲਾਮ ਬਣ ਜਾਂਦਾ ਹੈ। ਔਰ ਉਹ ਗੁਲਾਮ ਕਿਸ ਤਰ੍ਹਾਂ ਬਣਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ ਕਿਹਾ ਆ ਕਿ यूहन्ना 8:33 ਦੇ ਵਿੱਚ ਲਿਖਿਆ ਹੈ, 32 ਦੇ ਵਿੱਚ ਲਿਖਿਆ ਆ, यूहन्ना 8:32 ਚ ਲਿਖਿਆ ਹੈ ਕਿ तुम सत्य को जानोगे और सत्य तुम्हें स्वतंत्र करेगा। प्रभु का वचन कहता है कि तुम सत्य को जानोगे और सत्य तुम्हें स्वतंत्र करेगा। और सत्य कौन है? वो सत्य प्रभु यीशु मसीह है। ਅਸੀਂ ਦੇਖਦੇ ਹਾਂ ਕਿ ਅਸੀਂ ਬਪਤਿਸਮਾ ਲੈ ਲਿਆ, ਚਰਚ ਵੀ ਜਾਂਦੇ ਹਾਂ, ਦੁਆ ਪ੍ਰਾਰਥਨਾ ਵੀ ਕਰਦੇ ਹਾਂ, ਕੀ ਅਸੀਂ ਆਪਣੀਆਂ ਕਮੀਆਂ ਤੋਂ ਆਜ਼ਾਦ ਹੈ ਜਾਂ ਨਹੀਂ ਹੈ? ਅਸੀਂ ਦੇਖਾਂਗੇ ਕਿ ਅਸੀਂ ਆਪਣੀ ਕਮੀਆਂ ਤੋਂ ਕਿਸ ਤਰ੍ਹਾਂ ਆਜ਼ਾਦੀ ਮਿਲ ਗਈ ਹੈ ਜਾਂ ਨਹੀਂ ਮਿਲ ਗਈ। ਅਸੀਂ ਆਪਣੇ ਅੰਦਰ ਦੀਆਂ ਕਮੀਆਂ ਨੂੰ ਪਹਿਚਾਨਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪਰਮੇਸ਼ਰ ਕਹਿੰਦਾ ਹੈ ਕਿ ਤੁਮ ਸੱਤਿਆ ਕੋ ਜਾਣੋਗੇ, ਸੱਤਿਆ ਤੁਮੇ ਸੁਤੰਤਰ ਕਰੇਗਾ। ਅੱਜ ਅਸੀਂ ਦੇਖਦੇ ਹਾਂ ਵੀ ਕਿਹਨਾਂ ਚੀਜ਼ਾਂ ਤੋਂ ਗੁਲਾਮ ਹੁੰਨੇ ਆ। ਇੱਕ ਨਸ਼ਾ ਜਿਹੜਾ ਆ ਉਹਦੇ ਗੁਲਾਮ ਬਹੁਤ ਸਾਰੇ ਲੋਕ ਆ। ਡਰਿੰਕ ਕਰਦੇ ਆ, ਡਰਿੰਕ ਕਰਕੇ ਘਰੇ ਆਉਂਦੇ ਆ, ਲੜਾਈ ਝਗੜੇ ਹੁੰਦੇ ਆ, ਕਲੇਸ਼ ਉਹਨਾਂ ਦੇ ਘਰ ਦੇ ਵਿੱਚ ਬਣਿਆ ਰਹਿੰਦਾ। ਇਹ ਇੱਕ ਤਰ੍ਹਾਂ ਦੀ ਗੁਲਾਮੀ ਆ ਜੋ ਇਨਸਾਨ ਨਸ਼ੇ ਦਾ ਗੁਲਾਮ ਹੋਇਆ ਪਿਆ ਹੈ। ਕਈ ਹੁਣ ਇਸ ਚੀਜ਼ ਨੂੰ ਵੀ ਬਹਾਨਾ ਬਣਾ ਦਿੰਦੇ ਆ ਕਿ ਵੀ ਮੈਂ ਮਜਬੂਰੀ ਦੇ ਵਿੱਚ ਆ ਕੇ ਪੀ ਲਈ।
ਕਿ ਮੈਂ ਪਰੇਸ਼ਾਨ ਹੋ ਕੇ ਮੈਂ ਮਜਬੂਰੀ ਦੇ ਵਿੱਚ ਪੀ ਲਈ ਔਰ ਪੀਣ ਤੋਂ ਬਾਅਦ ਮੈਂ ਉਹਦਾ ਗੁਲਾਮ ਬਣ ਗਿਆ। ਇਹ ਆਪਦੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਦੂਸਰੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ। ਉਹ ਨਸ਼ੇ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਆਪਣੀ ਕਮੀ ਛੁਪਾਉਣ ਦੇ ਲਈ। ਹੁਣ ਤੁਹਾਨੂੰ ਇੱਕ ਸਟੋਰੀ ਸੁਣਾਉਂਦੇ ਆ। ਇੱਕ ਆਦਮੀ ਸੀ, ਮੰਨ ਲਓ ਸਬਜੈਕਟ ਦਾ ਨਾਮ ਰਮੇਸ਼ ਸੀ। ਉਹ ਰਮੇਸ਼ ਆਪਣੇ ਆਫਿਸ ਜਾਂਦਾ ਹੁੰਦਾ ਸੀਗਾ, ਨਿਊ ਜੁਆਇਨਿੰਗ ਕੀਤੀ ਉਹਨੇ, ਆਫਿਸ ਜਾਂਦਾ ਸੀ ਤੇ ਉਹਦੇ ਕੁਝ ਜਿਹੜੇ ਦੋਸਤ ਬਣੇ, 4-5 ਦੋਸਤ ਬਣੇ। ਉਹ ਦੋਸਤ ਹਰ ਵਕਤ ਮਤਲਬ ਸ਼ਾਮ ਨੂੰ ਜਦੋਂ 5 ਵਜੇ ਆਫਿਸ ਬੰਦ ਹੁੰਦਾ ਸੀਗਾ, ਉਹ ਸ਼ਾਮ ਨੂੰ 5 ਵਜੇ ਡਰਿੰਕ ਕਰਨ ਬੈਠ ਜਾਂਦੇ ਹੁੰਦੇ ਸੀਗੇ। ਤੇ ਉਹਨਾਂ ਨੇ ਆਪਣੇ ਰਮੇਸ਼ ਨੂੰ ਪੁੱਛਿਆ ਕਿ ਵੀ ਤੂੰ ਸਾਡੇ ਨਾਲ ਬੈਠੇਂਗਾ ਸ਼ਰਾਬ ਪੀਣ? ਉਹ ਬੰਦਾ ਕਹਿੰਦਾ ਕਿ ਵੀ ਮੈਂ ਸ਼ਰਾਬ ਪੀਣ ਨਹੀਂ ਬੈਠ ਸਕਦਾ, ਕਹਿੰਦਾ ਕਿ ਮੈਂ ਪੀਂਦਾ ਹੀ ਨਹੀਂ ਆ। ਤੇ ਉਹ ਆਪਣਾ ਡੇਲੀ ਸ਼ਾਮ ਨੂੰ 5 ਵਜੇ ਘਰੇ ਆ ਜਾਂਦਾ ਹੁੰਦਾ ਸੀਗਾ। ਤੇ ਉਹਦੇ ਦੋਸਤਾਂ ਨੇ ਕੀ ਸੋਚਿਆ, ਇੱਕ ਦਿਨ ਕਹਿੰਦਾ ਵੀ ਇਹ ਆਪਣੇ ਨਾਲ ਬਹਿੰਦਾ ਨਹੀਂ ਆ, ਇਦਾਂ ਕਰਦੇ ਆ ਕਿ ਇਹਦੇ ਬੈਗ ਦੇ ਵਿੱਚ ਆਪਾਂ ਸ਼ਰਾਬ ਦੀ ਬੋਤਲ ਪਾ ਦਿੰਦੇ ਆ। ਅਗਰ ਤਾਂ ਇਹ ਸਵੇਰੇ ਆ ਕੇ ਲੜੂਗਾ ਸਾਡੇ ਨਾਲ ਤਾਂ ਕਹਿ ਦੇਵਾਂਗੇ ਕਿ ਸਾਡੇ ਤੋਂ ਗਲਤੀ ਦੇ ਨਾਲ ਚਲੇ ਗਈ ਸੀਗੀ ਤੇ ਆਪਾਂ ਇਹਨੂੰ ਕੁਝ ਵੀ ਕਹਿ ਦੇਵਾਂਗੇ। ਅਗਰ ਇਹਨੂੰ ਪਸੰਦ ਆ ਗਈ ਔਰ ਇਹਨੇ ਪੀਣੀ ਸ਼ੁਰੂ ਕਰ ਦਿੱਤੀ ਸਾਡੇ ਨਾਲ, ਫਿਰ ਤਾਂ ਹੋਰ ਵੀ ਵਧੀਆ ਗੱਲ ਆ। ਉਸ ਜਿਹੜਾ ਰਮੇਸ਼ ਸੀ, ਉਹਦੇ ਬੈਗ ਦੇ ਵਿੱਚ ਉਹਦੇ ਯਾਰਾਂ ਦੋਸਤਾਂ ਨੇ ਸ਼ਰਾਬ ਦੀ ਬੋਤਲ ਪਾਤੀ। ਉਹ ਬੰਦਾ ਘਰੇ ਲੈ ਗਿਆ, ਆਪਣੇ ਘਰੇ ਲੈ ਗਿਆ। ਜਦੋਂ ਉਹਨੇ ਖੋਲ ਕੇ ਦੇਖੀ ਤੇ ਉਹਨੇ ਜਦੋਂ ਖੋਲ ਕੇ ਦੇਖਿਆ ਬੈਗ ਆਪਣਾ, ਤੇ ਉਹਨੂੰ ਵਿੱਚ ਸ਼ਰਾਬ ਦੀ ਬੋਤਲ ਮਿਲੀ। ਪਹਿਲਾਂ ਤਾਂ ਉਹ ਡਰ ਗਿਆ ਕਿ ਇਹ ਰੱਖੀ ਕਿਹਨੇ। ਫਿਰ ਉਹ ਸੋਚਣ ਲੱਗ ਪਿਆ ਵੀ ਕਿਤੇ ਉਹਨਾਂ ਨੇ ਗਲਤੀ ਦੇ ਨਾਲ ਤਾਂ ਨਹੀਂ ਰੱਖ ਦਿੱਤੀ। ਕਹਿੰਦਾ ਪਰ ਅਗਰ ਜੇ ਮੈਂ ਸਵੇਰੇ ਵਾਪਸ ਲੈ ਕੇ ਜਾਊਂਗਾ, ਉਹ ਕੀ ਸੋਚਣਗੇ? ਜੇ ਉਹ ਕਹਿਣਗੇ ਕਿ ਅਸੀਂ ਨਹੀਂ ਰੱਖੀ, ਇਹ ਤੂੰ ਲੈ ਕੇ ਆਇਆ ਵੀ ਤੂੰ ਸਾਨੂੰ ਸ਼ਰਾਬ ਪੀਂਦਾ ਆ। ਉਹਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਣ ਲੱਗ ਪਏ। ਉਸ ਰਮੇਸ਼ ਨੇ ਕੀ ਕੀਤਾ, ਉਹ ਬੋਤਲ ਚੱਕ ਕੇ ਆਪਣੇ ਕੈਬਨ ਦੇ ਵਿੱਚ ਰੱਖ ਲਈ, ਆਪਣੇ ਘਰ ਦੇ ਵਿੱਚ ਰੱਖ ਲਈ। ਤੇ ਰੋਜ਼ ਉਹਨੇ ਜਾਣਾ, ਉਹਦੇ ਯਾਰਾਂ ਦੋਸਤਾਂ ਨੇ ਕਹਿਣਾ ਕਿ ਆਜਾ ਸਾਡੇ ਨਾਲ ਬੈਠ। ਉਹ ਕਹਿੰਦਾ ਹੁੰਦਾ ਸੀਗਾ ਮੈਂ ਨਹੀਂ ਬੈਠਣਾ, ਉਹਨੇ ਘਰੇ ਆ ਜਾਣਾ। ਤੇ ਉਹਨੇ ਘਰੇ ਆ ਕੇ ਉਹਦੇ ਸਾਹਮਣੇ, ਅੱਖਾਂ ਦੇ ਸਾਹਮਣੇ ਉਹਨੇ ਦਾਰੂ ਦੀ ਬੋਤਲ ਨੂੰ ਪਈ ਦੇਖਣਾ ਵੀ ਚੀਜ਼ ਕੀ ਆ। ਫਿਰ ਉਹਨੂੰ ਹੌਲੀ ਹੌਲੀ ਆਕਰਸ਼ਿਤ ਹੋਣ ਲੱਗ ਪਿਆ ਉਹਦੇ ਵੱਲ, ਉਹਨੂੰ ਦੇਖਣ ਲੱਗ ਪਿਆ ਤੇ ਕਹਿੰਦਾ ਇਹਦਾ ਕਲਰ ਕਿੰਨਾ ਸੋਹਣਾ ਆ, ਇਹਦੇ ਮਤਲਬ ਟੇਸਟ ਕਿੱਦਾਂ ਦਾ ਹੋਊਗਾ। ਫਿਰ ਉਹਦੇ ਮਨ ਦੇ ਵਿੱਚ ਇਦਾਂ ਦੇ ਖਿਆਲ ਆਉਣ ਲੱਗ ਪਏ। ਉਹ ਰੋਜ਼ ਹੀ ਜਦੋਂ ਵੀ ਆਫਿਸ ਤੋਂ ਘਰੇ ਆਉਂਦਾ ਸੀਗਾ, ਉਹ ਥੋੜੀ ਥੋੜੀ ਲਾਉਣ ਲੱਗ ਪਿਆ। ਜਦੋਂ ਉਹ ਥੋੜੀ ਥੋੜੀ ਲਾਉਣ ਲੱਗ ਪਿਆ, ਹੌਲੀ ਹੌਲੀ ਉਹਦੀ ਆਦਤ ਬਣ ਗਈ। ਜਦੋਂ ਉਹਦੀ ਆਦਤ ਬਣ ਗਈ, ਉਸ ਤੋਂ ਬਾਅਦ ਉਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਹੀ ਉਹਨੇ ਬੈਠਣਾ ਸ਼ੁਰੂ ਕਰ ਦਿੱਤਾ। ਯਾਨੀ ਉਹ ਜਿਹੜਾ ਰਮੇਸ਼ ਸੀ, ਉਹ ਨਸ਼ੇ ਦਾ ਗੁਲਾਮ ਬਣ ਗਿਆ ਹੌਲੀ ਹੌਲੀ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਦੇ ਵਿੱਚ ਗਲਤੀ ਕਿਸ ਦੀ ਸੀਗੀ, ਉਹ ਰਮੇਸ਼ ਦੀ ਜਾਂ ਉਹਦੇ ਦੋਸਤਾਂ ਦੀ? ਜੋ ਖਾ ਲਓ ਜਿਹੜੇ ਦੋ ਚਮਚ ਖਾਣੇ ਆ। ਚਾਲੂ, ਤੁਸੀਂ ਆਪਣਾ ਮਾਈਕ ਬੰਦ ਕਰੋ। ਹਾਂਜੀ ਬ੍ਰਦਰ ਦੀਪਕ, ਮਾਈਕ ਖੋਲ ਲਓ ਆਪਣਾ। ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਵੀ ਇਹ ਸਟੋਰੀ ਸੁਣੀ, ਤੁਸੀਂ ਇਸ ਸਟੋਰੀ ਦੇ ਵਿੱਚ ਗਲਤੀ ਕਿਸ ਦੀ ਮੰਨਦੇ ਹੋ, ਰਮੇਸ਼ ਦੀ ਜਾਂ ਫਿਰ ਉਸ ਬੰਦਿਆਂ ਦੀ ਜਿਨ੍ਹਾਂ ਨੇ ਉਹਦੀ ਸ਼ਰਾਬ ਦੀ ਬੋਤਲ ਰੱਖੀ ਹੈ? ਕਿਸ ਦੀ ਗਲਤੀ ਸੀਗੀ ਇਹਦੇ ਵਿੱਚ ਦੇਖੋ ਜੀ, ਇਹਦੇ 'ਚ ਉਹੀ ਚੀਜ਼ ਆ ਰਹੀ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਸੋਚਣਾ ਸ਼ੁਰੂ ਕਰ ਦਿੱਤਾ, ਉਹ ਚੀਜ਼ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ। ਹੁਣ ਰਮੇਸ਼ ਜੇ ਉਸ ਬੋਤਲ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੰਦਾ, ਉਹਦੇ ਦਿਮਾਗ 'ਚੋਂ ਉਹ ਨਿਕਲ ਜਾਣਾ ਸੀ ਖਿਆਲ, ਪਰ ਉਹਨੇ ਆਪਣੇ ਸਾਹਮਣੇ ਰੱਖੀ। ਉਹ ਉਹਦੇ ਸੋਚ ਦੇ ਵਿੱਚ, ਉਹਦੇ ਜ਼ਿਹਨ 'ਚ ਪੈਂਦੀ ਗਈ ਔਰ ਉਹਦੀ ਕਮੀ ਬਣਦੀ ਗਈ। ਉਹਦੀ ਕਮੀ ਬਣ ਗਈ। ਇਹੀ ਮੈਂ ਕਹਿਣ ਦਾ ਮਤਲਬ ਹੈ ਕਿ ਗਲਤੀ ਉਹਦੀ ਆਪਦੀ ਸੀਗੀ। ਯਾਨੀ ਉਹਨੇ ਆਪਣੀ ਗਲਤੀ ਨਾ ਕਬੂਲ ਕਰਕੇ ਉਹਨੇ ਇਲਜ਼ਾਮ ਲਾਤਾ ਦੋਸਤਾਂ ਦੇ ਉੱਤੇ ਕਿ ਇਹਨਾਂ ਨੇ ਮੇਰੇ ਬੈਗ ਦੇ ਵਿੱਚ ਰੱਖੀ ਤੇ ਮੈਨੂੰ ਆਦਤ ਪੈ ਗਈ। ਯਾਨੀ ਉਹ ਹੌਲੀ ਹੌਲੀ ਗੁਲਾਮ ਬਣ ਗਿਆ, ਗੁਲਾਮ ਬਣਿਆ ਨਸ਼ੇ ਦਾ। ਹੁਣ ਇਸੇ ਤਰ੍ਹਾਂ ਹੋਰ ਵੀ ਚੀਜ਼ਾਂ ਦੇ ਹੈਗੇ ਆ। ਹੁਣ ਇੱਕ ਪੈਸੇ ਦੇ ਲੋਕੀ ਗੁਲਾਮ ਕਿਸ ਤਰ੍ਹਾਂ ਬਣਦੇ ਆ? ਹੁਣ ਪੈਸਾ ਇੱਕ ਐਸੀ ਚੀਜ਼ ਹੈ, ਕਈ ਲੋਕੀ ਬਹਾਨਾ ਬਣਾਉਂਦੇ ਆ ਕਿ ਸਾਡੇ ਕੋਲ ਕੰਮਕਾਰ ਹੈ ਨਹੀਂ, ਅਸੀਂ ਚੋਰੀਆਂ ਕਰਨ ਲੱਗ ਪਏ, ਸਾਨੂੰ ਮਜਬੂਰੀ ਸੀ, ਅਸੀਂ ਤਾਂ ਕਰਕੇ ਕਰਨ ਲੱਗ ਪਏ। ਕੁਝ ਅਸੀਂ ਬਾਈਬਲ ਦੇ ਵਿੱਚੋਂ ਐਗਜ਼ਾਮਪਲ ਦੇਖਦੇ ਹਾਂ, ਕੁਝ ਲੋਕੀ ਜਿਹੜੇ ਪੈਸੇ ਦੇ ਮਗਰ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੇ ਆ। ਯਹੂਦਾ ਇਸਕਰਿਓਤੀ, ਜੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਦਾ ਹੁੰਦਾ ਸੀਗਾ ਤੇ ਪ੍ਰਭੂ ਯਿਸੂ ਮਸੀਹ ਦੇ ਪੈਸਿਆਂ ਦੀ ਥੈਲੀ ਉਹਦੇ ਕੋਲ ਹੁੰਦੀ ਸੀ, ਉਹ ਬੰਦਾ ਪਰਮੇਸ਼ਵਰ ਦੇ ਨਾਲ ਰਹਿ ਕੇ ਚੋਰੀ ਕਰਦਾ ਸੀ। ਉਹਨੇ ਉਸ ਥੈਲੀ ਦੇ ਵਿੱਚੋਂ ਜੋ ਕੋਈ ਚੰਦਾ ਦਿੰਦਾ ਹੁੰਦਾ ਸੀਗਾ, ਉਹ ਚੰਦੇ ਦੇ ਵਿੱਚੋਂ ਪੈਸੇ ਕੱਢ ਲੈਂਦਾ ਹੁੰਦਾ ਸੀਗਾ।
ਦੇਖ ਲਓ ਪਰਮੇਸ਼ਵਰ ਦੇ ਨਾਲ ਰਹਿ ਕੇ ਚੋਰੀ ਕਰਦਾ ਸੀਗਾ। ਫਿਰ ਇੱਕ ਆਪਾਂ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਬਿਲਾਮ ਦੀ। ਬਿਲਾਮ ਜਿਹੜਾ ਸੀ ਇੱਕ ਨਬੀ ਸੀ ਪਰਮੇਸ਼ਵਰ ਦਾ, ਜੋ ਰਾਜਾ ਬਲਾਕ ਸੀ, ਉਹਦੇ ਇਜ਼ਰਾਈਲੀ ਜਦੋਂ ਉਹਦੇ ਇਲਾਕੇ ਦੇ ਵਿੱਚੋਂ ਦੀ ਨਿਕਲਣ ਲੱਗੇ, ਰਾਜਾ ਬਲਾਕ ਨੇ ਸੋਚਿਆ ਵੀ ਅਗਰ ਇਹ ਇੱਥੋਂ ਦੀ ਨਿਕਲਣਗੇ ਤੇ ਕੀ ਸਾਨੂੰ ਨਾ ਤਬਾਹ ਕਰਦੇ ਜਾਣ। ਬਲਕਿ ਅਗਰ ਇਹਦਾ ਇਤਿਹਾਸ ਦੇਖਿਆ ਜਾਵੇ ਤਾਂ ਜਿਹੜੇ ਇਜ਼ਰਾਈਲੀ ਸੀ ਨਾ, ਉਹ ਯਾਕੂਬ ਦਾ ਵੰਸ਼ ਸੀ, ਤੇ ਜਿਹੜਾ ਇਹ ਬਲਾਕ ਰਾਜਾ ਸੀ ਉਹ ਐਸਾਵ ਦੇ ਵੰਸ਼ ਦੇ ਵਿੱਚੋਂ ਸੀ। ਆਪਸ ਵਿੱਚ ਦੋਨੋਂ ਭਰਾ ਸੀਗੇ। ਤੇ ਬਲਾਕ ਨੇ ਸੋਚਿਆ ਕਿ ਵੀ ਮੈਂ ਬਿਲਾਮ ਨੂੰ ਕਹਿਣਾ ਆ ਤੇ ਉਹ ਇਹਨਾਂ ਨੂੰ ਸ਼ਰਾਪ ਦਊਗਾ, ਔਰ ਉਹ ਏਦਾਂ ਦਾ ਬੰਦਾ ਆ ਕਿ ਜੇ ਉਹ ਸ਼ਰਾਪ ਦਊਗਾ ਤੇ ਵਾਕਈ ਹੋ ਜਾਊਗਾ। ਤੇ ਜਦੋਂ ਰਾਜਾ ਬਲਾਕ ਨੇ ਬਿਲਾਮ ਦੇ ਕੋਲ ਆਪਣੇ ਦੂਤ ਭੇਜੇ, ਕਹਿੰਦਾ ਵੀ ਜਾ ਕੇ ਤੁਸੀਂ ਉਹਨੂੰ ਲੈ ਕੇ ਆਵੋ, ਤੇ ਬਿਲਾਮ ਨੇ ਇੱਕ ਗੱਲ ਕਹੀ, ਕਹਿੰਦਾ ਮੈਨੂੰ ਇੱਕ ਵਾਰੀ ਪਰਮੇਸ਼ਵਰ ਤੋਂ ਪੁੱਛ ਲੈਣ ਦਿਓ ਕਿ ਵੀ ਮੈਂ ਤੁਹਾਡੇ ਨਾਲ ਚੱਲਾਂ ਜਾਂ ਨਾ ਚੱਲਾਂ। ਜਦੋਂ ਉਹਨੇ ਪਰਮੇਸ਼ਵਰ ਨੂੰ ਪੁੱਛਿਆ, ਪਰਮੇਸ਼ਵਰ ਨੇ ਮਨਾ ਕਰ ਦਿੱਤਾ। ਤੇ ਬਲਾਕ ਨੇ ਜਦੋਂ ਮਨਾ ਕੀਤਾ, ਬਲਾਕ ਨੇ ਫਿਰ ਦੁਬਾਰਾ ਆਪਣੇ ਸਿਪਾਹੀ ਭੇਜੇ, ਕੋਈ ਐਸਾ ਲਾਲਚ ਦਿੱਤਾ ਕਿ ਜਿਹੜਾ ਬਿਲਾਮ ਸੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਦੇਖ ਲਓ ਪਰਮੇਸ਼ਵਰ ਦੇ ਮਨਾ ਕਰਨ ਤੋਂ ਬਾਅਦ ਵੀ ਬਿਲਾਮ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਪੈਸੇ ਦੇ ਲਾਲਚ ਨੂੰ ਇੰਨਾ ਪੈ ਗਿਆ ਕਿ ਉਹਨੇ ਪਰਮੇਸ਼ਵਰ ਨੂੰ ਇੱਕ ਵਾਰੀ ਹੋਰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਵਰ ਮੈਂ ਜਾਵਾਂ ਜਾਂ ਨਾ ਜਾਵਾਂ। ਪਰਮੇਸ਼ਵਰ ਨੇ ਉਸ ਨੂੰ ਦੂਸਰੀ ਵਾਰੀ ਕਿਹਾ ਤੂੰ ਜਾ। ਔਰ ਜਾਣ ਤੋਂ ਬਾਅਦ ਰਸਤੇ ਦੇ ਵਿੱਚ ਪਰਮੇਸ਼ਵਰ ਨੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਚਮਤਕਾਰ ਕੀਤਾ। ਇੱਕ ਸਵਰਗਦੂਤ ਉਹਦੀ ਗਦੀ ਨੂੰ ਦਿਖਾਈ ਦਿੱਤਾ, ਉਹਨੂੰ ਦਿਖਾਈ ਨਹੀਂ ਦਿੱਤਾ। ਔਰ ਬਿਲਾਮ ਨੇ ਆਪਣੀ ਗਦੀ ਨੂੰ ਮਾਰਿਆ। ਜਦੋਂ ਉਹਨੂੰ ਮਾਰਿਆ ਤੇ ਪਰਮੇਸ਼ਵਰ ਨੇ ਉਹਦੀ ਜ਼ੁਬਾਨ ਖੋਲ ਦਿੱਤੀ ਔਰ ਉਹ ਗਦੀ ਇਨਸਾਨਾਂ ਵਾਂਗੂ ਬੋਲਣ ਲੱਗ ਪਈ। ਔਰ ਬਿਲਾਮ ਐਸਾ ਢੀਠ ਸੀ ਕਿ ਉਹਨੇ ਉਸ ਚਮਤਕਾਰ ਤੋਂ ਵੀ ਉਹ ਅਣਜਾਣ ਰਿਹਾ, ਉਹ ਉਸ ਚਮਤਕਾਰ ਨੂੰ ਵੀ ਨਹੀਂ ਸਮਝ ਸਕਿਆ। ਤੇ ਉਹ ਪੈਸੇ ਦੇ ਲਾਲਚ ਦੇ ਵਿੱਚ ਇੱਥੇ ਤੱਕ ਅੰਨਾ ਸੀ ਕਿ ਉਹ ਹੋਰ ਅੱਗੇ ਦੀ ਅੱਗੇ ਜਾਂਦਾ ਰਿਹਾ। ਉਹਨੇ ਪਰਮੇਸ਼ਵਰ ਦਾ ਇਹ ਚਮਤਕਾਰ ਵੀ ਨਹੀਂ ਸਮਝ ਪਾਇਆ ਕਿ ਵੀ ਇੱਕ ਗਦੀ ਇਨਸਾਨਾਂ ਵਾਂਗੂ ਕਿਸ ਤਰ੍ਹਾਂ ਬੋਲਣ ਲੱਗ ਪਈ। ਉਹਨੇ ਉੱਥੇ ਜਾ ਕੇ ਵੀ ਸ਼ਰਾਪ ਦੇਣਾ ਸ਼ੁਰੂ ਕੀਤਾ, ਲੇਕਿਨ ਜਿੱਦਾਂ ਹੀ ਉਹ ਸ਼ਰਾਪ ਦੇਣ ਲੱਗਾ, ਪਰਮੇਸ਼ਵਰ ਨੇ ਉਹਦੇ ਮੂੰਹ ਦੇ ਵਿੱਚੋਂ ਆਸ਼ੀਰਵਾਦ ਕਢਵਾਏ। ਔਰ ਫਿਰ ਬਿਲਾਮ ਇਜ਼ਰਾਈਲੀਆਂ ਦੇ ਹੱਥੋਂ ਮਾਰਿਆ ਗਿਆ ਸੀ। ਉਹ ਅੱਗੇ ਦੀ ਸਟੋਰੀ ਹੈ। ਇਹ ਇੱਕ ਐਗਜ਼ਾਮਪਲ ਹੈ ਕਿ ਜਦੋਂ ਪੈਸੇ ਦੇ ਮਗਰ ਅਸੀਂ ਲਾਲਚੀ ਕਰਦੇ ਹਾਂ ਜਾਂ ਅਸੀਂ ਪੈਸੇ ਦੇ ਮਗਰ ਭੱਜਦੇ ਹਾਂ ਤੇ ਸਾਡੇ ਨਾਲ ਕੀ ਕੀ ਕੁਝ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਜਦੋਂ ਦੇਖਦੇ ਹਾਂ ਕਿ ਜਿਹੜਾ ਗੇਜੀ ਸੀ ਉਹ ਵੀ ਪੈਸੇ ਦੇ ਮਗਰ ਭੱਜਿਆ ਸੀਗਾ। ਅਲੀਸ਼ਾ ਨਬੀ ਨੇ ਉਸ ਸੂਬੇਦਾਰ ਤੋਂ ਲੈਣਾ ਕੁਝ ਵੀ ਮੁਨਾਫਿਕ ਨਹੀਂ ਸਮਝਿਆ, ਲੇਕਿਨ ਗੇਜੀ ਦੇ ਮਨ ਦੇ ਵਿੱਚ ਲਾਲਚ ਸੀ ਕਿਤੇ ਨਾ ਕਿਤੇ। ਗੇਜੀ ਕਹਿੰਦਾ ਸੀਗਾ ਅਗਰ ਅਲੀਸ਼ੇ ਨੂੰ ਨਹੀਂ ਜ਼ਰੂਰਤ, ਮੈਨੂੰ ਤਾਂ ਹੈਗੀ ਆ, ਮੈਂ ਜਾ ਕੇ ਲੈ ਲੈਣਾ ਆ। ਤਾਂ ਨਿਮਾਨ ਕੋੜੀ ਦਾ ਜਿਹੜਾ ਕੋੜ ਸੀ ਉਹ ਅਲੀਸ਼ੇ ਨੂੰ ਲੱਗ ਗਿਆ, ਗੇਜੀ ਨੂੰ ਲੱਗ ਗਿਆ। ਔਰ ਤੁਸੀਂ ਦੇਖੋ ਕਿ ਪੈਸੇ ਦੇ ਲਾਲਚ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ, ਬਹੁਤ ਸਾਰੇ ਆਪਾਂ ਨੂੰ ਬਾਈਬਲ ਦੇ ਵਿੱਚੋਂ ਕਰੈਕਟਰ ਮਿਲਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀਆਂ ਖਰਾਬ ਕਰ ਲਈਆਂ। ਹੁਣ ਦੇਖਦੇ ਹਾਂ ਜਦੋਂ ਵਿਅਭਿਚਾਰ ਦੇ ਵਿੱਚ ਸੁਲੇਮਾਨ ਨੇ 700 ਰਾਣੀਆਂ ਰੱਖੀਆਂ, 700 ਰਾਣੀਆਂ ਜਿਹਦੇ ਨਾਲ ਮੈਰਿਜ ਕੀਤੀ, ਔਰ 300 ਅਦਰ ਦੇ ਵਿੱਚ ਸੀ। ਔਰ ਦਾਊਦ ਦੇ ਕੋਲ ਵੀ ਬਹੁਤ ਸਾਰੀਆਂ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਚੀਜ਼ਾਂ ਸਾਡੇ ਲਈ ਗਲਤ ਹੈ, ਜਦੋਂ ਅਸੀਂ ਮਲਾਕੀ ਦੀ ਕਿਤਾਬ ਨੂੰ ਪੜ੍ਹਦੇ ਹਾਂ, ਮਲਾਕੀ 2 ਅਧਿਆਏ ਉਹਦੀ 14-15 ਦੇ ਵਿੱਚ ਕੀ ਲਿਖਿਆ ਆ ਜਿਹੜਾ ਦੇਖਦੇ ਹਾਂ। ਮਲਾਕੀ 2 ਦੀ 14 ਔਰ 15 ਨੂੰ ਦੇਖਦੇ ਹਾਂ, ਉੱਥੇ ਲਿਖਿਆ ਆ, ਇਸ ਲਈ क्योंकि यहोवा तेरे और तेरी उस जवानी की संगनी और ब्याही हुई स्त्री के बीच साक्षी हुआ था, जिससे तूने विश्वासघात किया है। क्या उसने एक ही को नहीं बनाया जबकि और आत्माएं उसके पास थी। और देखो इसे साफ लिखा आया कि क्या उसने एक ही कोई नहीं बनाया, मतलब उन्हें एक ਨੂੰ ਹੀ ਨਹੀਂ ਬਣਾਇਆ ਤੁਹਾਡੇ ਲਈ, ਬਲਕਿ ਹੋਰ ਆਤਮਾ ਉਹਦੇ ਲਈ ਸੀ। ਅਗਰ ਪਰਮੇਸ਼ਵਰ ਚਾਹੁੰਦਾ ਤੇ ਕਿਸੇ ਇੱਕ ਬੰਦੇ ਕੋਲ ਉਹਨੇ 3-3 4-4 ਵੀ ਰੱਖ ਸਕਦਾ ਸੀਗਾ, ਲੇਕਿਨ ਨਹੀਂ। ਇੱਥੇ ਵਚਨ ਦੇ ਵਿੱਚ ਸਾਫ਼ ਲਿਖਿਆ ਆ ਕਿ क्या उसने एक ही को नहीं बनाया जबकि और आत्माएं उसके पास थी। ਪਰਮੇਸ਼ਵਰ ਨੇ ਸ਼ੁਰੂ ਤੋਂ, ਜਦੋਂ ਅਸੀਂ ਦੇਖਦੇ ਹਾਂ ਕਿ ਉਹਨੇ ਜਦੋਂ ਆਦਮ ਬਣਾਇਆ ਤਾਂ ਉਹਨੇ
ਨਰ ਔਰ ਨਾਰੀ ਜਦੋਂ ਬਣਾਏ ਆ ਤੇ ਆਦਮ ਦੀ ਪਤਲੀ ਦੇ ਵਿੱਚੋਂ ਪਤਲੀ ਲੈ ਕੇ ਇੱਕ ਔਰਤ ਬਣਾਈ, ਸਿਰਫ ਇੱਕ ਹੀ ਔਰਤ ਬਣਾਈ, ਉਹਨੇ 2 ਜਾਂ 4 ਨਹੀਂ ਬਣਾਈ, ਬਲਕਿ ਇੱਥੇ ਵਚਨ ਵੀ ਸਾਨੂੰ ਮਲਾਕੀ ਵੀ ਸਾਫ਼ ਸਮਝਾ ਰਿਹਾ ਹੈ, ਬਲਕਿ ਉਹਦੇ ਕੋਲ ਹੋਰ ਆਤਮਾएं ਸੀ, लेकिन उन्हें सिर्फ एक नू ही बनाया, इसलिए कि वह परमेश्वर के योग्य संतान चाहता था। ਜਦੋਂ ਬੰਦਾ ਕਿਸੇ ਇੱਕ ਦੇ ਨਾਲ ਵਫਾਦਾਰ ਰਹਿੰਦਾ ਹੈ ਨਾ, ਤੇ ਉਦੋਂ ਹੀ ਉਹ ਪਰਮੇਸ਼ਵਰ ਉਹਦੇ ਤੋਂ ਬਰਕਤਾਂ ਭਾਲਦਾ ਆ, ਕਿਉਂਕਿ ਬੰਦਾ ਵੀ ਉਸੇ ਦੇ ਨਾਲ ਵਫਾਦਾਰ ਵੀ ਰਹੂਗਾ और परमेश्वर के नाल वफादारी के नाल भी बनिया रहूगा, इसलिए कि वह परमेश्वर के योग्य संतान चाहता है। इसलिए तुम अपनी आत्मा के विषय में चौकस रहो और तुम में से कोई अपनी जवानी की स्त्री से विश्वासघात ना करे। ऐसे साफ लिखा है। हुण जदों व्यभिचार दे विच आउंदा है कि एक नू मतलब ब्याह के असीं घरे ले आंदा आ, फिर असीं ओनू छड्ड के असीं दूसरे दे मगर जा रहे हैं, ओनू छड्ड के फिर असीं तीसरे दे मगर जा रहे हैं। ये एक शरीर दी अभिलाषा है जिसनू व्यभिचार कहा गया है और ये सब तो वड्डा पाप है। परमेश्वर दा साफ वचन कहंदा आ, जदों असीं पौलुस दी पत्री पढ़दे हां उहदे विच भी साफ लिखिया आ कि व्यभिचार तो बचे रहो। जदों भी असीं पाप दा जिक्र सुणदे हां, असीं पौलुस दी किताब दे विच कोई भी पत्री दे विच चक के असीं जदों पढ़दे हां, सब तो पहला व्यभिचार उपर आउंदा है, उस तो बाद बाकी दूसरे पाप आउंदे आ। सब तो पहला पाप आउंदा है व्यभिचार, कि व्यभिचार से बचे रहो। तुसीं देखो कि असीं अज किस पासे नूं जा रहे हां, असीं किस वे वल नूं जा रहे हां। परमेश्वर ने सानू एक साथी दिता, साडा सहायक दिता। अज असीं ओहदे नाल वफादार नहीं है ते असीं कित्थों बरकतां लै लवांगे। अगर जदों असीं ओहदे नाल वफादार रवांगे तद ही परमेश्वर साडे वल ध्यान देऊगा, क्योंकि परमेश्वर चाहुंदा है, कहंदा कि मैं परमेश्वर यानी परमेश्वर दे लायक एक संतान चाहुंदा आ जिहड़ी ओहदे लायक बन सके वफादारी दे नाल चल के। हुण इसे तरह अगे देखदे हां असीं कि झूठ बोलना, झूठ बोलना जिहड़ा हैगा आ, एक झूठ नूं बोलण लई बंदे नूं 100 झूठ बोलना पैंदा है। ये भी एक गुलामी है। एक झूठ नूं छुपाउण दे लई बंदे नूं 100 झूठ बोलना पैंदा है, ये गुलामी है। जदों याकूब थी, याकूब ने एसाव दे नाल अपनी मां दी कुख दे विच ही दोनों लड़दे सीगे और जदों वो बाहर आए वो फिर भी आपस च एक दूजे दे नाल लड़दे रहिंदे हुंदे सीगे कि वड्डा मैं आ, वड्डा मैं आ। याकूब ने एसाव दीयां बरकतां धोखे दे नाल लै लईआं सी, फिर वो धोखा करके आपदियां बरकतां लैके चला गया है। उन्हें झूठ बोल के उन्हें अपने प्यो नूं कहा कि मैं एसाव आ, ते उन्हें अपनियां बरकतां लै लईआं उतों। और उस तो बाद जदों वो अपने मामे दे घर लबान दे घरे गया, उत्थे भी जाके उन्हें झूठ बोलिया और उत्थे भी झूठ बोल के रहन लग पिया। मतलब उन्हें एक झूठ नूं छुपाउण लगे बहुत सारे झूठ बोलदा गया और ਉਹਦੇ ਨਾਲ भी धोखा होया। ਅਸੀਂ देखते हैं मत्ती दी किताब ਉਹਦਾ 5 अध्याय मत्ती दी किताब 5 अध्याय ਉਹਦੀ 37 अध्याय ਦੇ ਵਿੱਚ देखते हैं। परंतु तुम्हारी बात हाँ की हाँ या नहीं की नहीं हो, क्योंकि जो कुछ इससे अधिक होता है वो बुराई से ही होता है। और इत्थे साफ लिखा है, परमेश्वर दा वचन कहंदा है कि तुहाडी गल हाँ दी हाँ ते ना दी ना दे विच होवे। हुण एक झूठ बोलण वाला बंदा एक झूठ नूं छुपाउण लई 100 झूठ बोलदा आ, ते परमेश्वर ने इत्थे साफ लिखिया आ कि तुहाडी गल हाँ दी हाँ दे विच ते ना दी ना दे विच होवे। मतलब तुहानूं झूठ बोलण दी जरूरत ही नहीं है। अगर तुसीं किते जा रहे हो या किते कुछ काम है, तुसीं सीधा दसो भी असीं उत्थे जा रहे हैं, हाँ ते हाँ, या नहीं है ते नहीं है। मतलब सानू झूठ बोलण दी जरूरत नहीं है, क्योंकि बंदा की करदा है कि जदों एक झूठ नूं छुपाउण दे लई बार-बार झूठ बोलना पैंदा है, वो गुलाम बन जांदा है झूठ दा। जदों वो गुलाम बन जांदा है तां ओहदा आदी बन जांदा है, वो हर पासे झूठ बोलदा है। वो अपने जीवन दे विच मतलब इन्ना झूठ बोलदा है कि उहनूं उस झूठ तो आदत बन के ਉਹਦਾ ਆਦੀ बन के ਉਹਦਾ गुलाम बन के ਜਦੋਂ ਰਹਿ ਜਾਂਦਾ ਆ, ਉਸ ਤੋਂ ਬਗੈਰ ਉਹ ਕੁਝ ਬੋਲ ਹੀ ਨਹੀਂ ਸਕਦਾ। हर गल ते उन्हें पैर पैर ते झूठ बोलना है।
ਇਹ ਵੀ ਇੱਕ ਗੁਲਾਮੀ ਹੈ। ਤੇ ਕੀ ਅੱਜ ਅਸੀਂ ਇਹ ਜੋ ਚੀਜ਼ਾਂ ਦੇਖੀਆਂ ਕਿ ਨਸ਼ਾ, ਪੈਸਾ, ਵਿਅਭਿਚਾਰ ਔਰ ਝੂਠ ਬੋਲਣਾ, ਅਜੇ ਸਿਰਫ 4 ਚੀਜ਼ਾਂ ਦੇਖੀਆਂ, ਕੀ ਅਸੀਂ ਇਹਨਾਂ ਦੇ ਵਿੱਚੋਂ ਬਾਹਰ ਹੈ? ਕੀ ਅੱਜ ਅਸੀਂ ਇਹਨਾਂ ਦੇ ਗੁਲਾਮ ਹੈ ਜਾਂ ਇਹਨਾਂ ਤੋਂ ਬਾਹਰ ਹੈ, ਆਜ਼ਾਦ ਹੈ ਅਸੀਂ? ਅਗਲਾ ਦੇਖਦੇ ਹਾਂ ਦੋਸ਼ ਲਗਾਉਣਾ। ਦੋਸ਼ ਲਗਾਉਣਾ, ਸਭ ਤੋਂ ਪਹਿਲਾਂ ਦੋਸ਼ ਪਤਾ ਕਿਹਨੇ ਕਿਸ ਤੇ ਲਗਾਇਆ ਸੀਗਾ? ਸਭ ਤੋਂ ਪਹਿਲਾਂ ਦੋਸ਼ ਪਰਮੇਸ਼ਵਰ ਦੇ ਉੱਤੇ ਲੱਗਾ ਸੀਗਾ, ਔਰ ਪਰਮੇਸ਼ਵਰ ਦੇ ਉੱਤੇ ਦੋਸ਼ ਲਗਾਉਣ ਵਾਲਾ ਆਦਮ ਸੀ। ਜਿਸਨੇ ਪਰਮੇਸ਼ਵਰ ਨੇ ਜਿਸ ਆਦਮ ਨੂੰ ਬਣਾਇਆ, ਉਸੇ ਆਦਮ ਨੇ ਪਰਮੇਸ਼ਵਰ ਦੇ ਉੱਤੇ ਦੋਸ਼ ਲਗਾਇਆ। ਜਦੋਂ ਪਰਮੇਸ਼ਵਰ ਨੇ ਪੁੱਛਿਆ ਕਿ ਜਿਹੜੇ ਫਲ ਨੂੰ ਖਾਣ ਤੋਂ ਮੈਂ ਤੁਹਾਨੂੰ ਮਨਾ ਕੀਤਾ ਸੀਗਾ, ਕੀ ਤੁਸੀਂ ਉਹ ਖਾਧਾ? ਆਦਮ ਨੇ ਦੋਸ਼ ਲਗਾਇਆ ਕਿ ਜਿਹੜੀ ਇਸਤਰੀ ਤੂੰ ਮੇਰੇ ਲਈ ਬਣਾਈ ਸੀ, ਉਸੇ ਹੀ ਇਸਤਰੀ ਨੇ ਮੈਨੂੰ ਖਿਲਾਇਆ। ਆਦਮ ਨੇ ਦੋਸ਼ ਲਗਾਤਾ ਪਰਮੇਸ਼ਵਰ ਦੇ ਉੱਤੇ। ਫਰੀਸੀ ਔਰ ਸਦੂਕੀ ਯਿਸੂ ਮਸੀਹ ਦੇ ਉੱਤੇ ਝੂਠੇ ਦੋਸ਼ ਲਗਾਉਂਦੇ ਸੀਗੇ। ਇਹ ਜਿਹੜਾ ਦੋਸ਼ ਲਗਾਉਣਾ ਆ, ਇਹ ਸਾਡੀ ਚੱਲਿਆ ਹੀ ਆ ਰਿਹਾ ਹੈ। ਆਪਣੀਆਂ ਗਲਤੀਆਂ ਨੂੰ ਛੁਪਾਉਣਾ ਔਰ ਆਪਣੀਆਂ ਗਲਤੀਆਂ ਨੂੰ ਛੁਪਾ ਕੇ ਦੂਸਰੇ ਦਾ ਉੱਤੇ ਇਲਜ਼ਾਮ ਲਗਾਉਣਾ। ਔਰ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਅਗਰ ਤੇਰੇ ਤੋਂ ਗਲਤੀ ਹੋਈ ਤੂੰ ਕਬੂਲ ਕਰ। ਔਰ ਅੱਜ ਸਾਡੇ ਤੋਂ ਜਦੋਂ ਕੋਈ ਗਲਤੀ ਹੁੰਦੀ ਹੈ, ਅਸੀਂ ਪਰਮੇਸ਼ਵਰ ਦੇ ਮੂਹਰੇ ਦੁਆ ਕਰਨ ਬੈਠ ਜਾਂਦੇ ਕਿ ਪ੍ਰਭੂ ਮੇਰੇ ਤੋਂ ਇਹ ਗਲਤੀ ਹੋ ਗਈ ਹੈ। ਲੇਕਿਨ ਅਗਰ ਕੋਈ ਗਲਤੀ ਐਸੀ ਹੋ ਜਾਵੇ, ਕਿਸੇ ਇਨਸਾਨ ਦੇ ਨੁਕਸਾਨ ਹੋ ਗਿਆ ਆ, ਅਸੀਂ ਉਹ ਕਬੂਲ ਹੀ ਨਹੀਂ ਕਰਦੇ। ਸਾਨੂੰ ਪਰਮੇਸ਼ਵਰ ਤੋਂ ਡਰ ਲੱਗਦਾ, ਉਸ ਇਨਸਾਨ ਤੋਂ ਡਰ ਨਹੀਂ ਲੱਗਦਾ। ਬਲਕਿ ਪਰਮੇਸ਼ਵਰ ਕਹਿੰਦਾ ਕਿ ਮੈਂ ਤੈਨੂੰ ਆਪਣੇ ਸਰੂਪ 'ਚ ਬਣਾਇਆ। ਉਹ ਵੀ ਰੱਬ ਹੈ, ਪਰਮੇਸ਼ਵਰ ਉਹਦੇ ਵਿੱਚ ਵੀ ਵਾਸ ਕਰਦਾ ਹੈ। ਪਰਮੇਸ਼ਵਰ ਉਹਦੇ ਵਿੱਚ ਵੀ ਵਾਸ ਕਰਦਾ ਹੈ, ਔਰ ਪਰਮੇਸ਼ਵਰ ਸਾਨੂੰ ਦੇਖਦਾ ਆ ਕਿ ਅੱਜ ਅਸੀਂ ਕਿਸ ਤਰ੍ਹਾਂ ਉਹਦੇ ਨਾਲ ਚੱਲ ਰਹੇ ਹਾਂ, ਪਰਮੇਸ਼ਵਰ ਦੇ ਨਾਲ ਚੱਲ ਰਹੇ ਹਾਂ। ਸਾਨੂੰ ਮਤਲਬ ਦੋਸ਼ ਲਗਾਉਣ ਵਾਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਦੋਸ਼ ਨਾ ਲਗਾਓ, ਕਿ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। ਅਗਰ ਅਸੀਂ ਦੋਸ਼ ਲਗਾਵਾਂਗੇ ਤਾਂ ਸਾਡੇ ਉੱਤੇ ਵੀ ਦੋਸ਼ ਲੱਗਣਗੇ। ਅਗਲਾ ਜਿਹੜਾ ਪੁਆਇੰਟ ਹੈ, ਝਗੜਾ। ਅੱਜ ਸਾਡੇ ਅੰਦਰ ਬਹੁਤ ਝਗੜੇ, ਲੜਾਈਆਂ ਬਹੁਤ ਆਮ ਗੱਲਾਂ ਆ। ਪਾਸਟਰ ਦੇ ਨਾਲ ਝਗੜ ਰਿਹਾ, ਕਲੀਸਿਆ ਦੇ ਨਾਲ ਝਗੜ ਰਹੀ ਹੈ, ਹਰ ਪਾਸੇ ਮਤਲਬ ਲੜਾਈਆਂ ਬਹੁਤ ਚੱਲ ਰਹੀਆਂ। ਤੁਹਾਨੂੰ ਪਤਾ ਹੈ ਕਿ ਯਾਕੂਬ ਔਰ ਏਸਾਵ ਦਾ ਵੀ ਬਹੁਤ ਲੜਾਈ ਝਗੜਾ ਰਹਿੰਦਾ ਹੁੰਦਾ ਸੀਗਾ। ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਹੁੰਦੇ ਸੀਗੇ ਹਰ ਗੱਲ ਦੇ ਉੱਤੇ। ਜਦੋਂ ਅਸੀਂ ਗਿਣਤੀ ਦੀ ਕਿਤਾਬ 1 ਤੋਂ 16 ਅਧਿਆਏ, ਗਿਣਤੀ ਦੀ ਕਿਤਾਬ 16 ਅਧਿਆਏ 1 ਤੋਂ 35 ਤੱਕ ਪੜ੍ਹਦੇ ਆ, ਉਹਦੇ ਵਿੱਚ ਕੋਹਰਾ ਨਾਮ ਦਾ ਇੱਕ ਬੰਦਾ ਆ, ਜਿਹਨੇ ਆਪਣਾ ਇੱਕ ਝੁੰਡ ਬਣਾ ਲਿਆ। ਝੁੰਡ ਬਣਾ ਕੇ ਮੂਸਾ ਦੇ ਨਾਲ ਲੜਨ ਵਾਸਤੇ ਆ ਗਿਆ। ਜਿਹੜਾ ਉਹਨਾਂ ਨੂੰ ਲੈ ਕੇ ਆਇਆ ਕੱਢ ਕੇ, ਜਿਹੜਾ ਮੂਸਾ ਉਹਨਾਂ ਨੂੰ ਲੈ ਕੇ ਆਇਆ ਸੀ ਕੱਢ ਕੇ, ਉਹ ਉਹਨਾਂ ਦੇ ਨਾਲ ਹੀ ਉਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਸੀਗਾ। ਚਲੋ ਆਪਾਂ ਪੜ੍ਹ ਕੇ ਦੇਖ ਲੈਂਦੇ ਆ। ਗਿਣਤੀ ਦੀ ਕਿਤਾਬ 16 ਅਧਿਆਏ, ਇੱਥੇ ਸਾਫ਼ ਹੈਡਿੰਗ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ, ਕੋਰਾ, ਦਾਤਾਨ ਔਰ ਅਬੀਰਾਮ ਦਾ ਬਲਵਾ। ਆਪਾਂ ਇਸ ਨੂੰ 14ਵੀਂ ਆਇਤ ਤੋਂ ਦੇਖਦੇ ਆ। फिर तूने हमें ऐसे देश में जहां दूध और मधु की धाराएं बहती है नहीं पहुंचाया, और ना हमें खेतों और दाख की बारियों के अधिकारी किया। क्या तू इन लोगों की आंखों में धूल डालेगा? हम तो नहीं आएंगे। और देख लो, ये लोग मूसा के खिलाफ चल रहे थे। ਇਹ ਲੋਕੀ ਇੱਥੇ ਜਦੋਂ ਆਪਾਂ ਸਟਾਰਟਿੰਗ ਪੜ੍ਹਦੇ ਆ, ਸਟਾਰਟਿੰਗ ਦੇ ਵਿੱਚ ਲਿਖਿਆ ਹੋਇਆ ਆ ਕਿ ਵੀ ਇਹਨਾਂ ਤਿੰਨਾਂ ਲੋਕਾਂ ਨੇ ਮਿਲ ਕੇ ਇੱਕ ਮੰਡਲੀ ਬਣਾ ਲਈ ਔਰ ਉਨ ਸਾਰਿਆਂ ਲੋਕਾਂ ਨੂੰ ਇਕੱਠੇ ਕਰ ਲਿਆ ਔਰ ਉਹ ਮੂਸਾ ਦੇ ਖਿਲਾਫ ਕਰਨ ਲੱਗ ਪਏ। ਮੂਸਾ ਦੇ ਖਿਲਾਫ ਕਰਨ ਲੱਗ ਪਏ, ਲੜਾਈਆਂ ਕਰਨ ਲੱਗ ਪਏ। ਔਰ ਜਦੋਂ 20 ਆਇਤ ਦੇ ਵਿੱਚ ਪੜ੍ਹਦੇ ਆ ਅਸੀਂ, 20 ਆਇਤ ਦੇ ਵਿੱਚ ਲਿਖਿਆ ਹੈ, तब यहोवा ने मूसा और हारून से कहा, उस मंडली के बीच से अलग हो कि मैं उन्हें पल भर में भस्म कर डालूं। ਜਦੋਂ ਇਹਨਾਂ ਲੋਕਾਂ ਨੇ ਮੂਸਾ ਦੇ ਨਾਲ ਬਲਵਾ ਕਰਨਾ ਜਾਂ ਲੜਾਈ ਕਰਨੀ ਸ਼ੁਰੂ ਕੀਤੀ, ਝਗੜਾ ਕਰਨਾ ਸ਼ੁਰੂ ਕੀਤਾ, ਤੇ ਪਰਮੇਸ਼ਵਰ ਨੂੰ ਗੁੱਸਾ ਆ ਗਿਆ। ਜਦੋਂ ਅਸੀਂ ਰੱਬ ਦੇ ਦਾਸ ਦੇ ਖਿਲਾਫ ਕੁਝ ਬੋਲਦੇ ਆ, ਗਲਤ ਬੋਲਦੇ ਆ, ਉਹ ਰੱਬ ਦਾ ਦਾਸ ਸੱਚਾ ਹੈ ਲੇਕਿਨ ਅਸੀਂ ਉਹਦੇ ਖਿਲਾਫ ਗਲਤ ਬੋਲਦੇ ਆ, ਤਦ ਪਰਮੇਸ਼ਵਰ ਵੀ ਕ੍ਰੋਧਿਤ ਹੋ ਜਾਂਦਾ ਹੈ। ਪਰਮੇਸ਼ਵਰ ਨੂੰ ਗੁੱਸਾ ਆ ਜਾਂਦਾ ਹੈ। ਔਰ ਜਦੋਂ ਪਰਮੇਸ਼ਵਰ ਨੂੰ ਗੁੱਸਾ ਆਉਂਦਾ ਆ ਤੇ ਉਹ ਕਿਸ ਤਰ੍ਹਾਂ ਦਾ ਰੂਪ ਦਿਖਾਉਂਦਾ ਹੈ ਆਪਣਾ। ਜੋ ਅਸੀਂ ਪੜ੍ਹਦੇ ਹਾਂ, ਉਹਨੇ ਕੀ ਕੀਤਾ ਕਿ
ਉਹ ਜਿਹੜੇ ਬਲਵਾ ਕਰਨ ਵਾਲੇ ਸੀ ਨਾ, ਉਹ ਸਾਰਿਆਂ ਨੂੰ ਜ਼ਮੀਨ ਥੱਲਿਓਂ ਖੁੱਲ ਗਈ ਸੀਗੀ। ਉਹ ਆਪਣੇ ਆਪਣੇ ਤੰਬੂ ਦੇ ਬਾਹਰ ਖੜੇ ਸੀਗੇ, ਜ਼ਮੀਨ ਖੁੱਲ ਗਈ, ਉਹ ਤੰਬੂ ਦੇ ਸਮੇਤ ਹੀ ਪੂਰੇ ਪਰਿਵਾਰ ਦੇ ਸਮੇਤ, ਉਹ ਕੱਲਾ ਨਹੀਂ, ਪੂਰੇ ਪਰਿਵਾਰ ਦੇ ਸਮੇਤ ਜ਼ਮੀਨ ਦੇ ਵਿੱਚ ਚਲੇ ਗਏ। ਮਤਲਬ ਇਹ ਸੀਗਾ ਝਗੜਾ ਕਰਨਾ। ਯਾਨੀ ਅੱਜ ਅਸੀਂ ਅਗਰ ਅਸੀਂ ਪ੍ਰੇਮ ਕਰਦੇ ਹਾਂ ਕਿਸੇ ਨੂੰ, ਤੇ ਉਸ ਭਰਾ ਦੇ ਨਾਲ ਸਾਡਾ ਝਗੜਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਛੋਟੇ ਬੱਚੇ ਦੇਖੇ ਤੁਸੀਂ, ਛੋਟੇ ਬੱਚੇ ਜਦੋਂ ਲੜਾਈ ਹੁੰਦੀ ਉਹਨਾਂ ਦੇ ਵਿੱਚ, ਕਿਸੇ ਖੇਲ ਦੇ ਵਿੱਚ ਉਹ ਲੜ ਪੈਂਦੇ ਆ, ਉਹਨਾਂ ਦੀ ਲੜਾਈ ਹੋ ਜਾਂਦੀ ਹੈ, ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਉਹਨਾਂ ਦੀ ਲੜਾਈ ਹੁੰਦੀ ਹੈ ਅੱਧੇ ਘੰਟੇ ਦੀ, ਘੰਟੇ ਦੀ ਜਾਂ 2 ਘੰਟੇ ਦੀ। ਜਦੋਂ ਉਹਨਾਂ ਨੇ ਦੇਖਣਾ ਕਿ ਅਸੀਂ ਲੜ ਪਏ ਆ, ਤੇ ਉਹਨੂੰ ਪਰੇ ਕਰ ਦਿੰਦੇ ਕਿ ਇਹਨੂੰ ਨਹੀਂ ਖਲਾਉਣਾ, ਇਹ ਸਾਡੇ ਨਾਲ ਲੜਿਆ ਆ। ਤੇ ਜਦੋਂ ਬਾਅਦ ਚ ਦੇਖਦੇ ਵੀ ਉਹ ਕੱਲਾ ਖੜਾ ਆ ਤੇ ਅਸੀਂ ਸਾਰੇ ਖੇਡਦੇ ਪਏ ਆ, ਉਹਨੂੰ ਵਾਪਸ ਬੁਲਾ ਲੈਂਦੇ ਆ ਆਪਣੇ ਨਾਲ। ਉਹਨਾਂ ਦਾ ਜਿਹੜੀ ਲੜਾਈ ਹੁੰਦੀ ਉਹ ਖਤਮ ਹੋ ਜਾਂਦੀ ਹੈ। ਅੱਜ ਸਾਡੇ ਅੰਦਰ ਇਹ ਲੜਾਈਆਂ ਖਤਮ ਨਹੀਂ ਹੁੰਦੀਆਂ। ਅੱਜ ਸਾਡੇ ਅੰਦਰ ਇਹ ਲੜਾਈਆਂ ਖਤਮ ਨਹੀਂ ਹੋ ਰਹੀਆਂ, ਬਲਕਿ ਇਹ ਲੜਾਈਆਂ ਵੱਧ ਰਹੀਆਂ ਆ। ਇੱਕ ਈਗੋ ਦਾ ਮਤਲਬ ਬਣਦੀ ਜਾ ਰਹੀ ਹੈ ਸਾਡੇ ਅੰਦਰ। ਉਸ ਲੜਾਈ ਨੂੰ ਹੋਰ ਅਸੀਂ ਮਤਲਬ ਕਹਿੰਦੇ ਆ ਕਿ ਸਾਡੇ ਅੰਦਰ ਆਕੜ ਆ ਜਾਂਦੀ ਇੰਨੀ ਕੁ ਕਿ ਇਹ ਬੰਦਾ ਸਾਡੇ ਨਾਲ ਲੜਿਆ ਜਾਂ ਸਾਨੂੰ ਬੋਲਿਆ, ਤੇ ਕਿਸ ਤਰ੍ਹਾਂ ਬੋਲਿਆ, ਅਸੀਂ ਇਹਨੂੰ ਬੁਲਾਉਣਾ ਹੀ ਨਹੀਂ ਹੈ, ਕਦੀ ਵੀ ਨਹੀਂ ਮਾਫ ਕਰਨਾ। ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜਿਹੜਾ ਲੜਾਈ ਝਗੜਾ ਇਹ ਹੋਣਾ ਨਹੀਂ ਚਾਹੀਦਾ। ਕਹਿੰਦਾ ਕਿ ਤੁਹਾਡੇ ਅੰਦਰ ਲੜਾਈਆਂ ਝਗੜੇ ਕਿੱਥੋਂ ਆ ਗਏ, ਕਿੱਥੋਂ ਆ ਗਏ ਹੈ? ਕਿਉਂਕਿ ਜਦੋਂ ਅਸੀਂ ਝੂਠ ਬੋਲਣਾ ਸ਼ੁਰੂ ਕਰਦੇ ਹਾਂ ਜਾਂ ਸਾਡੇ ਅੰਦਰ ਲਾਲਚ ਆ ਜਾਂਦਾ ਕਿਸੇ ਚੀਜ਼ ਦਾ, ਤਦ ਹੀ ਇਦਾਂ ਦੀਆਂ ਚੀਜ਼ਾਂ ਸਾਡੇ ਅੰਦਰ ਆਉਂਦੀਆਂ। ਅਗਲਾ ਹੈ ਈਰਸ਼ਾ। ਈਰਸ਼ਾ ਮਤਲਬ ਜਿਹੜਾ ਸ਼ਬਦ ਆ, ਯਾਨੀ ਕਿਸੇ ਤੋਂ ਜਲਨ ਰੱਖਣੀ। ਕੈਨ ਔਰ ਹਾਬਿਲ ਦਾ ਉਦਾਹਰਣ ਹੈ। ਜਦੋਂ ਪਰਮੇਸ਼ਵਰ ਨੇ ਹਾਬਿਲ ਦੀ ਭੇਡ ਨੂੰ ਸਵੀਕਾਰ ਕੀਤਾ ਤੇ ਕੈਨ ਦੀ ਭੇਡ ਨੂੰ ਸਵੀਕਾਰ ਨਹੀਂ ਕੀਤਾ, ਤੇ ਕੈਨ ਹਾਬਿਲ ਤੋਂ ਜਲਨ ਕਰਨ ਲੱਗ ਪਿਆ। ਜਦੋਂ ਉਹ ਜਲਨ ਕਰਨ ਲੱਗ ਪਿਆ ਕਿ ਵੀ ਪਰਮੇਸ਼ਵਰ ਨੇ ਇਹਦੀ ਭੇਡ ਨੂੰ ਸਵੀਕਾਰ ਕੀਤਾ, ਮੇਰੀ ਭੇਡ ਨੂੰ ਸਵੀਕਾਰ ਨਹੀਂ ਕੀਤਾ, ਉਹਨੇ ਜਲਨ ਦੇ ਵਿੱਚ, ਗੁੱਸੇ ਦੇ ਵਿੱਚ ਆ ਕੇ ਆਪਣੇ ਭਰਾ ਨੂੰ ਮਾਰ ਦਿੱਤਾ, ਔਰ ਆਪਣੇ ਭਰਾ ਨੂੰ ਮਾਰ ਦਿੱਤਾ। ਔਰ ਉਸ ਤੋਂ ਬਾਅਦ ਇੱਕ ਹੋਰ ਉਦਾਹਰਨ ਦੇਖਦੇ ਹਾਂ, ਉਜਾੜੂ ਪੁੱਤਰ। ਜਿਹੜਾ ਉਜਾੜੂ ਪੁੱਤਰ ਸੀ, ਉਹਦੇ ਭਰਾ ਦੀ ਗੱਲ ਕਰ ਰਹੇ ਹਾਂ। ਉਜਾੜੂ ਪੁੱਤਰ ਉਜਾੜ ਕੇ ਆਪਣਾ ਸਾਰਾ ਕੁਝ ਜਦੋਂ ਵਾਪਸ ਆਉਂਦਾ ਹੈ, ਔਰ ਉਹਦੇ ਪਿਓ ਨੇ ਉਹਨੂੰ ਅਸੈਪਟ ਕਰ ਲਿਆ, ਉਹਨੂੰ ਲੈ ਲਿਆ, ਗ੍ਰਹਿਣ ਕਰ ਲਿਆ, ਤੇ ਜਿਹੜਾ ਉਹਦਾ ਭਰਾ ਸੀ ਉਹ ਉਹਦੇ ਤੋਂ ਜਲਨ ਕਰਨ ਲੱਗ ਪਿਆ। ਕਹਿੰਦਾ ਕਿ ਮੈਂ ਜਦੋਂ ਆਪਣੇ ਪਿਤਾ ਦੇ ਨਾਲ ਗੱਲ ਕਰਦਾ, ਕਹਿੰਦਾ ਕਿ ਜਦੋਂ ਮੈਂ ਤੇਰੇ ਕੋਲ ਸੀ, ਮੈਂ ਕਦੀ ਵੀ ਤੈਨੂੰ ਇਦਾਂ ਨਹੀਂ ਕਿਹਾ ਕਿ ਵੀ ਤੂੰ ਮਤਲਬ ਵੀ ਮੇਰੇ ਲਈ ਬੈਲ ਵੱਢ ਜਾਂ ਮੇਰੇ ਲਈ ਆਹ ਕੁਛ ਕਰ। ਮੈਂ ਤੇਰੇ ਤੋਂ ਪੈਸੇ ਲੈ ਕੇ ਅਲੱਗ ਵੀ ਨਹੀਂ ਹੋਇਆ, ਤੇ ਨਾ ਵੀ ਤੈਨੂੰ ਮੈਂ ਛੱਡ ਕੇ ਕਦੀ ਗਿਆ ਆ। ਕਹਿੰਦਾ ਇਹ ਤੈਨੂੰ ਛੱਡ ਕੇ ਚਲਾ ਗਿਆ ਸੀਗਾ, ਜਦੋਂ ਹੁਣ ਆਇਆ ਆ ਸਾਰਾ ਕੁਝ ਉਜਾੜ ਕੇ, ਤੂੰ ਫੇਰ ਵੀ ਇਹਦੇ ਲਈ ਮਤਲਬ ਆਪਣੇ ਜਿਹੜਾ ਬੈਲ ਆ ਉਹ ਕੱਟਿਆ, ਬਣਾਇਆ, ਖੁਸ਼ੀਆਂ ਮਨਾ ਰਿਹਾ। ਮਤਲਬ ਦੇਖ ਰਹੇ ਕਿ ਦੂਸਰਾ ਭਰਾ ਕਿਸ ਤਰ੍ਹਾਂ ਜੈਲਸ ਕਰ ਰਿਹਾ ਹੈ। ਮਤਲਬ ਜੈਲਸ ਜੋ ਹੈ ਉਹ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ, ਕੋਈ ਛੋਟੀ ਛੋਟੀ ਗੱਲ ਤੋਂ ਵੀ ਹੋ ਸਕਦੀ ਹੈ, ਕੋਈ ਵੱਡੀ ਗੱਲ ਤੋਂ ਵੀ ਹੋ ਸਕਦੀ ਹੈ। ਇਹ ਚੀਜ਼ਾਂ ਸਾਡੇ ਅੰਦਰ ਨਹੀਂ ਹੋਣੀਆਂ ਚਾਹੀਦੀਆਂ। ਕੀ ਅੱਜ ਅਸੀਂ ਜਲਨ, ਸਭ ਤੋਂ ਪਹਿਲਾ ਟੌਪਿਕ ਸੀਗਾ ਨਸ਼ਾ, ਦੂਸਰਾ ਪੈਸਾ, ਤੀਸਰਾ ਵਿਅਭਿਚਾਰ, ਚੌਥਾ ਝੂਠ ਬੋਲਣਾ, ਪੰਜਵਾਂ ਦੋਸ਼ ਲਗਾਉਣਾ, ਛੇਵਾਂ ਝਗੜਾ, ਤੇ ਫਿਰ ਈਰਸ਼ਿਆ। ਕੀ ਅਸੀਂ ਇਹਨਾਂ ਦੇ ਗੁਲਾਮ ਹੈ ਅੱਜ, ਜਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਚੁੱਕੇ ਹਾਂ? ਅੱਜ ਸਾਡੀ ਆਜ਼ਾਦੀ ਕਿੱਧਰ ਆ? ਅਸੀਂ ਪਰਮੇਸ਼ਵਰ ਦੇ ਵਿੱਚ ਆਜ਼ਾਦ ਆ ਜਾਂ ਗੁਲਾਮ ਆ? ਅਗਲਾ ਦੇਖਦੇ ਹਾਂ ਆਪਾਂ ਕ੍ਰੋਧ। ਯੂਸੁਫ ਔਰ ਉਹਦੇ ਭਰਾ। ਜਿਹੜੇ ਕ੍ਰੋਧ ਦਾ ਜਿਹੜਾ ਟੌਪਿਕ ਦਾ ਬਣਦਾ ਆ, ਉਹ ਯੂਸੁਫ ਔਰ ਉਹਦੇ ਭਰਾ ਸੀ। ਕਿਉਂਕਿ ਜਦੋਂ ਯੂਸੁਫ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਵੀ ਪਰਮੇਸ਼ਵਰ ਨੇ ਮੈਨੂੰ ਇੱਕ ਸੁਪਨਾ ਦਿਖਾਇਆ ਆ, ਕਿ ਜੋ ਮੇਰਾ ਸੁਪਨਾ ਆ ਉਹਦੇ ਵਿੱਚ ਇਦਾਂ ਆ ਕਿ ਵੀ ਮੈਂ ਤੁਹਾਡੇ ਉੱਤੇ ਰਾਜ ਕਰੂੰਗਾ। ਉਹਦੇ ਭਰਾ ਉਹਦੇ ਉੱਤੇ ਕ੍ਰੋਧ ਕਰਦੇ ਹੁੰਦੇ ਸੀਗੇ, ਗੁੱਸਾ ਕਰਦੇ ਹੁੰਦੇ ਸੀਗੇ ਕਿ ਤੂੰ ਸਾਰਿਆਂ ਨੂੰ ਛੋਟਾ ਆ ਤੇ ਤੂੰ ਸਾਡੇ ਉੱਤੇ ਰਾਜ ਕਰੇਗਾ। ਨਾਰਮਲੀ ਜੀ ਗੱਲ ਹੈ ਕਿ ਅਗਰ ਛੋਟਾ ਕਵੇ ਕਿ ਮੈਂ ਤੇਰੇ ਤੇ ਰਾਜ ਕਰੂੰਗਾ, ਤੇ ਵੱਡੇ ਨੂੰ ਕਹੂੰਗਾ ਕਿ ਤੂੰ ਮੇਰੇ ਗੁਲਾਮ ਬਣ ਕੇ ਰਹੂੰਗਾ, ਤੇ ਨਾਰਮਲੀ ਜੀ ਗੱਲ ਹੈ, ਗੁੱਸਾ ਕਿਸੇ ਨੂੰ ਵੀ ਆ ਸਕਦਾ। ਤੇ ਮੂਸਾ ਔਰ ਇਜ਼ਰਾਈਲੀ ਵੀ ਕੁਝ ਇਸੇ ਤਰ੍ਹਾਂ ਹੀ ਸੀਗੇ। ਜਿਹੜਾ ਮੂਸਾ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ ਸੀਗਾ, ਉਹ ਇਜ਼ਰਾਈਲੀ ਉਹਨਾਂ ਦੇ ਨਾਲ ਲੜਦੇ ਹੁੰਦੇ ਸੀ। ਜਿਹੜਾ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ, ਉਹੀ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹੁੰਦੇ ਸੀਗੇ। ਉਹ ਪਰਮੇਸ਼ਵਰ ਬਾਰ-ਬਾਰ ਆਪਣਾ ਕ੍ਰੋਧ ਉਹਨਾਂ ਤੇ ਦਿਖਾਉਂਦਾ ਸੀਗਾ, ਲੇਕਿਨ ਮੂਸਾ ਫਿਰ ਵੀ ਇੰਨਾ ਨਮਰ ਸੀ ਕਿ ਉਹ ਇਜ਼ਰਾਈਲੀਆਂ ਦੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ ਉਹ ਪਰਮੇਸ਼ਵਰ ਨੂੰ ਕ੍ਰੋਧ ਕਰਨ ਤੋਂ ਰੋਕਦਾ ਹੁੰਦਾ ਸੀਗਾ। ਤੇ ਇੱਕ ਹੋਰ ਹੈਗਾ ਕਿ ਫੇਮਸ ਹੋਣਾ। ਜਿੱਦਾਂ ਅੱਜ ਬਹੁਤ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਜਿੱਦਾਂ ਅੱਜ ਕੱਲ ਦੇਖਦੇ ਆਪਾਂ ਸ਼ਾਰਟ ਮੂਵੀ ਚੱਲ ਰਹੀਆਂ ਆ YouTube ਦੇ ਉੱਤੇ, ਸ਼ਾਰਟ ਵੀਡੀਓ ਬਣਾ ਕੇ ਪਾਉਂਦੇ ਆ, ਡਾਂਸ ਕਰਦੇ ਦੀਆਂ ਪਰ ਇਹ ਫੇਮਸ ਹੋਣਾ ਬਹੁਤ ਲੋਕੀ ਚਾਹੁੰਦੇ ਆ ਕਿ ਵੀ ਅਸੀਂ ਫਟਾਫਟ ਜਿੰਨੀ ਜਲਦੀ ਹੋ ਸਕੇ ਫੇਮਸ ਹੋ ਜਾਈਏ।
पर पता है कि एलेक्जेंडर द ग्रेट एक राजा सी, वो पूरी दुनिया ਨੂੰ ਜਿੱਤਣਾ ਚਾਹੁੰਦਾ ਸੀਗਾ। ਉਹਨੇ ਕਾਮਯਾਬ ਵੀ ਹੋਇਆ। ਉਹਨੇ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਕੀਤਾ। ਅੰਤ ਕੀ ਹੋਇਆ ਉਹਦਾ? ਕੁਛ ਨਹੀਂ। ਜਿੱਦਣ ਉਹ ਮਰਨ ਵਾਲਾ ਸੀ, ਉਹਨੇ ਮਰਨ ਤੋਂ ਪਹਿਲਾਂ ਉਹ ਆਪਣਾ ਸਭ ਕੁਝ ਜਾਣ ਗਿਆ ਸੀ ਕਿ ਵੀ ਕਿਸ ਤਰ੍ਹਾਂ ਕੀ ਹੋਣ ਵਾਲਾ ਹੈ। ਉਹਨੇ ਮਰਨ ਤੋਂ ਪਹਿਲਾਂ ਉਹਨੇ ਆਪਣੇ ਨਾਲ ਡਾਕਟਰ ਰੱਖੇ ਔਰ ਡਾਕਟਰਾਂ ਨੂੰ ਇੱਕ ਇੱਕ ਗੱਲ ਸਮਝਾਤੀ ਕਿ ਜਦੋਂ ਮੈਂ ਮਰਨਾ ਹੈ ਕਿਸ ਤਰ੍ਹਾਂ ਵੀ ਮਤਲਬ ਤੁਸੀਂ ਮੇਰੇ ਨਾਲ ਕਰਨਾ ਹੈ। ਕਹਿੰਦਾ ਕਿ ਜਦੋਂ ਮੈਨੂੰ ਤਬੂਤ ਦੇ ਵਿੱਚ ਰੱਖੋਗੇ ਨਾ, ਮੇਰੇ ਦੋਨੋਂ ਹੱਥ ਏਦਾਂ ਬਾਹਰ ਹੋਣੇ ਚਾਹੀਦੇ ਆ, ਤਬੂਤ ਦੇ ਵਿੱਚੋਂ ਬਾਹਰ ਨਿਕਲੇ ਹੋਣੇ ਚਾਹੀਦੇ ਔਰ ਖਾਲੀ ਏਦਾਂ ਖੁੱਲੇ ਹੋਏ ਹੋਣੇ ਚਾਹੀਦੇ ਆ। ਉਹ ਕਹਿੰਦਾ ਜਦੋਂ ਮੈਂ ਚੱਲਾਂ, ਜਦੋਂ ਮੇਰੀ ਅਰਥੀ ਲੈ ਕੇ ਤੁਸੀਂ ਚੱਲੋਗੇ, ਮੇਰੇ ਅੱਗੇ ਤੁਸੀਂ ਕੁਛ ਨਹੀਂ ਕਰਨਾ, ਬਸ ਜਿਹੜਾ ਮੇਰਾ ਖਜ਼ਾਨਾ ਆ ਉਹ ਸੱਟਦੇ ਹੋਏ ਜਾਣਾ ਆ। ਔਰ ਜਿਹੜੀ ਡਾਕਟਰਾਂ ਦੀ ਟੀਮ ਆ, ਕਹਿੰਦਾ ਇਹ ਮੇਰੇ ਨਾਲ ਨਾਲ ਚੱਲੇ, ਮੇਰੀ ਮਰਨ ਤੋਂ ਬਾਅਦ ਇਹੀ ਲਾਸਟ ਖੁਆਇਸ਼ ਆ। ਔਰ ਉਹਦਾ ਰੀਜ਼ਨ ਕੀ ਸੀ? ਕਹਿੰਦਾ ਜਿਹੜੇ ਡਾਕਟਰਾਂ ਦੇ ਉੱਤੇ ਮੈਂ ਭਰੋਸਾ ਰੱਖਿਆ ਸੀ ਉਹ ਮੇਰੇ ਨਾਲ ਚੱਲ ਰਹੇ ਆ, ਮੈਨੂੰ ਬਚਾ ਨਹੀਂ ਸਕੇ। ਮਤਲਬ ਉਹਦਾ ਭਰੋਸਾ ਡਾਕਟਰਾਂ ਤੇ ਸੀ, ਕਹਿੰਦਾ ਉਹ ਮੈਨੂੰ ਬਚਾ ਨਹੀਂ ਪਾਏ। ਤੇ ਖਾਲੀ ਹੱਥ ਬਾਹਰ ਕੱਢ ਕੇ ਜਾਣ ਦਾ ਮਤਲਬ ਇਹ ਸੀ, ਕਹਿੰਦਾ ਮੈਂ ਪੂਰੇ ਸੰਸਾਰ ਨੂੰ ਜਿੱਤ ਲਿਆ ਸੀ, ਲੇਕਿਨ ਖਾਲੀ ਹੱਥ ਜਾ ਰਿਹਾ ਹੈ, ਸੰਸਾਰ ਇੱਥੇ ਹੀ ਆ, ਕੁਛ ਫਾਇਦਾ ਨਹੀਂ ਹੋਇਆ, ਮੇਰੇ ਖਾਲੀ ਹੱਥ ਹੀ ਜਾ ਰਿਹਾ। ਪੈਸੇ ਅੱਗੇ ਅੱਗੇ ਸੱਟ ਕੇ ਜਾ ਰਿਹਾ ਸੀਗਾ ਕਿ ਦੇਖ ਲਓ ਇਹ ਚੀਜ਼ਾਂ ਇੱਥੇ ਹੀ ਰਹਿ ਗਈਆਂ, ਕਿਤੇ ਨਹੀਂ ਚੱਲੀਆਂ, ਇਹ ਇੱਥੇ ਹੀ ਪਈਆਂ। ਮੈਂ ਖਾਲੀ ਹੱਥ ਆਇਆ ਸੀਗਾ, ਖਾਲੀ ਹੱਥ ਜਾ ਰਿਹਾ। ਇਹ ਜਿਹੜਾ ਆਪਣੇ ਪਪੂਲੈਰਿਟੀ ਹੈ ਜਾਂ ਫੇਮਸ ਹੋਣਾ ਜਾਂ ਅਸੀਂ ਕੁਝ ਵੀ ਚੀਜ਼ਾਂ ਦੇਖਦੇ ਹਾਂ, ਇਹ ਚੀਜ਼ਾਂ ਦੇ ਵਿੱਚੋਂ ਕੀ ਅਸੀਂ ਅੱਜ ਆਜ਼ਾਦ ਹੈ ਜਾਂ ਗੁਲਾਮ ਹੈ? ਅੱਜ ਅਸੀਂ ਬੜਾ ਸ਼ੌਕ ਨਾਲ ਮਨਾਉਂਦੇ ਹਾਂ ਕਿ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀਗਾ, 74 ਸਾਲ ਅੱਜ ਆਜ਼ਾਦੀ ਨੂੰ ਹੋ ਗਏ ਆ, ਤੇ ਕੀ ਅਸੀਂ ਪਰਮੇਸ਼ਵਰ ਦੇ ਵਿੱਚ ਆਏ ਆ ਤੇ ਕੀ ਅਸੀਂ ਆਜ਼ਾਦ ਹੈ? ਪਰਮੇਸ਼ਵਰ ਦਾ ਵਚਨ ਜਿੱਦਾਂ ਕਿਹਾ ਸੀਗਾ ਕਿ ਯਹੋਨਾ 8:32 ਦੇ ਵਿੱਚ ਕਹਿੰਦਾ ਕਿ ਤੁਮ ਸत्य को जानोगे और सत्य तुम्हें स्वतंत्र करेगा। ਅੱਜ ਦੀ ਆਜ਼ਾਦੀ ਕੀ ਹੈ ਔਰ ਸੱਚਾਈ ਕੀ ਹੈ? ਅਸੀਂ ਦੇਖਦੇ ਹਾਂ ਪਹਿਲਾ ਯਹੋਨਾ 5 ਅਧਿਆਏ ਪਹਿਲਾ ਯਹੋਨਾ 5 ਅਧਿਆਏ ਉਹਦੀ 3 ਤੋਂ 5 ਦੇਖਦੇ ਹਾਂ। ਉਹਦੇ ਵਿੱਚ ਸਾਫ਼ ਲਿਖਿਆ ਆ, वचन ਦੇ ਵਿੱਚ ਲਿਖਿਆ ਆ, क्योंकि परमेश्वर से प्रेम रखना यह है कि हम उसकी आज्ञाओं को माने। परमेश्वर ਦੇ ਨਾਲ ਪ੍ਰੇਮ ਰੱਖਣ ਦਾ ਮਤਲਬ ਕੀ ਹੈ? ਕਿ ਅਸੀਂ ਉਹਦੀ ਆਗਿਆਵਾਂ ਨੂੰ ਮੰਨੀਏ। ਅਗਰ ਅਸੀਂ ਅੱਜ ਪਰਮੇਸ਼ਵਰ ਦੇ ਨਾਲ ਚੱਲਣਾ ਚਾਹੁੰਦੇ ਹਾਂ ਤੇ ਅਸੀਂ ਉਹਦੀ ਆਗਿਆ ਨੂੰ ਮੰਨੀਏ। ਅਸੀਂ ਅੱਜ ਪਰਮੇਸ਼ਵਰ ਦੇ ਵਚਨ ਦੇ ਵਿੱਚ ਚੱਲ ਰਹੇ ਹਾਂ, ਚਰਚ ਜਾ ਰਹੇ ਹਾਂ, ਬਪਤਿਸਮਾ ਲਿਆ ਹੋਇਆ ਆ, ਸਾਰਾ ਕੁਝ ਹੀ ਹੈ, ਤੇ ਲੇਕਿਨ ਅਸੀਂ ਉਹਦੇ ਹੁਕਮ ਨੂੰ ਪੂਰਾ ਕਰ ਰਹੇ ਹਾਂ। ਉਹਦਾ वचन कहता है क्योंकि परमेश्वर से प्रेम रखना यह है कि हम उसकी आज्ञाओं को माने। अगर ਅਸੀਂ ਸੱਚਮੁੱਚ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਦੇ ਹਾਂ ਤਾਂ ਉਹਦੀ ਆਗਿਆਵਾਂ ਨੂੰ ਮੰਨਣਾ। ਪ੍ਰੇਮ ਇਹਦੇ ਵਿੱਚ ਨਹੀਂ ਆ ਕਿ ਅਸੀਂ ਪਰਮੇਸ਼ਵਰ ਨੂੰ ਪ੍ਰੇਮ ਕੀਤਾ, ਪ੍ਰੇਮ ਇਸ ਦੇ ਵਿੱਚ ਹੈ ਕਿ ਉਸਨੇ ਸਾਨੂੰ ਪ੍ਰੇਮ ਕੀਤਾ। ਅੱਗੇ ਦੇਖਦੇ ਹਾਂ, ਔਰ ਉਸकी आज्ञाएं कठिन नहीं। ਵਚਨ ਸਾਫ਼ ਕਹਿੰਦਾ ਹੈ ਕਿ ਜਿਹੜੀਆਂ ਪਰਮੇਸ਼ਵਰ ਦੀਆਂ ਆਗਿਆ ਆ, ਜਿਹੜੇ ਪਰਮੇਸ਼ਵਰ ਦੇ ਹੁਕਮ ਆ, ਉਹ ਕਠਿਨ ਨਹੀਂ ਆ, ਬਿਲਕੁਲ ਆਸਾਨ ਹੈ। क्योंकि कुछ परमेश्वर से उत्पन्न हुआ है वह संसार पर जय प्राप्त करता है। जेड़ा कुछ भी परमेश्वर तो बनया आ वो सब कुछ की करता है, संसार दे उत्ते जित हासिल करता है। और वह विजय जिससे संसार पर जय प्राप्त होती है हमारा विश्वास है। यह साडा विश्वास। अगर साडा परमेश्वर दे उत्ते विश्वास है, असी नशे तो, ਅਸੀਂ ਪੈਸੇ ਤੋਂ, ਵਿਅਭਿਚਾਰ ਤੋਂ, ਝੂਠ ਬੋਲਣ ਤੋਂ, ਦੋਸ਼ ਲਗਾਉਣ ਤੋਂ, ਝਗੜਾ ਕਰਨ ਤੋਂ, ਈਰਸ਼ਿਆ, ਕ੍ਰੋਧ, ਫੇਮਸ ਹੋਣਾ, ਹੋਰ ਚੀਜ਼ਾਂ, ਇਹਨਾਂ ਚੀਜ਼ਾਂ ਤੋਂ ਆਜ਼ਾਦੀ ਪਾਵਾਂਗੇ। ਔਰ ਆਜ਼ਾਦੀ ਕਿਸ ਤਰ੍ਹਾਂ ਪਾ ਸਕਦੇ ਹਾਂ? ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ, ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖ ਕੇ। ਪਰਮੇਸ਼ਵਰ ਦੇ ਉੱਤੇ ਜਦੋਂ ਸਾਡਾ ਭਰੋਸਾ ਹੈ, ਵਿਸ਼ਵਾਸ ਹੈ ਔਰ ਪਰਮੇਸ਼ਵਰ ਦਾ ਪ੍ਰੇਮ ਸਾਡੇ ਅੰਦਰ ਬਣਿਆ ਹੈ, ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਆਜ਼ਾਦੀ ਪਾ ਲਵਾਂਗੇ। ਆਮੀਨ। ਅਸੀਂ ਕੀ ਇਹਨਾਂ ਚੀਜ਼ਾਂ ਤੋਂ ਆਜ਼ਾਦ ਹੈ ਜਾਂ ਇਹਨਾਂ ਚੀਜ਼ਾਂ ਦੇ ਗੁਲਾਮ ਹੈ? ਅੱਜ ਅਸੀਂ ਆਪਣੇ ਆਪ ਨੂੰ ਪਰਖਣਾ ਹੈ। ਸਭ ਤੋਂ ਪਹਿਲਾਂ ਇੱਕ ਗੱਲ ਹੈ, ਮੈਂ ਇੱਕ ਹੀ ਗੱਲ ਕਹੂੰਗਾ ਕਿ ਪਰਮੇਸ਼ਵਰ ਦਾ ਨੇ ਜਦੋਂ ਧਰਤੀ ਦੇ ਉੱਤੇ ਆਇਆ, ਪੈਦਾ ਹੋਇਆ, ਪੈਦਾ ਹੋਣ ਤੋਂ ਬਾਅਦ ਉਸਨੇ ਬਪਤਿਸਮਾ ਲਿਆ, 40 ਦਿਨਾਂ ਦੇ ਰੋਜ਼ੇ ਰੱਖੇ। ਰੋਜ਼ੇ ਰੱਖਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਚਾਰ ਕਿਹੜਾ ਕੀਤਾ ਸੀ ਉਹਨੇ?
ਕੋਈ ਦੱਸ ਸਕਦਾ ਹੈ ਕਿ ਸਭ ਤੋਂ ਪਹਿਲਾਂ ਉਹਨੇ ਪ੍ਰਚਾਰ ਕਿਹੜਾ ਕੀਤਾ ਸੀਗਾ? ਬ੍ਰਦਰ ਡੈਨੀਅਲ? आवाज आ रही है? आवाज आ रही सुलेमान, कैरी ऑन। ਹਾਂਜੀ, ਮੈਂ ਇਹ ਪੁੱਛਣਾ ਸੀਗਾ ਕਿ ਸਭ ਤੋਂ ਪਹਿਲਾਂ ਯਿਸੂ ਮਸੀਹ ਨੇ ਪ੍ਰਚਾਰ ਕਿਹੜਾ ਕੀਤਾ ਸੀਗਾ? ਸਭ ਤੋਂ ਫਸਟ ਪ੍ਰਚਾਰ ਮਨ ਪਰਿਵਰਤਨ ਦਾ। ਪਰਮੇਸ਼ਵਰ ਨੇ ਵਚਨ ਦੇ ਵਿੱਚ ਕਿਹਾ ਸੀਗਾ ਕਿ ਆਪਣਾ ਮਨ ਫਿਰਾਓ। ਅਸੀਂ ਅੱਜ ਪਰਮੇਸ਼ਵਰ ਦੇ ਵਿੱਚ 10 ਸਾਲ ਹੋ ਗਏ ਸਾਨੂੰ ਚਲਦਿਆਂ ਨੂੰ, ਲੇਕਿਨ ਕੀ ਅਸੀਂ ਅੱਜ ਆਪਣਾ ਮਨ ਫਿਰਾਇਆ ਹੈ? ਅਸੀਂ ਬਰਕਤਾਂ ਦੇ ਮਗਰ ਭੱਜ ਰਹੇ ਹਾਂ, ਲੇਕਿਨ ਅਸੀਂ ਆਪਣਾ ਮਨ ਫਿਰਾਇਆ? ਜਦ ਤੱਕ ਅਸੀਂ ਆਪਣਾ ਮਨ ਨਹੀਂ ਫਿਰਾਉਂਦੇ ਤਦ ਤੱਕ ਅਸੀਂ ਬਰਕਤਾਂ ਨਹੀਂ ਪਾ ਸਕਦੇ। ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਕਿ ਮੰਨ ਲਓ ਅਗਰ ਅਸੀਂ ਫਰਸ਼ ਦੇ ਉੱਤੇ ਲੇਟਣਾ ਹੋਵੇ, ਜਿੰਨਾ ਚਿਰ ਅਸੀਂ ਫਰਸ਼ ਨੂੰ ਸਾਫ਼ ਨਹੀਂ ਕਰਦੇ ਤਦ ਤੱਕ ਅਸੀਂ ਉਹਦੇ ਉੱਤੇ ਲੰਮੇ ਨਹੀਂ ਪੈ ਸਕਦੇ। ਨਾਰਮਲੀ ਜੀ ਗੱਲ ਹੈ ਕਿ ਫਰਸ਼ ਨੂੰ ਸਾਫ਼ ਕਰਕੇ ਉਹਦੇ ਉੱਤੇ ਲੰਮੇ ਪੈ ਸਕਦੇ ਹਾਂ। ਉਸੇ ਹੀ ਤਰ੍ਹਾਂ ਸਾਡੇ ਸਰੀਰ ਦੇ ਵਿੱਚੋਂ ਅਗਰ ਅਸੀਂ ਆਪਣੀਆਂ ਕਮੀਆਂ ਨੂੰ ਨਹੀਂ ਸਾਫ਼ ਕਰਦੇ ਤਦ ਤੱਕ ਅਸੀਂ ਪਰਮੇਸ਼ਵਰ ਦੀਆਂ ਬਰਕਤਾਂ ਨਹੀਂ ਪਾ ਸਕਦੇ। ਵੀ ਕੀ ਅਸੀਂ ਸੱਚਮੁੱਚ ਆਜ਼ਾਦ ਹੋਏ ਆ ਕਿ ਨਹੀਂ ਹੋਏ ਆ, ਇਹ ਅੱਜ ਅਸੀਂ ਆਪਣੇ ਆਪ ਨੂੰ ਦੇਖਣਾ ਹੈ। ਅਸੀਂ ਦੂਸਰੇ ਦੀਆਂ ਕਮੀਆਂ ਦੇਖਣ ਲੱਗ ਪੈਂਦੇ ਹਾਂ ਕਿ ਉਸ ਬੰਦੇ ਦੇ ਅੰਦਰ ਆਹ ਕਮੀਆਂ ਹੈ, ਉਸ ਬੰਦੇ ਦੇ ਅੰਦਰ ਉਹ ਕਮੀਆਂ ਹੈ, ਬਹੁਤ ਸਾਰੀਆਂ ਕਮੀਆਂ ਅੱਜ ਉਸ ਬੰਦੇ ਦੇ ਅੰਦਰ ਆ ਚੁੱਕੀਆਂ ਹੈ, ਲੇਕਿਨ ਸਾਡੇ ਅੰਦਰ ਕਿਹੜੀਆਂ ਕਮੀਆਂ ਹੈ ਇਹ ਸਾਨੂੰ ਪਤਾ ਹੈ ਜਾਂ ਪਰਮੇਸ਼ਵਰ ਨੂੰ ਪਤਾ ਹੈ? ਪਰਮੇਸ਼ਵਰ ਹਰ ਇੱਕ ਦੇ ਉੱਤੇ ਅੱਖ ਲਾ ਕੇ ਬੈਠਾ ਹੈ, ਕੌਣ ਕੀ ਕਰਦਾ ਹੈ। ਉਹਦੀਆਂ ਅੱਖਾਂ ਧਰਮੀਆਂ ਦੇ ਉੱਤੇ ਲੱਗੀਆਂ ਰਹਿੰਦੀਆਂ ਆ ਤੇ ਦੁਸ਼ਟ ਦੇ ਉੱਤੇ ਵੀ ਲੱਗੀਆਂ ਰਹਿੰਦੀਆਂ। ਉਹ ਹਰ ਇੱਕ ਨੂੰ ਦੇਖਦਾ ਆ ਵੀ ਕੌਣ ਅੱਜ ਕਿਹੜੇ ਪਾਸੇ ਨੂੰ ਚੱਲ ਰਿਹਾ ਹੈ। ਅਗਰ ਤੁਸੀਂ ਸੋਚਦੇ ਹੋ ਕਿ ਅਸੀਂ ਕਮਰੇ ਦੇ ਵਿੱਚ ਬੈਠ ਕੇ ਕੋਈ ਗੁਨਾਹ ਕਰ ਰਹੇ ਹਾਂ, ਕੋਈ ਪਾਪ ਕਰ ਰਹੇ ਹਾਂ, ਕੋਈ ਸਾਨੂੰ ਨਹੀਂ ਦੇਖ ਰਿਹਾ, ਲੇਕਿਨ ਪਰਮੇਸ਼ਵਰ ਦੇਖ ਰਿਹਾ ਹੈ, ਕਿਉਂਕਿ ਪਰਮੇਸ਼ਵਰ ਕਹਿੰਦਾ ਹੈ ਕਿ ਮੇਰੀਆਂ ਅੱਖਾਂ ਹਮੇਸ਼ਾ ਤੁਹਾਡੇ ਉੱਤੇ ਲੱਗੀਆਂ ਰਹਿੰਦੀਆਂ। ਤੇ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਉਸ ਦੇ ਵਿੱਚ ਲਿਖਿਆ ਹੈ ਕਿ ਸੰਸਾਰ पर जय पाने वाला कौन है? केवल वह जिसका यह विश्वास है कि यीशु ही परमेश्वर का पुत्र है। आमीन आमीन। कि ਜਦੋਂ परमेश्वर ही सच्चा, प्रभु यीशु मसीह ही सच्चा परमेश्वर है और वो परम प्रधान परमेश्वर ਦਾ ਪੁੱਤਰ ਹੈ, ਤੇ ਅਗਰ ਅਸੀਂ ਇਹ ਚੀਜ਼ਾਂ ਨੂੰ ਦੇਖ ਰਹੇ ਹਾਂ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਸਾਨੂੰ ਅੱਜ ਪਰਮੇਸ਼ਵਰ ਦੇ ਉਹ ਫਸਟ ਵਚਨ ਦੀ ਜ਼ਰੂਰਤ ਹੈ ਜੋ ਪਰਮੇਸ਼ਵਰ ਨੇ ਕਿਹਾ ਸੀਗਾ ਕਿ ਮਨ ਫਿਰਾਓ। ਬੇਸ਼ੱਕ ਸਾਨੂੰ 10 ਸਾਲ 15 ਸਾਲ 20 ਸਾਲ ਹੋ ਗਏ ਚਲਦਿਆਂ ਨੂੰ, ਲੇਕਿਨ ਸਾਡਾ ਮਨ ਹਜੇ ਤੀਕਰ ਵੀ ਉਸ ਸਹੀ ਪਾਸੇ ਫਸਿਆ ਹੋਇਆ ਹੈ। ਸਾਡਾ ਮਨ ਹਜੇ ਵੀ ਪਰਿਵਰਤਿਤ ਨਹੀਂ ਹੋਇਆ ਹੈ। ਅੱਜ ਅਸੀਂ ਫੇਕ ਬੈਕ ਸਲਾਈਡ ਹੋ ਚੁੱਕੇ ਹਾਂ ਕਿ ਸਾਨੂੰ ਮਨ ਪਰਿਵਰਤਨ ਕਰਨ ਦੀ ਜ਼ਰੂਰਤ ਪੈ ਰਹੀ ਹੈ। ਅਗਰ ਸਾਡੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਨਿਕਲ ਜਾਣ ਤੇ ਸਾਡਾ ਹਿਰਦੇ ਪਰਿਵਰਤਿਤ ਹੋ ਜਾਊਗਾ ਔਰ ਅਸੀਂ ਪਰਮੇਸ਼ਵਰ ਦੀਆਂ ਬਰਕਤਾਂ ਦੇ ਭਾਗੀ ਹੋ ਜਾਵਾਂਗੇ। ਇਹ ਅੱਜ ਅਸੀਂ ਦੇਖਣਾ ਆ ਵੀ ਕੀ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਨਾਲ ਚੱਲ ਰਹੇ ਹਾਂ, ਵੀ ਸਾਡੇ ਅੰਦਰ ਕੋਈ ਕਮੀ ਤਾਂ ਨਹੀਂ ਹੈ। ਅਗਰ ਸਾਡੇ ਅੰਦਰ ਉਹ ਕਮੀ ਹੈ ਤੇ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਔਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਵਫਾਦਾਰ ਬਣੇ ਰਹੀਏ। ਆਮੀਨ। ਰੱਬ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਬਚਨਾਂ ਦੇ ਵਸੀਲੇ। आमीन आमीन। सलमान वेल डन, बहुत अच्छा। मैं सुनिया सारा वचन, वेरी गुड, गॉड ब्लेस यू। बहुत ही बढ़िया सी और मेरा पूरा विश्वास है कि ਜਿਹੜੇ ਸੁਣ ਰਹੇ ਸੀ ਉਹ ਫੇਰ ਦੁਬਾਰਾ ਜਦੋਂ ਆਪਾਂ YouTube ਤੇ ਸੁਣਾਂਗੇ, ਜਿਸ ਤਰ੍ਹਾਂ ਮੈਂ ਪਿਛਲੇ ਹਫਤੇ ਕਿਹਾ ਸੀਗਾ, ਜਿੱਦਾਂ ਦੇ ਮੈਸੇਜ YouTube ਤੇ ਪਏ ਆ, ਭਾਈ ਦੀਪਕ ਨੇ ਵਚਨ ਦਿੱਤਾ ਸੀਗਾ ਔਰ ਡੈਨੀਅਲ ਨੇ ਔਰ ਸਿਸਟਰ ਐਲਿਜ਼ਬeth ਨੇ ਪਿਛਲੇ ਹਫਤੇ ਦਿੱਤਾ ਸੀਗਾ, ਉਹ ਸਾਰੇ ਬਹੁਤ ਵਧੀਆ ਵਚਨ ਸੀ ਕਿਉਂਕਿ ਪਵਿੱਤਰ ਆਤਮਾ ਦੇ ਦੁਆਰਾ ਸੀਗੇ। ਤੇ ਅੱਜ ਦਾ ਵੀ ਵਚਨ ਬਹੁਤ ਵਧੀਆ ਹੈ। ਮੈਂ ਸਾਰੀ ਮੀਟਿੰਗ ਸੁਣੀ ਆ ਤੇ ਯੈਸ, ਮੈਨੂੰ ਕੋਈ ਹੋਰ ਕੰਮ ਵੀ ਸੀ ਵਿੱਚ, ਤੇ ਪਰ ਤੁਸੀਂ ਬਹੁਤ ਹੀ ਵਧੀਆ ਭਾਈ ਦੀਪਕ, ਤੁਸੀਂ ਬਹੁਤ ਹੀ ਵਧੀਆ ਮੀਟਿੰਗ ਨੂੰ ਚਲਾਇਆ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਚਲਾਵੇ। ਗੌਰਵ, ਤੁਸੀਂ ਆਪ ਹੈਡਫੋਨ ਲਾਏ ਹੋਏ, ਬਾਕੀ ਨਹੀਂ ਸੁਣ ਰਹੇ ਬੰਦਗੀ? ਗੌਰਵ हेलो, हाँ जी गौरव, बाकी सुन रात ना बंदगी। मैं कि तेरे अपने हेडफोन लगे हुए, बाकी सुन रहे बंदगी? ओ अंकल जी, वो सामने प्रोग्राम है जन्मदिन दा, बच्चे उत्थे गए हुए हैं। अच्छा, चलो ठीक है। एक करी सारे कैमरे खोल लवो जे किसी दे कोई गवाही देनी है।
ਤੇ ਜਰੂਰ ਤੁਸੀਂ ਗਵਾਹੀ ਦੇ ਸਕਦੇ ਹੋ। ਸਾਰੇ ਜਣੇ ਆਪਣੇ ਆਪਣੇ ਕੈਮਰੇ ਖੋਲ ਲਓ ਪਲੀਜ਼, ਤੇ ਸਾਰਿਆਂ ਨੂੰ ਦੇਖ ਕੇ ਭੈਣ ਸ਼ਾਲੂ ਦਿਸ ਰਿਹਾ ਮੈਨੂੰ, ਭਾਈ ਸਾਬੀ, ਡੈਨੀਅਲ, ਬਾਕੀ ਵੀ ਕੈਮਰੇ ਖੋਲ ਲਓ ਪਲੀਜ਼। ਮੈਨੂੰ ਪਤਾ ਮਨਜੀਤ ਹੁਣੀ ਆਏ ਹੋਏ ਆ, ਭੈਣ ਹਰਵਿੰਦਰ ਆ, ਸੀਮਾ ਆ, ਭੈਣ ਜਵੈਦਾ ਆ, ਸਿਸਟਰ ਐਲਿਜ਼ਬeth ਆ, ਮੰਮੀ ਦਾ ਫੋਨ ਲੱਗਾ ਹੋਇਆ, ਸਨਾ ਸਾਈਮਨ ਕੈਮਰਾ ਖੋਲ ਲਓ, ਭੈਣ ਹਰਵਿੰਦਰ, ਸਿਸਟਰ ਐਲਿਜ਼ਬeth। ਡੈਨੀਅਲ ਬਹੁਤ ਸੋਹਣੀ ਆਰਾਧਨਾ ਹੋਈ ਸੀ ਸ਼ੁਰੂਆਤ ਦੇ ਵਿੱਚ, ਵੈਲ ਡਨ। ਥੈਂਕ ਯੂ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ ਸਾਰੀ। ਆਮੇਨ Thank you. ਆਮੇਨ ਆਮੇਨ। ਬਾਕੀ ਪੂਜਾ ਉਹਨਾਂ ਨੇ ਭਜਨ ਗਾਇਆ, ਹਾਂ ਸਿਸਟਰ ਜਵੈਦਾ ਦੇਖ ਲਓ ਕੰਮ ਕਰ ਰਹੇ ਆ ਤੇ ਨਾਲ ਆਰਾਧਨਾ ਸੁਣ ਰਹੇ ਆ, ਚੰਗੀ ਗੱਲ ਹੈ। ਸੀਮਾ, ਮਨਜੀਤ ਠੀਕ ਹੈ ਤੁਸੀਂ? ਹਾਂਜੀ ਅੰਕਲ। ਹਾਂ, ਗੋਡ ਬlesਸ ਯੂ, ਗੋਡ ਬlesਸ ਯੂ। ਭਾਈ ਸਾਹਿਬ ਵੀ ਠੀਕ ਹੈ, ਬੱਚੇ ਪਰਿਵਾਰ ਠੀਕ ਆ, ਮਾਨਸੀ, ਰੋਬਿਨ, ਭੈਣ ਜੀ? ਹਾਂਜੀ ਸਭ ਠੀਕ ਠਾਕ ਹੈ ਪਾਸਟਰ ਜੀ, ਸਭ ਠੀਕ ਠਾਕ ਹੈ। ਸ਼ੁਕਰ ਹੈ ਖੁਦਾ ਦਾ, ਸ਼ੁਕਰ ਹੈ। ਸਿਸਟਰ ਐਲਿਜ਼ਬeth ਠੀਕ ਹੈ ਤੁਸੀਂ? ਪਿਛਲੇ ਹਫਤੇ ਦਾ ਬਹੁਤ ਵਧੀਆ ਵਚਨ ਸੀ, ਤੁਸੀਂ ਸੁਣਿਆ YouTube ਤੇ? ਨਹੀਂ ਸੁਣਿਆ। ਸੁਣਿਆ ਨਹੀਂ ਤੁਹਾਨੂੰ? ਅੱਛਾ, ਐਕਚੁਅਲੀ ਤੁਹਾਡਾ ਨੰਬਰ ਹੈ ਨਹੀਂ ਸੀ ਮੇਰੇ ਕੋਲ ਨਵਾਂ, ਤੇ ਮੇਰੇ ਫੋਨ ਮੇਰਾ ਨਵਾਂ ਸੀ, ਉਹ ਚ ਨੰਬਰ ਹੈ ਨਹੀਂ, ਪੁਰਾਣੇ ਚ ਸੀਗਾ ਤੁਹਾਡਾ ਨੰਬਰ ਤੇ। ਅੱਛਾ, ਹਾਂਜੀ 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 ਮੇਰੇ ਨੰਬਰ ਤੇ ਸੈਂਡ ਕਰਿਓ। ਹਾਂਜੀ, ਤੁਸੀਂ ਨੰਬਰ ਬੋਲੋ ਤਾਂ ਆਪਣਾ ਮਾੜਾ ਜਿਹਾ। 98152 98152 19571 19571। ਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਸੁਲੇਮਾਨ, ਤੈਨੂੰ ਭੇਜ ਹੋ ਗਿਆ ਨੰਬਰ ਸਿਸਟਰ ਦਾ। ਹਾਂ, ਸਨੀ ਹੈ, ਸਨੀ ਖੜਾ ਆ, ਸਨੀ ਸਨੀ ਆ ਕਿ ਸੋਮਾ ਆ? ਹਾਂ ਸੋਮਾ ਆ। ਸੋਮੇ ਕਿੱਦਾਂ, ਠੀਕ ਹੈ ਸਨੀ? ਸਨੀ ਦੀ ਗਵਾਹੀ ਆ ਜੀ, ਸਨੀ ਨੂੰ ਦੇ ਲੋ ਪਰਮੇਸ਼ਰ ਦੁਬਈ ਜੋ ਲੈ ਕੇ ਆਇਆ। ਸਨੀ ਕਿੰਨੇ ਦਿਨ ਹੋ ਗਏ ਸੀ, ਕਿੰਨੇ ਮਹੀਨੇ ਹੋ ਗਏ ਐਕਚੁਅਲੀ ਤੈਨੂੰ ਗਵਾਚੇ ਨੂੰ? ਤੇਰਾ ਪਤਾ ਨਹੀਂ ਸੀ ਸਾਨੂੰ ਕਿੱਥੇ ਆ। ਸਨੀ ਬਟਨ ਖੋਲ ਲੋ, ਮਿਊਟ ਬਟਨ ਖੋਲ ਲੋ, ਮਾਈਕ ਖੋਲ ਲੋ। ਸਲਾਮ ਭਾਈ। ਸਲਾਮ, ਠੀਕ ਆ? ਹਾਂਜੀ ਹਾਂਜੀ। ਕਿੰਨੇ ਮਹੀਨੇ ਹੋ ਗਏ ਸੀ? ਮੈਂ ਕਿਹਾ ਤੇਰਾ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ, ਪਰ ਸਾਰੀ ਕਲੀਸਿਆ ਦੁਆ ਕਰ ਰਹੀ ਸੀ ਤੇਰੇ ਲਈ। ਕਿੰਨੇ ਮਹੀਨਿਆਂ ਬਾਅਦ ਤੂੰ ਆਇਆ? ਕਿੰਨੇ ਮਹੀਨੇ? 4 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਜੀ। 4 ਮਹੀਨੇ ਤੋਂ ਜ਼ਿਆਦਾ। ਇਹਦਾ ਪਤਾ ਨਹੀਂ ਸੀ ਲੱਗਦਾ ਮੇਰੇ ਭੈਣੋ ਭਰਾਓ, ਕਿਉਂਕਿ ਇਹਨੇ ਨਾ ਫੋਨ ਕੀਤਾ ਸੀ ਮੰਮੀ ਉਹਨਾਂ ਨੂੰ, ਤੇ ਬੜੇ ਫਿਕਰਮੰਦ ਸੀ ਅਸੀਂ ਸਾਰੇ ਵੀ ਦੁਬਈ ਤੋਂ ਇਹਦਾ ਕੋਈ ਸੁਨੇਹਾ ਨਹੀਂ ਆਇਆ। ਪਰ ਅਸੀਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਕਿ ਇਹ ਸਹੀ ਸਲਾਮਤੀ ਨਾਲ ਆਇਆ, ਪਰਮੇਸ਼ਰ ਨੂੰ ਲੈ ਕੇ ਆਇਆ, ਔਰ ਭੈਣ ਭਾਗੋ ਦੇ ਵਿਸ਼ਵਾਸ ਦੇ ਜ਼ਰੀਏ ਇਹ ਸਾਰਾ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ 'ਚ ਕੰਮ ਕੀਤਾ। ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਬਸ ਸਾਡੇ 5-6 ਦਿਨ ਰਹਿ ਗਏ, ਹੋਰ ਅਸੀਂ ਆ ਜਾਣਾ ਆ। ਤੇ ਫਿਰ ਜਿਹੜਾ ਵੀ ਸੇਵਾ ਲਈ ਰੈਡੀ ਆ, ਗੌਰਵ ਤੂੰ ਵੀ ਆ ਸਕਦਾ ਬਈ ਆਸ਼ਰਮ, ਸਨੀ ਨੇ ਵੀ ਆਉਣਾ ਆ, ਹੋਰ ਵੀ ਜਿੰਨੇ ਜਣੇ ਆਪਣਾ ਟਾਈਮ ਕੱਢ ਸਕੋਗੇ, ਕਿਉਂਕਿ ਆਪਾਂ 7 ਅਪ੍ਰੈਲ ਲਈ, ਕਿਉਂਕਿ ਕਰੋਨਾ ਦਾ ਕਰਕੇ ਆਸ਼ਰਮ ਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਸੀ ਹੋਇਆ, ਤੇ ਉਹ ਸਾਰਾ ਰੰਗ ਵੀ ਕਰਨਾ ਆ, 7 ਅਪ੍ਰੈਲ ਦੀਆਂ ਤਿਆਰੀਆਂ ਕਰਨੀਆਂ ਆ, ਪੇਂਟ ਕਰਨਾ, ਸਫਾਈਆਂ ਕਰਨੀਆਂ। ਸੋ ਤੁਹਾਡੇ ਕੋਲ ਜਿਹਦੇ ਕੋਲ ਵੀ ਸਮਾਂ ਆਊਗਾ, ਤੁਸੀਂ ਆਪਣਾ ਸਮਾਂ ਜ਼ਰੂਰ ਦੇ ਸਕਦੇ ਹੋ, ਜਦੋਂ ਵੀ ਤੁਹਾਡਾ ਮਨ ਕਰੇ, ਜਦੋਂ ਵੀ ਤੁਹਾਡੇ ਕੋਲ, ਭਾਵੇਂ 1 ਦਿਨ ਕੱਢ ਕੇ, ਅੱਧਾ ਦਿਨ ਕੱਢ ਕੇ ਜ਼ਰੂਰ ਸੇਵਾ ਲਈ ਪਹੁੰਚਣਾ ਆ। ਠੀਕ ਆ? ਅਸੀਂ ਜਾਂ 16 ਨੂੰ ਜਾਂ 17 ਨੂੰ ਪਹੁੰਚ ਜਾਣਾ ਆ, ਜਾਂ 18 ਨੂੰ, ਇਹਨਾਂ 3 ਦਿਨਾਂ ਦੇ ਵਿੱਚ। ਠੀਕ ਹੈ, 16, 17, 18 ਨੂੰ। ਤੇ ਸਾਡੀ ਫਲਾਈਟ ਲਈ ਪ੍ਰਾਰਥਨਾ ਕਰਿਓ ਵੀ ਪਰਮੇਸ਼ਵਰ ਸਾਡੀ ਮਦਦ ਕਰੇ ਰਸਤੇ ਦੇ ਵਿੱਚ। ਔਰ ਇਸੇ ਤਰ੍ਹਾਂ ਆਪਾਂ ਮਿਲ ਕੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਅਸੀਂ ਰਹੀਏ ਚਾਹੇ ਨਾ ਰਹੀਏ, ਜਿੱਦਾਂ ਮਾਂ-ਬਾਪ ਦੇ ਬੱਚੇ ਆ, ਮਾਂ-ਬਾਪ ਰਹਿਣ ਚਾਹੇ ਨਾ ਰਹਿਣ, ਪਰ ਉਹਨਾਂ ਦੇ ਬੱਚੇ ਪਰਮੇਸ਼ਵਰ ਦੇ ਵਿੱਚ ਮਜ਼ਬੂਤ ਰਹਿਣੇ ਚਾਹੀਦੇ ਆ। ਉਹਨਾਂ ਦੇ ਬੱਚੇ ਪਰਮੇਸ਼ਵਰ ਦੇ ਕੰਮ ਕਰਨ ਦੇ ਵਿੱਚ ਅੱਗੇ ਵਧਣੇ ਚਾਹੀਦੇ ਆ। ਇਸੇ ਤਰ੍ਹਾਂ ਤੁਸੀਂ ਔਰ ਆਪਾਂ ਆ, ਆਪਣੇ ਚ ਆਪਾਂ ਕੋਈ ਹੋਈਏ ਚਾਹੇ ਨਾ ਹੋਈਏ, ਪਰ ਤੁਸੀਂ ਅੱਜ ਜਿਸ ਤਰੀਕੇ ਨਾਲ ਮੀਟਿੰਗਾਂ ਚਲਾਈਆਂ ਆ ਸਾਰੀਆਂ ਹੀ, ਔਰ ਅੱਜ ਖਾਸ ਤੌਰ ਤੇ
ਇਹ ਪਰਮੇਸ਼ਰ ਦੀ ਯੋਜਨਾ ਸੀ ਕਿ ਮੈਂ ਨਹੀਂ ਸੀ ਅੱਜ ਇਨਵੋਲਵ, ਔਰ ਸਾਰਿਆਂ ਨੇ ਤੁਸੀਂ ਮੀਟਿੰਗ ਬਹੁਤ ਅੱਛੀ ਤਰ੍ਹਾਂ ਚਲਾਈ, ਔਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਵਧਦੇ ਜਾਓਗੇ ਔਰ ਹੋਰ ਪਰਮੇਸ਼ਰ ਦੀ ਸੇਵਾ ਦੇ ਵਿੱਚ ਅੱਗੇ ਪਰਮੇਸ਼ਰ ਦੀ ਬਰਕਤ ਔਰ ਆਸ਼ੀਸ਼ ਪਾਉਂਗੇ। ਭੈਣ ਹਰਵਿੰਦਰ ਸੁਣ ਰਹੇ? ਭੈਣ ਹਰਵਿੰਦਰ ਵੀ ਦਿਸੇ ਨਹੀਂ ਆਏ ਹੋਏ ਆ। ਜੇ ਕਿਸੇ ਹੋਰ ਦੀ ਕੋਈ ਗਵਾਹੀ ਆ ਤੇ ਜਰੂਰ ਤੁਸੀਂ ਦੱਸ ਕੇ ਬੋਲ ਸਕਦੇ ਹੋ। ਤੁਸੀਂ ਪਰਮੇਸ਼ਰ ਦੀ ਮਹਿਮਾ ਦੇ ਲਈ ਤੁਸੀਂ ਜਰੂਰ ਦੱਸ ਸਕਦੇ ਹੋ। ਸਾਗਰ ਆਇਆ ਹੋਇਆ ਸੀ, ਸਾਗਰ ਚਲੇ ਗਿਆ ਕਰੇ, ਆਇਆ ਹੋਇਆ ਸੀ ਸਾਗਰ। ਚਲੋ ਸਾਰਿਆਂ ਨੂੰ ਪਰਮੇਸ਼ਰ ਬਰਕਤ ਔਰ ਆਸ਼ੀਸ਼ ਦੇਵੇ। ਆਈਏ ਫਿਰ ਆਪਾਂ ਆਖਰੀ ਪ੍ਰਾਰਥਨਾ ਕਰਾਂਗੇ। ਹੁਣ ਫਿਰ ਸਾਡੀ ਮੀਟਿੰਗ ਹੈ ਅੱਧੇ ਘੰਟੇ ਦੇ ਬਾਅਦ, ਤੇ ਇੱਥੇ ਹੋਰ ਵੀ ਇੰਗਲੈਂਡ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਣੇ ਆ, ਤੇ ਆਪਾਂ ਨਾਲੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਪੰਜਾਬ ਦੀ ਗਵਰਨਮੈਂਟ ਨਵੀਂ ਸਰਕਾਰ ਦੀਆਂ, ਔਰ ਐਤਕੀ ਵਾਕਿਆ ਝਾੜੂ ਫੇਰ ਦਿੱਤਾ। ਵੱਡੇ ਵੱਡੇ ਦੇਖ ਲਓ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਹਨਾ, ਉਹ ਲੋਕਾਂ ਨੂੰ ਬਸ ਇਹ ਪਰਮੇਸ਼ਰ ਹੀ ਕਰਨ ਵਾਲਾ ਹੈ। ਜੋ ਪਰਮੇਸ਼ਰ ਕਰਦਾ ਆ, ਪਰਮੇਸ਼ਰ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਹਨਾ। ਸੋ ਆਪਾਂ ਇਹੀ ਦੁਆ ਕਰਦੇ ਹਾਂ ਕਿ ਚੰਗੇ ਬੰਦੇ ਆ, ਅੱਗੇ ਪਰਮੇਸ਼ਰ ਉਹਨਾਂ ਨੂੰ ਅਕਲ ਸਮਝ ਬਹੁਤ ਦੇਵੇ ਹਨਾ। ਭਗਵੰਤ ਮਾਨ ਜੀ ਉਹਨਾਂ ਨੂੰ ਔਰ ਕੇਜਰੀਵਾਲ ਜੀ ਨੂੰ, ਰਾਘਵ ਚੱਡਾ, ਹੋਰ ਬੜੀ ਵਧੀਆ ਟੀਮ ਆ। ਬਾਕੀ ਅੱਗੇ ਪਰਮੇਸ਼ਰ ਜਾਣਦਾ ਹੈ, ਔਰ ਇਹੀ ਦੁਆ ਕਰਨੀ ਕਿ ਜੇ ਬਦਲਾਅ ਲਿਆਂਦਾ ਪਰਮੇਸ਼ਰ ਨੇ ਤੇ ਪਰਮੇਸ਼ਰ ਦੇ ਲੋਕ ਹੋਰ ਆਸ਼ੀਸ਼ ਔਰ ਬਰਕਤ ਪਾਉਣ। ਚੰਗੀ ਗੱਲ ਆ। ਤੇ ਬਾਕੀ ਮੈਂ ਸਵੇਰ ਦਾ ਲਾ ਕੇ ਬੈਠਾ ਸੀ ਜਿੰਨਾ ਵੀ ਟਾਈਮ ਮੇਰੇ ਕੋਲ ਸੀਗਾ, ਤੇ ਉਦੋਂ ਤੋਂ ਹੀ ਝਾੜੂ ਵਾਲੇ ਅੱਗੇ ਸੀਗੇ, ਤੇ ਹੁਣ ਫਾਈਨਲ ਹੋ ਗਿਆ। ਹੁਣ ਮੈਂ ਜਦੋਂ ਆਪਾਂ ਮੀਟਿੰਗ ਸ਼ੁਰੂ ਕਰਨ ਲੱਗੇ ਸੀ, ਉਦੋਂ ਪਹਿਲਾਂ ਮੈਂ 15 ਮਿੰਟ ਫਿਰ ਖਬਰਾਂ ਸੁਣੀਆਂ ਤੇ ਫਿਰ ਸੀਟਾਂ ਦਾ ਪਤਾ ਲੱਗਾ। ਤੇ ਬਸ ਪਰਮੇਸ਼ਰ ਦੇ ਹੱਥ ਵਿੱਚ ਦੇਣਾ। ਇਸੇ ਤਰ੍ਹਾਂ ਅੱਜ ਦੇ ਵਚਨ ਦੇ ਮੁਤਾਬਕ ਕਿ ਅਸੀਂ ਕਿਸ ਚੀਜ਼ ਦੇ ਗੁਲਾਮ ਆ। ਆਪਾਂ ਇਨਸਾਨ ਆ, ਆਪਣੇ ਸਾਰਿਆਂ 'ਚ ਕਮੀਆਂ ਕਮਜ਼ੋਰੀਆਂ ਹੈ, ਪਰ ਵਚਨ ਸਾਨੂੰ ਫਿਰ ਸੋਧ ਦਿੰਦਾ ਆ। ਵਚਨ ਸਾਨੂੰ ਫਿਰ ਸਿੱਧਿਆਂ ਕਰਦਾ ਹੈ ਹਨਾ। ਇਸ ਲਈ ਤਾਂ ਆਪਾਂ ਪਰਮੇਸ਼ਰ ਦਾ ਵਚਨ ਸੁਣਦੇ ਹਾਂ। ਸੋ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਆਈਏ ਆਪਣੇ ਸਿਰਾਂ ਨੂੰ ਝੁਕਾਈਏ, ਸਭ ਜਣ ਅਸੀਂ ਪ੍ਰਾਰਥਨਾ ਕਰਾਂਗੇ। ਥੈਂਕ ਯੂ ਲਾਰਡ ਜੀਸਸ। ਥੋੜਾ ਸਮਾਂ ਪਰਮੇਸ਼ਰ ਦਾ ਧੰਨਵਾਦ ਕਰੀਏ ਅੱਜ ਦੇ ਵਚਨ ਦੇ ਲਈ, ਅੱਜ ਦੀ ਆਰਾਧਨਾ ਦੇ ਲਈ, ਅੱਜ ਦੀ ਪੰਜਾਬ ਸਰਕਾਰ ਦੇ ਲਈ, ਅੱਜ ਤੱਕ ਦੀ ਜ਼ਿੰਦਗੀ ਲਈ। ਸਭ ਮੂੰਹ ਖੋਲ ਕੇ ਧੰਨਵਾਦ ਕਰਾਂਗੇ। ਧੰਨਵਾਦ, 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 ਧੰਨਵਾਦ ਪ੍ਰਭੂ ਜੀ, ਧੰਨਵਾਦ, ਧੰਨਵਾਦ, ਧੰਨਵਾਦ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ ਪ੍ਰਭੂ ਜੀ, ਧੰਨਵਾਦ, ਧੰਨਵਾਦ। ਤੁਹਾਡਾ ਸ਼ੁਕਰ ਹੋ ਪ੍ਰਭੂ ਜੀ, ਤੁਹਾਡੇ ਨਾਂ ਨੂੰ ਸਾਰੀ ਇੱਜ਼ਤ, ਮਹਿਮਾ, ਜਲਾਲ ਦਿੰਦੇ ਆ ਪ੍ਰਭੂ ਜੀ। ਤੁਹਾਡੇ ਨਾਂ ਦੀ ਮਹਿਮਾ ਔਰ ਵਡਿਆਈ ਕਰਦੇ ਆ ਪ੍ਰਭੂ ਜੀ। ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ। ਅੱਜ ਪ੍ਰਭੂ ਜੀ ਜਿੰਨੇ ਬੱਚੇ ਤੁਹਾਡੇ ਨਾਲ ਜੁੜੇ ਹੋਏ ਆ ਪ੍ਰਭੂ ਜੀ, ਇਸ ਵੇਲੇ ਤੁਹਾਡਾ ਆਤਮਾ ਇੱਕ ਇੱਕ ਦੇ ਘਰ ਦੇ ਵਿੱਚ ਜੁੰਬਿਸ਼ ਕਰ ਰਿਹਾ ਪ੍ਰਭੂ ਜੀ। ਤੁਹਾਡਾ ਵਚਨ ਇੱਕ ਇੱਕ ਘਰ ਦੇ ਵਿੱਚ ਗਿਆ, ਇੱਕ ਇੱਕ ਮਨ ਹਿਰਦੇ ਦੇ ਵਿੱਚ ਗਿਆ ਪ੍ਰਭੂ ਜੀ, ਔਰ ਸਭ ਦੀਆਂ ਕਮੀਆਂ ਕਮਜ਼ੋਰੀਆਂ ਤੁਸੀਂ ਕੱਢਣ ਵਾਲੇ ਪਰਮੇਸ਼ਰ ਹੋ। ਤੁਸੀਂ ਵਚਨਾਂ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਦੇ ਹੋ ਪ੍ਰਭੂ ਜੀ। ਸਾਡੀਆਂ तमाम ਕਮੀਆਂ ਕਮਜ਼ੋਰੀਆਂ ਨੂੰ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਇਹਨਾਂ ਵਚਨਾਂ ਦੇ ਜ਼ਰੀਏ ਦੂਰ ਕਰ ਦਿਓ ਪ੍ਰਭੂ ਜੀ, ਔਰ ਸਾਨੂੰ ਸਿੱਧਿਆ ਰੱਖੋ। ਸਾਨੂੰ ਪ੍ਰਭੂ ਜੀ ਆਪਣੇ ਈਮਾਨ ਵਿਸ਼ਵਾਸ ਦੇ ਵਿੱਚ ਹੋਰ ਮਜ਼ਬੂਤ ਕਰੋ। ਸਾਨੂੰ ਆਪਣੇ ਕੰਮਾਂ ਦੇ ਵਿੱਚ ਹੋਰ ਵਧਾਓ, ਤਾਂ ਜੋ ਅਸੀਂ ਇਸੇ ਤਰ੍ਹਾਂ ਤੁਹਾਡੇ ਕੰਮਾਂ ਦੇ ਵਿੱਚ ਲੱਗੇ ਰਹੀਏ ਪ੍ਰਭੂ ਜੀ। ਤੁਹਾਡਾ ਸ਼ੁਕਰ ਹੋ, ਤੁਹਾਡਾ ਧੰਨਵਾਦ ਪ੍ਰਭੂ ਜੀ। ਅੱਜ ਪਾਸਟਰ ਰਾਣਾ ਜੀ, ਸੁਨੀਤਾ ਹੋਣੀ, ਜਸ ਔਰ ਹੋਰ ਜਿੰਨੇ ਜਣ ਵੀ ਪ੍ਰਭੂ ਜੀ ਜੁੜ ਨਹੀਂ ਸਕੇ, ਉਹ ਮੀਟਿੰਗ ਦੇ ਵਿੱਚ ਆ ਪ੍ਰਭੂ ਜੀ। ਜਿੱਥੇ ਵੀ ਆ ਪ੍ਰਭੂ ਜੀ, ਤੁਸੀਂ ਉਹਨਾਂ ਦੀ ਮਦਦ ਕਰਨੀ ਪ੍ਰਭੂ ਜੀ। ਔਰ ਇਸੇ ਤਰ੍ਹਾਂ ਪ੍ਰਭੂ ਜੀ ਪੂਰੀ ਕਲੀਸਿਆ ਦੇ ਉੱਤੇ, ਇੱਕ ਘਰ, ਇੱਕ ਖਾਨਦਾਨ ਦੇ ਉੱਤੇ ਤੁਹਾਡੀ ਵੱਡੀ ਬਰਕਤ, ਵੱਡੀ ਆਸ਼ੀਸ਼ ਠਹਿਰੀ ਰਵੇ ਪ੍ਰਭੂ ਜੀ। ਅਸੀਂ ਭਾਈ ਦੀਪਕ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਮੀਟਿੰਗ ਚਲਾਉਣ ਦੇ ਲਈ ਪ੍ਰਭੂ ਜੀ, ਭਾਈ ਸੁਲੇਮਾਨ ਦੇ ਲਈ, ਅੱਜ ਦੇ ਸੁੰਦਰ ਵਚਨ ਦੇ ਲਈ ਪ੍ਰਭੂ ਜੀ, ਔਰ ਬਾਕੀ ਸਾਰੇ ਪਰਿਵਾਰਾਂ ਬੱਚਿਆਂ ਲਈ ਪ੍ਰਭੂ ਜੀ। ਇਹ ਵੀ ਬੱਚੇ ਇਸੇ ਤਰ੍ਹਾਂ ਵਚਨ ਦੇ ਵਿੱਚ ਅੱਗੇ ਵਧਣ, ਔਰ ਪ੍ਰਭੂ ਜੀ ਤੁਹਾਡੇ ਕੰਮਾਂ ਨੂੰ ਸੰਭਾਲ ਸਕਣ ਪ੍ਰਭੂ ਜੀ, ਤੁਹਾਡੇ ਰਾਜ ਦੇ ਲਈ ਕਾਰਿਆ ਕਰਦੇ ਰਹਿਣ ਪ੍ਰਭੂ ਜੀ। ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਜੀ, ਸਨੀ ਦੀ ਜ਼ਿੰਦਗੀ ਲਈ ਤੁਸੀਂ ਉਹਨੂੰ ਸਹੀ ਸਲਾਮਤੀ ਲੈ ਕੇ ਆਂਦਾ, ਹੁਣ ਆਪਣੀ ਸੇਵਾ ਦੇ ਵਿੱਚ ਆਪਣੇ ਬੱਚੇ ਨੂੰ ਇਸਤੇਮਾਲ ਕਰਨਾ ਪ੍ਰਭੂ ਜੀ। ਸਾਗਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ, ਉਹਦੀ ਜ਼ਿੰਦਗੀ ਲਈ, ਉਹਦੀ ਸਿਹਤ ਦੀ ਤੰਦਰੁਸਤੀ ਲਈ ਤੁਹਾਡਾ ਹੀ ਧੰਨਵਾਦ ਕਰਦੇ ਆ ਪ੍ਰਭੂ ਜੀ। ਜਿੰਨੇ ਬੱਚੇ ਸਾਡੇ ਪਰਦੇਸਾਂ ਦੇ ਵਿੱਚ ਆ, ਉਹਨਾਂ ਬੱਚਿਆਂ ਦੇ ਕੰਮਾਂ ਕਾਰਾਂ ਦੇ ਵਿੱਚ, ਉਹਨਾਂ ਦੀਆਂ ਕਮਾਈਆਂ ਦੇ ਵਿੱਚ ਬਰਕਤ ਔਰ ਆਸ਼ੀਸ਼ ਪਾਉਣੀ ਪ੍ਰਭੂ ਜੀ। ਇੱਕ ਇੱਕ ਬੱਚੇ ਨੂੰ ਤੁਹਾਡੇ ਪਿੱਤਰ ਲਹੂ ਦੇ ਵਿੱਚ ਢੱਕ ਦਿੰਦੇ ਆ ਪ੍ਰਭੂ ਜੀ। ਜੋ ਬੱਚੇ ਪੇਪਰ ਪਾ ਰਹੇ, ਐਗਜ਼ਾਮ ਪਾ ਰਹੇ ਆ ਪ੍ਰਭੂ ਜੀ, ਜਿਨ੍ਹਾਂ ਨੇ ਨਵੀਆਂ ਕਲਾਸਾਂ ਦੇ ਵਿੱਚ ਜਾਣਾ ਆ, ਉਹਨਾਂ ਬੱਚਿਆਂ ਨੂੰ ਹੁਣ ਤੋਂ ਤੁਹਾਡੇ ਹੱਥਾਂ ਵਿੱਚ ਦੇ ਦਿੰਦੇ ਆ। ਹਰ ਇੱਕ ਬੱਚੇ ਦੀ ਮਦਦ ਕਰਨੀ ਪ੍ਰਭੂ ਜੀ, ਔਰ ਪ੍ਰਭੂ ਜੀ ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਸਭ ਨੂੰ ਆਪਣੇ ਕੰਮਾਂ ਦੇ ਵਿੱਚ ਹੋਰ ਅੱਗੇ ਵਧਾਉਣਾ ਪ੍ਰਭੂ ਜੀ। ਇੱਕ ਜਣ ਦੇ ਆਪਣੇ ਬੱਚੇ ਦੇ ਕੰਮਾਂ ਕਾਰਾਂ ਦੇ ਉੱਤੇ ਬਰਕਤ ਔਰ ਆਸ਼ੀਸ਼ ਬਣੀ। ਜੋ ਇੱਥੇ ਇੰਡੀਆ ਦੇ ਵਿੱਚ ਤੁਹਾਡੇ ਕੰਮਕਾਰ ਤੁਸੀਂ ਦਿੱਤੇ ਹੋਏ ਆਪਣੇ ਬੱਚਿਆਂ ਨੂੰ ਪ੍ਰਭੂ ਜੀ, ਉਹਨਾਂ ਕੰਮਾਂ ਕਾਰਾਂ ਦੇ ਉੱਤੇ ਬਰਕਤ ਔਰ ਆਸ਼ੀਸ਼ ਦੇਣੀ ਪ੍ਰਭੂ ਜੀ।
ਤੁਹਾਡਾ ਸ਼ੁਕਰ ਹੋ, ਤੁਹਾਡਾ ਧੰਨਵਾਦ। ਮੈਂ ਆਪਣੇ ਆਪ ਨੂੰ ਕੈਥੀ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੰਦਾ, ਮੰਮੀ ਨੂੰ ਪ੍ਰਭੂ ਜੀ, ਔਰ ਮਸੀਹ ਉਹਨਾਂ ਨੂੰ ਅਸੀਂ ਜਦ ਵੀ ਸਾਨੂੰ ਫਲਾਈਟ JSP ਦਿੰਦੀ ਪ੍ਰਭੂ ਜੀ ਸਾਡੀ ਪੱਕੀ ਹੁੰਦੀ ਹੈ ਪ੍ਰਭੂ ਜੀ, ਉਸ ਦਿਨ ਨੂੰ ਅਸੀਂ ਤੁਹਾਡੇ ਹੱਥਾਂ ਵਿੱਚ ਦੇ ਦਿੰਦੇ ਹਾਂ, ਸਾਡੇ ਜਹਾਜ਼ ਨੂੰ ਫਲਾਈਟ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਣਾ। ਅਸੀਂ ਆਪਣੇ ਪ੍ਰਭੂ ਜੀ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਜਾ ਕੇ ਮਿਲੀਏ ਔਰ ਸਾਰੀ ਕਲੀਸਿਆ ਦੇ ਵਿੱਚ ਤੁਹਾਡਾ ਸ਼ੁਕਰ ਧੰਨਵਾਦ ਕਰੀਏ। ਔਰ 7 ਅਪ੍ਰੈਲ ਦੇ ਆਉਣ ਵਾਲੇ ਵੱਡੇ ਸਤਸੰਗ ਲਈ ਪ੍ਰਾਰਥਨਾ ਕਰਦੇ ਆ, ਤੁਹਾਡੇ ਬੱਚੇ ਪ੍ਰਾਰਥਨਾ ਕਰਦੇ ਰਹਿਣ ਲਗਾਤਾਰ ਪ੍ਰਭੂ ਜੀ ਤੁਹਾਡੇ ਉਸ ਦਿਨ ਲਈ, ਤਾਂ ਜੋ ਅਸੀਂ ਤੁਹਾਡੇ 12 ਸਾਲਾਂ ਦਾ ਜੋ ਉਦਘਾਟਨ ਹੋਇਆ ਪ੍ਰਭੂ ਜੀ, ਜਦ 2010 ਦੇ ਵਿੱਚ ਪ੍ਰਭੂ ਜੀ ਉਦਘਾਟਨ ਕੀਤਾ ਗਿਆ ਤੁਹਾਡੇ ਘਰ ਭਵਨ ਦਾ ਪ੍ਰਭੂ ਜੀ, ਉਸ ਉਦਘਾਟਨ ਨੂੰ 12 ਸਾਲ ਹੋ ਜਾਣੇ ਪ੍ਰਭੂ ਜੀ। ਅਸੀਂ ਉਹਨਾਂ 12 ਸਾਲਾਂ ਲਈ ਔਰ ਸਾਰੀ ਸੇਵਾ ਲਈ, ਔਰ ਜਿੰਨੇ ਤੁਹਾਡੀ ਕਲੀਸਿਆ ਉੱਥੇ ਆਈ, ਜਿੰਨੇ ਵਿਸ਼ਵਾਸੀ ਤੁਹਾਡੇ ਉੱਥੇ ਆਏ ਪ੍ਰਭੂ ਜੀ, ਜਿੰਨੇ ਲੋਕ ਚੰਗੇ ਹੋਏ, ਮਜ਼ਬੂਤੀ ਵਿਸ਼ਵਾਸ ਦੇ ਵਿੱਚ ਹੋਏ ਪ੍ਰਭੂ ਜੀ, ਅਸੀਂ ਇੱਕ ਜਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਉਸ ਭਵਨ ਦੇ ਵਿੱਚ ਸੇਵਾ ਕੀਤੀ ਪ੍ਰਭੂ ਜੀ, ਤੁਹਾਡੇ ਦਾਸ ਦਾਸੀਆਂ ਨੇ, ਉਹ ਸਾਰੇ ਦਾਸ ਦਾਸੀਆਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜਿੱਥੇ ਕਿਤੇ ਵੀ ਸੇਵਾ ਕਰ ਰਹੇ ਆ, ਉਹਨਾਂ ਦੀ ਸੇਵਾ ਨੂੰ ਵਧਾਉਣਾ ਪ੍ਰਭੂ ਜੀ, ਉਹਨਾਂ ਉੱਤੇ ਤੁਹਾਡੀ ਵੱਡੀ ਦਇਆ ਵੱਡੀ ਕਿਰਪਾ, ਉਹਨਾਂ ਦੇ ਪਰਿਵਾਰਾਂ ਦੇ ਉੱਤੇ ਤੁਹਾਡੀ ਵੱਡੀ ਦਇਆ ਵੱਡੀ ਕਿਰਪਾ ਬਣੀ ਰਹੇ, ਉਹਨਾਂ ਦੀ ਹਰ ਲੋੜ ਹਰ ਜ਼ਰੂਰਤ ਨੂੰ ਪੂਰਾ ਕਰਨਾ ਪ੍ਰਭੂ ਜੀ, ਔਰ ਸੰਭਾਲ ਕੇ ਰੱਖਣਾ ਪ੍ਰਭੂ ਜੀ। ਤੁਹਾਡਾ ਸ਼ੁਕਰ ਹੋ, ਤੁਹਾਡਾ ਧੰਨਵਾਦ ਹੋ ਪ੍ਰਭੂ ਜੀ। ਤੁਹਾਡਾ ਪ੍ਰਭੂ ਜੀ ਹੁਣ ਅੱਜ ਦੀ ਰਾਤ ਜਦ ਸੌਂਦਿਆਂ ਪੈਂਦਿਆਂ ਤੁਹਾਡੇ ਬੱਚਿਆਂ ਦੇ ਸੁਪਨਿਆਂ ਦਰਸ਼ਨਾਂ ਵਿੱਚ ਗੱਲਬਾਤ ਕਰਨੀ, ਔਰ ਪ੍ਰਭੂ ਜੀ ਇਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਹਾਲੇ ਨਹੀਂ ਤੁਹਾਨੂੰ ਜਾਣਦੇ, ਇਹ ਬੱਚਿਆਂ ਨੂੰ ਇਸਤੇਮਾਲ ਕਰੋ ਤਾਂ ਜੋ ਉਹਨਾਂ ਤੱਕ ਵੀ ਤੁਹਾਡਾ ਵਚਨ ਜਾ ਸਕੇ ਪ੍ਰਭੂ ਜੀ। ਇਹ ਸਭ ਕੁਝ ਮੰਗਦੇ ਆ ਤੇਰੇ ਪਿਆਰੇ ਬੇਟੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਮ, ਆਮੀਨ। ਆਪਣੇ ਮਾਈਕ ਖੋਲ ਲਓ ਸਾਰੇ ਜਣੇ, ਆਪਾਂ ਪ੍ਰਭੂ ਦੀ ਸਿਖਾਈ ਹੋਈ ਪ੍ਰਾਰਥਨਾ ਦੇ ਵਿੱਚ ਚੱਲਾਂਗੇ। ऐ साडे बाप जो आसमान ते हैं, तेरा नाम पाक करने जावे, तेरी बादशाहत आवे, तेरी मर्जी जिस तरह आसमान ते भी हुंदी है जमीन ते भी हो। साडे रोज दी रोटी सानू अज बख्श दे, जिस तरह असीं अपने कसूरां नूं माफ करदे हां, तुसीं भी साडे कसूर सानू माफ करो। सानू अजमाइश विच ना पाओ, सगों बुराई तो बचाओ, क्योंकि बादशाह कुदरत ते जलाल हमेशा तक तुहाडा ही नाम मुबारक। आमीन। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਰਫਾਕਤ ਤੇ ਸ਼ਰਾਕਤ ਤੁਹਾਡੇ ਸਭਨਾਂ ਦੇ ਨਾਲ, ਸਾਰੀ ਕਲੀਸਿਆ ਦੇ ਨਾਲ, ਦਾਸ ਦਾਸੀਆਂ ਦੇ ਨਾਲ, ਔਰ ਪੂਰੀ ਦੁਨੀਆ ਦੇ ਨਾਲ, ਖਾਸ ਤੌਰ ਤੇ ਜਿੱਥੇ ਜੰਗ ਲੱਗੀ ਹੋਈ ਆ ਉਹਨਾਂ ਪਰਿਵਾਰਾਂ ਦੇ ਨਾਲ, ਉਹਨਾਂ ਦੇਸ਼ਾਂ ਦੇ ਨਾਲ, ਔਰ ਪ੍ਰਭੂ ਜੀ ਜਿਹੜੇ ਸਫ਼ਰ ਦੇ ਵਿੱਚ ਆ ਪ੍ਰਭੂ ਜੀ ਉਹਨਾਂ ਦੇ ਨਾਲ ਹਮੇਸ਼ਾ ਹਮੇਸ਼ਾ ਤੱਕ ਹੁੰਦੀ ਰਹੇ। ਆਮੀਨ ਆਮੀਨ। ਗॉड ब्लेस यू। ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੈ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਔਰ ਆਸ਼ੀਸ਼ ਦੇਵੇ। ਸਾਰਿਆਂ ਨੂੰ ਸਾਡਾ ਸਲਾਮ ਦੁਆ ਕਹੀਓ, ਔਰ ਜਿਹੜਾ ਨੂੰ ਮੈਂ ਫੇਰ ਦੁਬਾਰਾ ਯਾਦ ਕਰਾਉਣਾ ਕਿ ਤੁਸੀਂ ਬਾਕੀਆਂ ਨੂੰ ਵੀ ਲਿੰਕ ਭੇਜ ਸਕਦੇ ਹੋ, ਠੀਕ ਹੈ? ਹਾਂਜੀ ਹਾਂ ਸੁਲੇਮਾਨ जी आई थिंक सिस्टर एलिजाबेथ जो नंबर बोल रहे सी, मैं तेनू नंबर भेजिया, मिलिया तेनू? मैसेज दे विच मिलिया है। हां ओ सिस्टर जी नु फॉरवर्ड कर दी वीडियो है ना, पिछले हफ्ते वाली सिस्टर एलिजाबेथ नु फॉरवर्ड कर दी है, ग्रुप दे विच पा देना। नहीं हां सिस्टर जी नु ग्रुप विच पाना। हाँ जी मैं ग्रुप दे विच मैं नंबर पेश कर दिता है। ओके 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 मैं देता। ओके हाँ तू भेजता, मैं कर देना फिर है, ठीक है? हाँ चलो ओके। जैम सीरी साਰਿਆਂ ਨੂੰ, गॉड ब्लेस यू। ਇਸ ਹਫਤੇ ਮਿਲਦੇ ਹਾਂ। ਤੁਸੀਂ ਇੱਕ ਹੋਰ ਦੁਆ ਕਰਨੀ, ਸੱਚ ਕੱਲ ਨੂੰ ਨਾ ਕੈਥੀ ਦਾ ਜਿਹੜਾ ਛੋਟਾ ਬ੍ਰਦਰ ਹੈ, ਜਿਹਦਾ ਕਰਕੇ ਅਸੀਂ ਦੁਬਾਰਾ ਰੁਕੇ ਸੀ, ਕੈਥੀ ਦੇ ਛੋਟੇ ਬ੍ਰਦਰ ਦਾ ਜਿਹੜਾ ਸਾਲਾ ਉਹਦਾ ਜਨਾਜ਼ਾ ਹੈ, ਕੱਲ ਨੂੰ ਫਿਊਨਰਲ ਆ, ਤੇ ਕੱਲ ਦੇ ਦਿਨ ਲਈ ਵੀ ਦੁਆ ਕਰਿਓ ਵੀ ਪਰਮੇਸ਼ਵਰ ਸਾਰੇ ਖਾਨਦਾਨ ਦੀ ਮਦਦ ਕਰੇ। ਉਹ ਮੁੰਡਾ ਸਿਰਫ 42 ਸਾਲਾਂ ਦਾ ਸੀਗਾ, ਤੇ ਉਹਦੇ ਡੈਡੀ ਵੀ ਇੰਡੀਆ ਤੋਂ ਆਇਆ, ਉਹਦੀ ਸਿਸਟਰ ਇੱਕ ਹੋਰ ਇੰਡੀਆ ਤੋਂ ਆਈ ਆ, ਤੇ ਕੱਲ ਨੂੰ ਬੜਾ ਉਸ ਘਰ ਪਰਿਵਾਰ ਲਈ ਮੁਸ਼ਕਲ ਹੋਣਾ ਆ, ਪਰ ਪਰਮੇਸ਼ਵਰ ਬਲ ਹਿੰਮਤ ਦੇਵੇ, ਸ਼ਕਤੀ ਦੇਵੇ, ਤੇ ਅਸੀਂ ਇਸੇ ਤਰ੍ਹਾਂ ਫਿਊਨਰਲ ਤੋਂ ਬਾਅਦ ਆ ਜਾਣਾ ਆ, ਠੀਕ ਹੈ? हाँ दुआ करिए। चलो ठीक है। पूजा, ज्योति, भैन सुमन सारे दिस रहे हैं, सारे नु सलाम। जैम सीरी, भैन गगन जैम सीरी, बच्चों प्यार दिए सारे जने। सीमा, मनजीत, गौरव, ओके, भैन जवेदा, भाई साबी, बच्चों आरती, सानिया, सना, और सना ना कौन बैठा? रीना, रीना बैठी नाल, मिसेस लड्डू, मिसेस लड्डू
ਮਿਸਿਸ ਲੱਡੂ ਬੈਠੇ ਆ ਹਾਂ ਚਲੋ ਠੀਕ ਹੈ ਜੈ ਐਮਸੀ ਦੀ ਸਾਰਿਆਂ ਨੂੰ ਗॉड ब्लेस यू बाय बाय परमेश्वर ਤੁਹਾਨੂੰ ਬੜੀ ਬਰਕਤ ਔਰ ਆਸ਼ੀष ਦੇਵੇ ਆਮੀਨ